ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਜਿਹੜੀਆਂ ਗੱਲਾਂ ਬਾਤਾਂ ਅਸੀਂ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਕਰਨੀਆਂ ਨੇ, ਅੱਜ ਉਹ ਸਿਆਸਤ ਦੀਆਂ ਗੱਲਾਂ ਨਹੀਂ ਕਰਨੀਆਂ। ਅੱਜ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ। ਗੱਲਾਂ ਸਿਰਫ ਅਸੀਂ ਕਰਨੀਆਂ ਨੇ ਤੁਹਾਡੀਆਂ ਗੱਲਾਂ। ਅਸੀਂ ਕਰਨੀਆਂ ਨੇ ਰਿਸ਼ਤਿਆਂ ਦੀਆਂ ਗੱਲਾਂ, ਰਿਸ਼ਤਿਆਂ ਦੇ ਵਿੱਚ ਨਿੱਘਦੀਆਂ ਗੱਲਾਂ ਅਤੇ ਟੁੱਟ ਰਹੇ ਕੁਝ ਰਿਸ਼ਤਿਆਂ ਦੀਆਂ ਤੇ ਕੁਝ ਨਵੇਂ ਜੁੜ ਰਹੇ ਰਿਸ਼ਤਿਆਂ ਦੀਆਂ ਗੱਲਾਂ। ਅਸੀਂ ਇੱਕ ਦੂਸਰੇ ਤੋਂ ਦੂਰ ਕਿਉਂ ਹੋ ਰਹੇ ਹਾਂ, ਜਾਂ ਹਾਲੇ ਵੀ ਇਹ ਸਾਨੂੰ ਇਹ ਲੱਗਣ ਲੱਗ ਪਿਆ ਕਿ ਅਸੀਂ ਕੁਝ ਰਿਸ਼ਤਿਆਂ ਤੋਂ ਦੂਰੀ ਬਣਾ ਲਈ ਹੈ, ਜਾਂ ਤਾਂ ਸਾਨੂੰ ਲੱਗਦਾ ਕੋਈ ਰਿਸ਼ਤਿਆਂ ਦੀ ਸਾਨੂੰ ਜ਼ਰੂਰਤ ਨਹੀਂ, ਜਾਂ ਸਾਨੂੰ ਲੱਗਦਾ ਕਿ ਇਹਨਾਂ ਵਾਲਾ ਨਿੱਘ ਸਾਨੂੰ ਟੈਬਲੇਟ 'ਚੋਂ ਪੂਰਾ ਹੋ ਸਕਦਾ ਹੈ, ਸਾਡੇ ਮੋਬਾਈਲ ਫੋਨ 'ਚੋਂ ਮਿਲ ਸਕਦਾ ਹੈ, ਜਾਂ ਫਿਰ ਕੁਝ ਹੋਰ ਥਾਵਾਂ ਦੇ ਉੱਤੋਂ ਸਾਨੂੰ ਇਹ ਨਿੱਘ ਮਹਿਸੂਸ ਹੋ ਸਕਦਾ ਹੈ। ਤੁਹਾਡੀਆਂ ਟਿੱਪਣੀਆਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਬਹੁਤ ਕੰਮ ਆਉਣਗੀਆਂ, ਜ਼ਰੂਰ ਕਰਿਓ। ਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਪਰਮਵੀਰ ਬਾਠ ਸਾਹਿਬ ਦਾ ਸਵਾਗਤ ਕਰਦੇ। ਬਾਠ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ, ਤੁਹਾਡਾ ਧੰਨਵਾਦ। ਆ ਚੰਗਾ ਕੀਤਾ ਤੁਸੀਂ ਅੱਜ ਸਿਆਸਤ ਵਾਲੀ ਬੱਸ ਦੇ ਵਿੱਚ ਨਹੀਂ ਚੜ੍ਹਨ ਦਿੱਤਾ, ਬਾਹਰੋਂ ਜਿੰਦਰਾ ਮਾਰਤਾ, ਵਧੀਆ ਹੋਇਆ ਜੀ। ਕਿਉਂਕਿ ਉਧਰਲੇ ਪਾਸੇ ਚੜ੍ਹ ਜਾਈਏ ਤਾਂ ਫਿਰ ਕਦੇ ਕਦੇ ਉਹ ਸ਼ੀਸ਼ੇ ਦੇ ਵਿੱਚੋਂ ਬਾਂਹ ਬਾਹਰ ਕੱਢਣ ਨੂੰ ਜੀ ਕਰਦਾ। ਉਹ ਲਿਖ ਵੀ ਦਿੰਦੇ ਆ ਕਿ ਕੂਣੀ ਬਾਹਰ ਨਹੀਂ ਕੱਢਣੀ, ਕੂਣੀ ਬਾਹਰ ਨਹੀਂ ਕੱਢਣੀ। ਤੇ ਜੇ ਕਿਤੇ ਨਿਆਣਾ ਨਿੱਕਾ ਫੇਰ ਕੱਢ ਲੈ ਤੇ ਅਗਲਾ ਡਰਾਈਵਰ ਉਹ ਸ਼ੀਸ਼ੇ 'ਚੋਂ ਦੇਖ ਕੇ ਉਹ ਬੀਬੀ ਜੀ ਨਿਆਣੇ ਦੀ ਕੂਣੀ ਜਿਹੜੀ ਅੰਦਰਲੇ ਪਾਸੇ ਨੂੰ ਕਰੋ। ਬਿਲਕੁਲ। ਹੁਣ ਬੈਨੀਪਾਲ ਸਾਹਿਬ, ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਨਾ, ਤਾਂ ਪੰਜਾਬ ਦਾ ਘਰ ਚੇਤੇ ਆ ਜਾਂਦਾ। ਘਰ ਉਹ ਮੇਰਾ ਨਹੀਂ, ਤੁਹਾਡਾ ਨਹੀਂ, ਸਾਰਿਆਂ ਦਾ ਸਾਡਾ ਘਰ। ਉਹ ਘਰ ਛੋਟਾ ਹੋ ਸਕਦਾ, ਉਹ ਘਰ ਵੱਡਾ ਹੋ ਸਕਦਾ, ਸਾਧਨ ਦੋ ਥੋੜ੍ਹੇ ਹੋ ਸਕਦੇ, ਦੋ ਬਹੁਤੇ ਹੋ ਸਕਦੇ, ਪਰ ਘਰ ਹੀ ਹੁੰਦਾ ਜੀ। ਹੁਣ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਲੋਕ, ਉਹਨਾਂ ਦੀ ਸਰਗਰਮੀ ਗਤੀਵਿਧੀ ਬਣੀ ਰਹਿੰਦੀ ਹੈ। ਹੁਣ ਇੱਕ ਅੰਦਾਜ਼ਾ ਲਾਓ ਮੋਟਾ ਜੀ, ਇੱਕ ਕਲਪਨਾ ਕਰੋ ਕਿ ਘਰ ਦਾ ਗੇਟ, ਬੂਹਾ, ਬਾਰ, ਉਹ ਜਦੋਂ ਖੁੱਲ੍ਹਦਾ ਹੈ, ਆਪਾਂ ਕਿਤੋਂ ਬਾਹਰੋਂ ਆਉਂਦੇ ਹਾਂ ਤੇ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਕਲੀਅਰ ਹੁੰਦੀਆਂ ਕਿ ਉਹ ਇੱਥੇ ਕੀ ਹੋਣੀਆਂ। ਖਾਸ ਤੌਰ ਦੇ ਉੱਤੇ ਚੌਂਕਾ ਜੇ ਖੱਬੇ ਪਾਸੇ ਤਾਂ ਖੱਬੇ ਪਾਸੇ ਹੋਣਾ। ਜੇ ਆਪਾਂ ਨੂੰ ਪਤਾ ਹੈ ਕਿ ਬੀਬੀਆਂ ਨੇ ਝਾੜੂ ਫੇਰ ਕੇ ਉਹ ਬਾਂਸ ਵਾਲਾ ਝਾੜੂ ਜਿਹੜਾ ਇੱਧਰਲੇ ਪਾਸੇ ਨੁੱਕਰੇ ਰੱਖਿਆ ਹੋਣਾ ਤਾਂ ਉੱਥੇ ਹੋਣਾ ਜੀ। ਗਮਲਾ ਇੱਥੇ ਪਿਆ ਤਾਂ ਇੱਥੇ ਹੋਣਾ। ਜੇ ਛੱਤ ਤੋਂ ਪਰਨਾਲਾ ਜਿਹੜਾ ਆਉਂਦਾ ਹੁੰਦਾ ਸੀ ਕਿ ਉਹ ਇੱਥੇ ਕੀ ਹੋਣਾ, ਉਹ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਜੀ। ਜੇ ਪੁਰਾਣਾ ਕੋਈ ਸਾਈਕਲ ਖੜਾ ਤਾਂ ਇੱਧਰਲੇ ਪਾਸੇ ਹੋਣਾ। ਪਰ ਘਰ ਦੇ ਜਿਹੜੇ ਜੀ ਆ ਨਾ, ਉਹਨਾਂ ਦੀ ਸਥਿਤੀ ਬਦਲਦੀ ਰਹਿੰਦੀ ਸੀ। ਹੋ ਸਕਦਾ ਕਿ ਕਮਾਊ ਜੀ ਜਿਹੜਾ ਘਰ ਦਾ ਬਾਪੂ, ਕੋਈ ਚਾਚਾ, ਕੋਈ ਤਾਇਆ, ਉਹ ਹੋ ਸਕਦਾ ਘਰੇ ਹੋਵੇ, ਹੋ ਸਕਦਾ ਖੇਤ ਗਿਆ ਹੋਵੇ, ਹੋ ਸਕਦਾ ਕੰਮ ਤੇ ਹੋਵੇ। ਜਿਹੜੀ ਘਰ ਦੀ ਸੁਆਣੀ ਆ, ਜਿਹਨੇ ਦੌੜ ਭੱਜ ਕੇ ਸਾਰਾ ਦਿਨ ਸਵੇਰੇ ਉੱਠ ਕੇ ਸ਼ਾਮ ਤੱਕ ਕੰਮ ਕਰਨਾ, ਹੋ ਸਕਦਾ ਝਾੜੂ ਫੇਰਦੀ ਹੋਵੇ, ਹੋ ਸਕਦਾ ਚੌਂਕੇ 'ਚ ਹੋਵੇ, ਹੋ ਸਕਦਾ ਅੰਦਰ ਹੋਵੇ, ਹੋ ਸਕਦਾ ਕਿ ਸਵੇਰ ਦੀ 2-4 ਘੰਟੇ ਕੰਮ ਕਰਕੇ ਥੱਕ ਟੁੱਟ ਕੇ ਉਹ ਲੱਕ ਸਿੱਧਾ ਕਰਨ ਲਈ ਮੰਜੇ ਤੇ ਪਈ ਹੋਵੇ ਜੀ। ਪਰ ਇੱਕ ਚੀਜ਼ ਜਿਹੜੀ ਹੈ, ਦਾਦਾ ਜਾਂ ਦਾਦੀ, ਖਾਸ ਤੌਰ ਤੇ ਦਾਦੀ, ਉਹ ਤੁਹਾਨੂੰ ਕਲੀਅਰ ਹੀ ਹੁੰਦਾ ਕਿ ਜੇ ਤਾਂ ਸਿਆਲ ਆ ਫਿਰ ਮੰਜੀ ਧੁੱਪੇ ਹੋਣੀ ਆ ਜੀ, ਤੇ ਦਾਦੀ ਉਹਦੇ ਤੇ ਜਾਂ ਤਾਂ ਮਾੜੀ ਜੀ ਅਧਲੇਟੀ ਹੋਊਗੀ ਤੇ ਜਾਂ ਬੈਠੀ ਹੋਊਗੀ ਤੇ ਮਾਲਾ ਨੂੰ ਹੌਲੀ ਹੌਲੀ ਐਂ ਕਰਦੀ ਹੋਣਾ। ਤੇ ਜੇ ਗਰਮੀਆਂ ਹੋਣਗੀਆਂ ਤਾਂ ਵਿਹੜੇ ਦੇ ਵਿੱਚ ਧੁੱਪ ਹੋਣੀ ਆ, ਤੇ ਜਿੱਥੇ ਕਿਤੇ ਛਾਂ ਆ, ਘਰ ਦੇ ਵਿਹੜੇ ਦੇ ਵਿੱਚ ਕੋਈ ਦਰਖਤ ਹੈਗਾ ਤੇ ਉਸ ਦਰਖਤ ਦੇ ਥੱਲੇ ਉਹਦੀ ਕੁਰਸੀ ਹੋਊਗੀ, ਜਾਂ ਪੀੜੀ ਹੋਊਗੀ, ਜਾਂ ਮੰਜੀ ਹੋਊਗੀ, ਤੇ ਕੋਲ ਫਿਰ ਪੱਖੀ ਹੋਊਗੀ। ਇਸੇ ਤਰੀਕੇ ਦਾਦਾ ਜੀ। ਹੁਣ ਦਾਦਾ ਆਮ ਤੌਰ ਦੇ ਉੱਤੇ, ਜੇ ਦਾਦਾ ਘਰੇ ਰਹਿਣ ਜੋਗਾ, ਜਾਨੀ ਹੁਣ ਬਾਹਰ ਬਹੁਤਾ ਨਹੀਂ ਜਾਂਦਾ, ਤਾਂ ਦਾਦੀ ਵਾਲੀ ਸਥਿਤੀ 'ਚ ਹੋਣਾ ਜੀ। ਤੇ ਜੇ ਘਰੋਂ ਬਾਹਰ ਜਾਂਦਾ ਤੇ ਫਿਰ ਹੋ ਸਕਦਾ ਕਿ ਭਾਈ ਗੁਆਂਢ ਦੇ ਵਿੱਚ ਚੌਂਕ ਦੇ ਕੋਲੇ ਜਿੱਥੇ ਹੋਰ 2-4 ਬਜ਼ੁਰਗ ਬੈਠੇ ਆ, ਉੱਥੇ ਬੈਠੇ ਹੋਣ। ਹੁਣ ਉਹ ਜਿਹੜੀਆਂ ਦੋ ਸ਼ਖਸੀਅਤਾਂ ਨੇ ਜੀ, ਉਹਨਾਂ ਦੇ ਵਿੱਚੋਂ ਵੀ ਆਪਾਂ ਦਾਦੀ ਤੋਂ ਸਟਾਰਟ ਕਰਦੇ ਹਾਂ ਜੀ। ਕਿਉਂਕਿ ਦਾਦੀ ਦਾ ਜਿਹੜਾ ਮਸਲਾ ਨਾ, ਉਹ ਬੜਾ ਸਾਡੇ ਤੁਹਾਡੇ ਸਾਰਿਆਂ ਲਈ ਇੱਕ ਬੜਾ ਸੰਜੀਦਾ ਮਸਲਾ ਹੈ। ਹੁਣ ਅੱਜ ਆਪਾਂ ਚੇਤੇ ਕਰਨਾ ਹੈ, ਘਰ ਦੇ ਵਿੱਚ ਦਾਦੀ ਨੂੰ ਚੇਤੇ ਕਰਨਾ, ਉਹਦੇ ਤੋਂ ਬਾਅਦ ਦਾਦੇ ਨੂੰ ਵੀ ਚੇਤੇ ਕਰਾਂਗੇ, ਨਾਨੇ ਨੂੰ ਤੇ ਨਾਨੀ ਨੂੰ ਵੀ ਚੇਤੇ ਕਰਾਂਗੇ। ਹੁਣ ਦਾਦੀ ਦੇ ਨਾਲ ਜੁੜੀਆਂ ਤੁਹਾਡੀਆਂ ਕੁਝ ਯਾਦਾਂ ਹੋਣਗੀਆਂ, ਕੁਝ ਸਾਡੀਆਂ ਯਾਦਾਂ ਹੋਣਗੀਆਂ। ਹੁਣ ਦਾਦੀ ਹੁੰਦੀ ਹੈ ਜੀ, ਉਹ ਕਿਹੋ ਜਿਹੀ ਵੀ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਕਈ ਵਾਰੀ ਖਰਬਾ ਬੋਲਦੀ ਹੋਵੇ, ਪਰ ਆਪਣੇ ਨਿੱਕੇ ਨਿਆਣੇ ਲਈ ਚੰਗੀ ਹੁੰਦੀ ਹੈ। ਹੁਣ ਬੈਨੀਪਾਲ ਸਾਹਿਬ ਦੇਖੋ, ਇੱਕ ਅੱਧੀ ਗੱਲ ਮੈਂ ਸ਼ੇਅਰ ਕਰ ਦਿੰਦਾ, ਸਾਂਝੀ ਕਰ ਦਿੰਦਾ, ਇੱਕ ਅੱਧੀ ਫਿਰ ਤੁਸੀਂ ਕਰ ਦਿਓ। ਇੱਕ ਇੱਕ ਕਰਕੇ ਆਪਾਂ ਇਹਦੀ ਵੱਟ ਬਣਾ ਕੇ ਖੇਤ ਦੇ ਪਰਲੇ ਪਾਸੇ ਪਹੁੰਚ ਜਾਣਾ ਜੀ। ਤਾਂ ਵਿੱਚ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਪਰਿਵਾਰ ਦੇ ਜਿਹੜੇ ਸਾਡੇ ਮੈਂਬਰ ਨੇ, ਉਹਨਾਂ ਦੀਆਂ ਟਿੱਪਣੀਆਂ ਤਾਂ ਨਾਲ ਦੇ ਨਾਲ ਆਉਣੀਆਂ ਹੀ ਆ ਜੀ। ਹੁਣ ਮੈਂ ਸੋਚ ਰਿਹਾ ਸੀ ਕਿ ਦਾਦੀ ਇੱਕ ਐਸਾ ਕਰੈਕਟਰ ਹੈ, ਇੱਕ ਐਸਾ ਚਰਿੱਤਰ ਹੈ, ਘਰ ਦਾ ਇੱਕ ਐਸਾ ਅੰਗ ਹੈ ਜਿਹਦੇ ਤੋਂ ਅਸੀਂ ਹਮੇਸ਼ਾ ਉਮੀਦ ਰੱਖਦੇ ਹਾਂ। ਉਹ ਸਾਡੇ ਤੋਂ ਕਦੇ ਉਮੀਦ ਨਹੀਂ ਰੱਖਦੀ ਜੀ। ਸਾਨੂੰ ਪਤਾ ਹੁੰਦਾ ਕਿ ਭਾਈ ਦਾਦੀ ਇੱਥੇ ਬੈਠੀ ਤੇ ਇੱਥੇ ਬੈਠੀ ਮਿਲੂਗੀ ਜੀ। ਸਾਨੂੰ ਇਹ ਵੀ ਪਤਾ ਹੁੰਦਾ ਕਿ ਬਾਕੀ ਘਰ ਦੇ ਕਿਤੇ ਮਾਈਏ ਤੇ ਕਿਤੇ ਭੋਗ ਤੇ ਕਿਤੇ ਵਿਆਹ ਤੇ ਗਏ ਹੋਣਗੇ, ਪਰ 90% ਦੀ ਦਾਦੀ ਸਾਨੂੰ ਘਰੇ ਮਿਲੂ ਜੀ। ਸਾਨੂੰ ਇਹ ਪਤਾ ਹੁੰਦਾ ਕਿ ਉਹਨੇ ਕਦੇ ਸਾਨੂੰ ਝਿੜਕਣਾ ਨਹੀਂ ਜੀ। ਉਹਨੇ ਸਾਨੂੰ ਪਾਣੀ ਧਾਣੀ ਵੀ ਪੁੱਛਣਾ। ਹੋ ਸਕਦਾ ਕਿ ਅਸੀਂ ਬਾਹਰੋਂ ਕਿਸੇ ਨਾਲ ਲੜ ਭਿੜ ਕੇ ਆਈਏ ਹੋਵੇ, ਹੋ ਸਕਦਾ ਕਿ ਅਸੀਂ ਕਾਰੋਬਾਰ ਦੇ ਵਿੱਚ ਘਾਟਾ ਖਾ ਕੇ ਆਏ ਹੋਈਏ, ਹੋ ਸਕਦਾ ਕਿ ਬਾਹਰ ਕਿਸੇ ਨਾਲ ਤਲਖ ਕਲਾਮੀ ਹੋ ਗਈ ਹੋਵੇ, ਗਰਮੀ ਲੱਗੀ ਹੋਵੇ, ਠੰਡ,
ਸਾਡਾ ਮੂਡ ਹੋ ਸਕਦਾ ਕਿ ਭਾਈ ਜਾ ਕੇ ਮੜ ਜਾ ਆਰਾਮ ਕਰੀਏ, ਸਵੇਰ ਦੇ ਥੱਕੇ ਟੁੱਟੇ ਆ, ਪਰ ਦਾਦੀ ਨੇ ਘਰ ਵੜਦਿਆਂ ਨੂੰ ਪੁੱਛਣਾ ਹੈ ਕਿ ਪੁੱਤ ਧੀ ਠੀਕ ਹੈ, ਕੰਮ ਕਰ, ਤੇਰਾ ਦਿਨ ਠੀਕ ਨਿਪੜਿਆ, ਉਹ ਚੱਕ ਕੇ ਘੜੇ ਦੇ ਵਿੱਚੋਂ ਜਾਂ ਫਰਿੱਜ ਦੇ ਵਿੱਚੋਂ ਲੈ ਕੇ ਪਾਣੀ ਪੀ ਲਾ, ਤੇ ਹੋ ਸਕਦਾ ਕਿ ਬਾਜ ਮਾਰ ਕੇ ਸਿਰ ਤੇ ਹੱਥ ਵੀ ਫੇਰੇ ਜੀ। ਉਹ ਦਾਦੀ ਦਾ ਸਾਡੇ ਸਿਰ ਤੇ ਫੇਰਿਆ ਹੱਥ, ਉਹਦੇ ਹੱਥਾਂ ਦੀ ਉਹ ਸ਼ੋਅ, ਉਹ ਨਿੱਘ, ਉਹ ਆਪਣੱਤ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਕਮਾਲ ਦੀ ਹੁੰਦੀ ਸੀ। ਰਿਐਕਸ਼ਨ ਦੇਖੋ ਬੈਨੀਪਾਲ ਸਾਹਿਬ ਕੀ ਹੁੰਦੇ ਸੀ, ਜੇ ਕਹਿ ਵੀ ਦੇਣਾ ਕਿ ਅੱਜ ਨਹੀਂ ਠੀਕ, ਉਹ ਕੰਮ ਇਦਾਂ ਹੋ ਗਿਆ, ਖਰਵੇ ਪੈ ਜੀ ਦਾ ਕਿ ਯਾਰੀ ਮੋਹਰੇ ਉਹੀ ਕੋਮਲਤਾ ਹੁੰਦੀ ਸੀ, ਉਹੀ ਸੌਫਟਨੈਸ ਹੁੰਦੀ ਸੀ ਉਹਦੇ ਵਿੱਚ। ਕੋਈ ਨਹੀਂ ਪੁੱਤ, ਉਹ ਇਹ ਚੱਲਦਾ ਰਹਿੰਦਾ, ਕੋਈ ਗੱਲ ਨਹੀਂ, ਮਹਾਰਾਜ ਤਰੱਕੀਆਂ ਬਖਸ਼ੂਗਾ, ਕੋਈ ਗੱਲ ਨਹੀਂ, ਉਹਨੂੰ ਛੱਡ ਪਰਾਂ, ਤੂੰ ਆਰਾਮ ਕਰ, ਉੱਥੋਂ ਰੋਟੀ ਲੈ ਕੇ ਖਾ ਲਾ, ਉਹ ਪਕਾ ਕੇ ਉੱਥੇ ਰੱਖ ਕੇ ਗਈ ਆ ਜਾਣਾ ਉਹਨੇ 10 ਮਿੰਟਾਂ 'ਚ। ਤੇ ਜੇ ਬੰਦਾ ਇਹ ਕਵੇ ਕਿ ਅੱਜ ਵਧੀਆ ਹੋ ਗਿਆ, ਅੱਜ ਸਮਾਨ ਵੀ ਵਿਕ ਗਿਆ, ਅੱਜ ਕਣਕ ਵੀ ਚੰਗੀ ਹੋ ਗਈ, ਮੰਡੀ ਜਿਹੜੀ ਵੇਚ ਆਏ ਆ, ਪੈਸੇ ਵੀ ਲਾਹ ਆਏ ਆ, ਤੇ ਫਿਰ ਇਹ ਕਹਿਣਾ ਕਿ ਕੋਈ ਗੱਲ ਨਹੀਂ, ਆ ਗੁਰੂ ਘਰ ਜਿਹੜਾ ਨਾ ਦਸਵੰਧ ਜ਼ਰੂਰ ਕੱਢ ਕੇ ਆਉਣਾ ਹੈ, ਰੱਬ ਤਰੱਕੀਆਂ ਬਖਸ਼ੂਗਾ। ਜਾਣੀ ਕਿ ਮੈਂ ਸੋਚਦਾ ਸੀ ਕਿ ਇੰਨੀ ਭਰਪੂਰਤਾ ਸਾਡੇ ਬਜ਼ੁਰਗਾਂ 'ਚ ਕਿੱਦਾਂ ਸੀ ਜੀ, ਇੰਨੀ ਨਿਮਰਤਾ ਸਾਡੇ ਬਜ਼ੁਰਗਾਂ 'ਚ ਕਿੱਦਾਂ ਸੀ, ਉਹ ਕੀ ਮਾਹੌਲ ਸੀ ਉਹਨਾਂ ਦੇ ਅੰਦਰ, ਐਸੀ ਕਿਹੜੀ ਤੋਪ ਫਿੱਟ ਕੀਤੀ ਸੀ ਕਿ ਨਾ ਪੱਖੀ ਤੋਂ ਨਾ ਪੱਖੀ ਸਥਿਤੀ ਦੇ ਵਿੱਚ ਵੀ ਸਹਿਜ, ਬਹੁਤ ਜ਼ਿਆਦਾ ਖੁਸ਼ੀ ਵਾਲੇ ਮੌਕੇ ਤੇ ਵੀ ਸਹਿਜ, ਤੇ ਹਮੇਸ਼ਾ ਉਹਨਾਂ ਦੀ ਸਹਿਜਤਾ ਜਿਹੜੀ ਹੈ ਸਾਡੀ ਪੱਥ ਪ੍ਰਦਰਸ਼ਕ ਬਣਦੀ ਸੀ। ਪਹਿਲੀ ਗੱਲ ਤੇ ਬਾਠ ਸਾਹਿਬ, ਉਹ ਲੋਕ ਬੜੇ ਭਾਗਾਂ ਵਾਲੇ ਆ, ਕਿਸਮਤ ਵਾਲੇ ਆ ਜੀ, ਜਿਨ੍ਹਾਂ ਨੂੰ ਬਜ਼ੁਰਗਾਂ ਦਾ ਪਿਆਰ, ਮੁਹੱਬਤ ਤੇ ਸਤਿਕਾਰ ਮਿਲਿਆ, ਜਿਨ੍ਹਾਂ ਦੇ ਘਰਾਂ ਵਿੱਚ ਦਾਦਾ ਦਾਦੀ ਸੀ ਜਾਂ ਹੈਗੇ ਆ। ਬਹੁਤ ਸਾਰੇ ਸਾਡੇ ਵਰਗੇ ਅਭਾਗੇ ਵੀ ਹੋਣਗੇ ਜਿਨ੍ਹਾਂ ਨੇ ਨਾ ਆਪਣਾ ਦਾਦਾ ਦੇਖਿਆ, ਨਾ ਆਪਣੀ ਦਾਦੀ ਦੇਖੀ। ਬਜ਼ੁਰਗਾਂ ਦੀਆਂ ਇੱਕ ਗੱਲਾਂ ਤਾਂ ਆਪਾਂ ਨੂੰ ਸੁਣਨ ਤੇ ਵੇਖਣ ਨੂੰ ਮਿਲਦੀਆਂ ਨੇ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਦੁਆਵਾਂ ਹੀ ਨੇ ਜੀ। ਤੁਸੀਂ ਬਾਹਰੋਂ ਥੱਕੇ ਆਏ, ਟੁੱਟੇ ਆਏ, ਹਾਰੇ ਆਏ, ਕਿਸੇ ਨਾਲ ਲੜ ਕੇ ਆਏ, ਝਗੜ ਕੇ ਆਏ, ਉਹਨਾਂ ਨੇ ਹਮੇਸ਼ਾ ਤੁਹਾਡੇ ਸਿਰ ਤੇ ਹੱਥ ਪਿਆਰ ਨਾਲ ਰੱਖਣਾ ਹੈ। ਮੰਜੇ ਤੇ ਬੈਠ ਗਏ ਤਾਂ ਫਿਰ ਤਾਂ ਗੱਲ ਹੀ ਵੱਖਰੀ ਹੈ, ਉਹਨਾਂ ਨੇ ਬੁੱਕਲ 'ਚ ਲੈਣਾ। ਜੇ ਨਹੀਂ ਵੀ ਬੈਠੇ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਇੱਕ ਬਜ਼ੁਰਗ ਸਰੀਰ ਦੀ, ਬਿਰਧ ਸਰੀਰ ਦੀ, ਕਿ ਇੱਕ ਵਾਰੀ ਮੇਰੇ ਕੋਲ ਤਾਂ ਆ ਜੇ, ਜੇ ਮੇਰੇ ਨਾਲ ਇਹ ਜੱਫੀ ਮੇਰੀ ਗਲਵੱਕੜੀ 'ਚ ਨਹੀਂ ਆਉਂਦਾ, ਮੈਂ ਸਿਰ ਤੇ ਤਾਂ ਹੱਥ ਰੱਖ ਦਿਆਂ। ਪਰ ਬਹੁਤ ਸਾਰੇ ਕਹਿਣਗੇ ਬੇਬੇ ਤੂੰ ਤਾਂ ਮੇਰੀ ਪੱਗ ਹੀ ਖਰਾਬ ਕਰਤੀ ਜੀ। ਕਈ ਕਹਿਣਗੇ ਬੇਬੇ ਮੈਂ ਤਾਂ ਵਾਲ ਹੁਣ ਬਣਵਾ ਕੇ ਆਇਆ ਸੀ, ਜੈਲ ਲਾਈ ਸੀ, ਕਿਉਂਕਿ ਉਹਨਾਂ ਨੇ ਜਿੰਨੀ ਦੇਰ ਦੋਵੇਂ ਹੱਥ ਰੱਖ ਕੇ ਨਾ ਪਿਆਰ ਦਿੰਦੀਆਂ ਨਹੀਂ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਮੈਂ ਇਹਨਾਂ ਨਾਲ ਨਿੱਘਦਾ ਮੇਰਾ ਇੱਕ ਦੂਸਰੇ ਨਾਲ ਰਾਬਤਾ ਕਾਇਮ ਹੋ ਗਿਆ। ਇਸੇ ਤਰੀਕੇ ਨਾਲ ਜਿਹੜੇ ਬਜ਼ੁਰਗ ਦਾਦਾ ਦਾਦੀਆਂ ਦੀ ਤੁਸੀਂ ਗੱਲ ਕੀਤੀ ਹੈ, ਨਾਨਾ ਨਾਨੀ ਵੀ ਹੋ ਸਕਦੇ ਆ, ਬਜ਼ੁਰਗਾਂ ਦੀ ਗੱਲ ਕਰ ਰਹੇ ਆ, ਗ੍ਰੈਂਡ ਪੇਰੈਂਟਸ ਨੇ ਜਿਹੜੇ, ਕਿਸੇ ਦਾ ਵਿਆਹ ਹੋਵੇ, ਸ਼ਗਨ ਪਾਉਣ ਲੱਗਣਾ, ਤੁਸੀਂ ਦੇਖੋ ਕਿੰਨੀ ਜ਼ੋਰ ਨਾਲ ਉਹਨਾਂ ਨੇ ਪੱਗ ਦੱਬਣੀ ਹੈ ਜੀ। ਕਈ ਵਾਰੀ ਉਹਨੂੰ ਕਹਿਣਾ ਨਹੀਂ ਬੇਬੇ ਤੂੰ ਮੋਢੇ ਤੇ ਹੱਥ ਰੱਖੀ, ਹੋ ਜਾਂਦਾ ਹੁੰਦਾ ਨਾ। ਬੀਬੀਆਂ ਕਈ ਵਾਰੀ ਸਿਰ ਦੇ ਉੱਤੇ ਚੁੰਨੀ ਉਹ ਕਲਿੱਪ ਜਿਹਾ ਫਸਾ ਕੇ ਮਸੀਂ ਉਹ ਪੁੱਫ ਜਿਹਾ ਬਣਾਏ ਹੁੰਦੇ ਆ, ਤੇ ਉਹ ਫਿਰ ਬੀਬੀਆਂ ਨੂੰ ਹੁੰਦਾ ਕਿ ਖਿੱਲਰ ਨਾ ਜਾਣ, ਪਰ ਉਹਨਾਂ ਨੂੰ ਪਿਆਰ ਆਉਂਦਾ ਹੁੰਦਾ, ਉਹਨਾਂ ਨੂੰ ਪਿਆਰ ਹੁੰਦਾ। ਹੁਣ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਦੀ ਮੰਜੀ ਜਾਂ ਉਹਨਾਂ ਦੀ ਪੀੜ੍ਹੀ ਦਰਵਾਜ਼ੇ ਦੇ ਅੱਗੇ, ਹੁਣ ਇਹ ਤਾਂ ਉਹ ਹੋ ਗਏ ਜਿਹੜੇ ਉਮਰ ਦਰਾਜ ਹੋ ਗਏ, ਪਰ ਮੈਂ ਵੇਖਿਆ ਕਿ ਦਾਦੇ 50 ਸਾਲਾਂ 'ਚ 55 ਸਾਲਾਂ 'ਚ ਹੀ ਬਣ ਜਾਂਦੇ ਨੇ ਆਮ ਤੌਰ ਤੇ ਜੀ। ਜਿਹੜੇ ਉਹ ਦਾਦਾ ਦਾਦੀ ਵੀ ਨੇ, ਅੱਜ ਮੈਨੂੰ ਲੱਗਦਾ ਕਿ ਜਿਹੜੀ ਨਵੀਂ ਪਨੀਰੀ ਆ, ਆਪਾਂ ਨੂੰ ਤਾਂ ਇਹ ਚੰਗੀ ਗੱਲ ਦਾ ਪਤਾ ਹੈ, ਜਿਹੜੀ ਆਪਣੇ ਤੋਂ ਅਗਲੀ ਪੀੜ੍ਹੀ ਹੈ, ਹੋ ਸਕਦਾ ਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਹੈਗਾ ਕਿ ਮੇਰੇ ਦਾਦਾ ਦਾਦੀ ਨੇ ਜੀ, ਜਾਂ ਉਹਨੂੰ ਵੱਡੇ ਪਾਪਾ ਵੱਡੀ ਮੌਮ ਕਹਿੰਦੇ ਨੇ, ਜਾਂ ਬੀਬੀ ਬਾਪੂ ਜੀ ਵੀ ਕਹਿੰਦੇ ਨੇ, ਪਰ ਉਹਨਾਂ ਨੇ ਬਹੁਤਿਆਂ ਨੇ ਆਪਣੇ ਦਾਦਾ ਦਾਦੀ ਦਾ ਨਿੱਘ ਮਾਣਿਆ ਨਹੀਂ। ਉਹਦਾ ਕਾਰਨ ਇਹ ਹੈ ਕਿ ਸਾਡੇ ਪਰਿਵਾਰ ਅੱਗੇ ਵਾਂਗੂ ਇਕੱਠੇ ਬਹੁਤ ਘੱਟ ਰਹਿੰਦੇ ਆ ਜੀ। ਕਈ ਵਾਰੀ ਸਾਨੂੰ ਨੌਕਰੀ ਪੇਸ਼ੇ ਵਾਸਤੇ ਕਿਸੇ ਦੂਰ ਦਰਾਡੇ ਸ਼ਹਿਰ ਵਿੱਚ ਵੀ ਜਾਣਾ ਪੈਂਦਾ, ਉਹ ਕਦੇ ਕਦਾਈ ਤਾਂ ਦਾਦਾ ਦਾਦੀ ਕੋਲ ਆਉਂਦੇ ਆ, ਜਾਂ ਦਾਦਾ ਦਾਦੀ ਉਹਨਾਂ ਕੋਲ ਜਾਂਦੇ ਆ। ਦਾਦੇ ਦਾਦੀਆਂ ਦਾ ਪਿਆਰ ਨਹੀਂ ਘਟਿਆ, ਉਹਨਾਂ ਨੂੰ ਤਾਂ ਇਹ ਹੁੰਦਾ ਕਿ ਸਾਡਾ ਪੁੱਤ, ਸਾਡਾ ਧੀ ਜਿਹਨੂੰ ਅਸੀਂ ਜਵਾਨ ਕੀਤਾ ਸੀ, ਅਸੀਂ ਉਹਦੇ ਨਾਲ ਸਮਾਂ ਵੱਧ ਤੋਂ ਵੱਧ ਬਿਤਾਈਏ। ਪਰ ਕਈ ਮਜਬੂਰੀਆਂ ਨੇ, ਹੋ ਸਕਦਾ ਕਿ ਉਹ ਪੌਣ ਪਾਣੀ, ਉਸ ਥਾਂ ਦੀ ਤੰਗੀ ਜਿੱਥੇ ਉਹ ਜਾ ਕੇ ਕੰਮ ਤੇ ਲੱਗ ਗਏ, ਉੱਥੇ ਉਹ ਲਿਜਾ ਨਾ ਸਕਦੇ ਹੋਣ। ਪਰ ਪਿੰਡਾਂ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਸਾਂਝੇ ਪਰਿਵਾਰ ਹੌਲੀ ਹੌਲੀ ਖਿਲਰੇ ਆ। ਸਭ ਤੋਂ ਵੱਡੀ ਦੁਖਾਂਤ ਦੀ ਗੱਲ ਇਹ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਉਹ ਤੀਲਾ ਜੋੜ ਕੇ ਮਕਾਨ ਨੂੰ ਘਰ ਬਣਾਇਆ ਹੁੰਦਾ, ਜਿਨ੍ਹਾਂ ਦੀਆਂ ਇੱਛਾਵਾਂ ਬਹੁਤ ਹੁੰਦੀਆਂ ਨੇ ਕਿ ਸਾਡੀ ਔਲਾਦ ਹੋਵੇ, ਸਾਡੇ ਪੋਤੇ ਹੋਣ, ਸਾਡੇ ਦੋਤੇ ਹੋਣ, ਸਾਡੀਆਂ ਪੋਤੀਆਂ ਹੋਣ, ਉਹਨਾਂ ਨੂੰ ਅਸੀਂ ਖੜਾਈਏ। ਕਿਉਂਕਿ ਆਮ ਤੌਰ ਤੇ ਦੇਖਿਆ ਕਿ ਪੁਰਾਣੇ ਵੇਲਿਆਂ ਦੇ ਵਿੱਚ ਇਹ ਗੱਲ ਆਮ ਜੀ ਇੱਕ ਧਾਰਨਾ ਜੀ ਬਣੀ ਹੋਈ ਹੈ ਕਿ ਸੱਸ ਤੇ ਨੂੰਹ ਦੀ ਆਪਸ ਦੇ ਵਿੱਚ ਬਹੁਤ ਖੜਕਦੀ ਰਹਿੰਦੀ। ਕਿਉਂਕਿ ਜਿਹੜੇ ਵੇਲੇ ਵਿੱਚ ਹੁਣ ਸੱਸ ਜਿਹੜੀ ਨੂੰਹ ਹੁੰਦੀ ਸੀ, ਜਦੋਂ ਉਹਦੇ ਨਾਲ ਵੀ ਇਸ ਤਰ੍ਹਾਂ ਹੁੰਦਾ ਰਿਹਾ, ਕਈ ਵਾਰੀ ਤਾਂ ਬਦਲਾ ਲਊ ਭਾਵਨਾ ਨਾਲ ਹੀ ਇਹ ਕੰਮ ਚੱਲੀ ਜਾਂਦਾ ਸੀ, ਚੱਕਦੀ ਫੱਟੇ। ਕਈ ਵਾਰੀ ਇਹ ਹੁੰਦਾ ਸੀ ਜਿਹੜੀਆਂ ਵਿਚਾਰੀਆਂ ਉਹ ਅੱਜ ਦਾਦੀਆਂ ਬਣੀਆਂ ਹੋਈਆਂ ਨੇ, ਪੁਰਾਣਿਆਂ ਦੀ ਗੱਲ ਕਰਦਾ, ਉਹ ਪੜ੍ਹੀਆਂ ਲਿਖੀਆਂ ਨਹੀਂ ਸੀ, ਪਰ ਜਦੋਂ ਇੱਕ ਪੜ੍ਹਿਆ ਲਿਖਿਆ ਪੋਜ ਆ ਗਿਆ, ਕਈ ਵਾਰੀ ਉਹਨਾਂ ਦੀ ਸੋਚ ਦਾ ਆਪਸ ਦੇ ਵਿੱਚ ਤਾਲਮੇਲ ਨਾਲ ਬੈਠਣਾ। ਉਹਨੇ ਕਹਿਣਾ ਪੁੱਤ ਮੇਰਾ, ਮੈਂ ਜੰਮਿਆ ਕਿ ਪਹਿਲਾਂ ਤੂੰ ਆਈ ਸੀ। ਗੱਲ ਕੁਛ ਵੀ ਨਹੀਂ, ਗੱਲ ਤਾਂ ਸਮਝਣ ਦੀ ਹੈ ਕਿ ਦੇਖੋ ਉਹਨੂੰ ਵੀ ਲੜ ਲਾ ਕੇ ਲਿਆਂਦਾ, ਉਹ ਵਿਆਹ ਕੇ ਲਿਆਂਦੀ ਹੈ, ਉਹਦਾ ਵੀ ਹੱਕ ਹੈ, ਪਰ ਉਹ ਮਾਂ ਏ, ਉਹਦਾ ਵੀ ਹੱਕ ਹੈ। ਇਹ ਦੋਨਾਂ ਦੀ ਲੜਾਈ ਦੇ ਵਿੱਚ ਕਿਤੇ
ਪੋਤਾ ਪੋਤੀ ਨਾ ਆਪਣੇ ਦਾਦੇ ਦਾਦੀ ਤੋਂ ਦੂਰ ਹੋ ਜਾਂਦੇ ਸੀ। ਉਹ ਆਮ ਹੀ ਦੇਖਣ ਵਿੱਚ ਆਉਂਦਾ ਸੀ। ਉਹਨਾਂ ਨੇ ਕਹਿਣਾ, ਕਿਉਂਕਿ ਜਦੋਂ ਉਹ ਜਿਹੜੀਆਂ ਉਹ ਕੁਝ ਪਰਸੈਂਟ ਹੋਣਗੇ ਸਾਰੇ ਪਰਿਵਾਰ ਨਹੀਂ, ਉਹਨੇ ਕਹਿਣਾ ਬੁੜਾ ਜਾਂ ਬੁੜੀ ਤਾਂ ਬੋਲਣੋਂ ਨਹੀਂ ਹਟਦੇ। ਫਿਰ ਉਹ ਜਿਹੜੇ ਪੋਤੇ ਪੋਤੀਆਂ ਸੀ ਨਾ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿ ਅਸੀਂ ਮਾਂ ਨੂੰ ਪਿਆਰ ਕਰੀਏ, ਜੱਫੀ 'ਚ ਲਈਏ ਜਾ ਕੇ, ਜਾਂ ਦਾਦਾ ਦਾਦੀ ਦੀ ਬੁੱਕਲ 'ਚ ਜਾ ਕੇ ਬੈਠੀਏ। ਕਈ ਵਾਰੀ ਪੋਤੇ ਪੋਤੀਆਂ ਪਿਆਰ ਕਰਦੇ ਨੇ ਦਾਦੇ ਦਾਦੀ ਨੂੰ, ਪਰ ਜਦੋਂ ਮਾਂ ਵੱਲ ਨਜ਼ਰ ਮਾਰਦੇ ਆ ਉਹਨੂੰ ਲੱਗਦਾ ਕਿ ਨਹੀਂ ਹੁਣ ਘੁਰਕੀ ਆਈ। ਹਾਂ, ਉਹਦਾ ਵੇਲਣਾ ਛੇਤੀ ਚੱਲਣ ਲੱਗ ਜਾਂਦਾ। ਉਹ ਵੇਲਣੇ ਦੇ ਵਿੱਚ ਕਈ ਵਾਰੀ ਹੁੰਦਾ, ਅਸੀਂ ਨਾ ਕਿਤੇ ਵੇਲਣੇ 'ਚ ਆ ਜਾ ਕਹਿੰਦਾ ਵੇਲਣੇ 'ਚ ਬਾਂਹ ਆ ਗਈ ਜੀ। ਉਹ ਵੇਲਣੇ 'ਚ ਬਾਂਹ ਆਉਣ ਵਰਗੀ ਸਥਿਤੀ ਕਈ ਵਾਰੀ ਬੱਚਿਆਂ ਦੀ ਹੋ ਜਾਂਦੀ ਹੈ। ਟਿੱਪਣੀਆਂ ਤੁਸੀਂ ਵੀ ਲਿਖਿਓ ਕਿ ਵਾਕਈ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਕੋਈ ਗੁਜ਼ਰਿਆ। ਪਰ ਅਸੀਂ ਕਹਿੰਦੇ ਹਾਂ ਕਿ ਬਹੁਤੇ ਪਰਿਵਾਰਾਂ 'ਚ ਨਹੀਂ ਇਹ ਕੰਮ ਹੋਇਆ, ਥੋੜ੍ਹਿਆਂ 'ਚ ਹੁੰਦਾ, ਥੋੜ੍ਹਿਆਂ 'ਚ ਹੁੰਦਾ। ਪਰ ਇਹ ਹੈ ਵੀ ਪਰ ਉਹ ਬਜ਼ੁਰਗ ਨੇ ਨਾ ਜਿਹੜੇ, ਉਹਨਾਂ ਦਾ ਫਿਰ ਦਿਲ ਪੁੱਛਿਆ ਜਾਣੀ ਹੈ, ਕਿਉਂਕਿ ਅਸਲ ਦੇ ਵਿੱਚ ਦਿਲੋਂ ਉਹ ਨੂੰਹ ਨੂੰ ਵੀ ਮੁਹੱਬਤ ਕਰਦੇ ਆ, ਉਹ ਦਿਲੋਂ ਆਪਣੇ ਪੁੱਤ ਨੂੰ ਵੀ ਮੁਹੱਬਤ ਕਰਦੇ ਆ। ਤੇ ਪੋਤੇ ਪੋਤੀਆਂ ਕਹਿੰਦੇ ਨੇ ਮੂਲ ਨਾਲੋਂ ਵਿਆਜ ਤਾਂ ਜ਼ਿਆਦਾ ਪਿਆਰ ਹੁੰਦਾ ਉਹਨਾਂ ਨੂੰ। ਤਾਂ ਇਹ ਹੁੰਦਾ ਕਿ ਅਸੀਂ ਇਹਨਾਂ ਨੂੰ ਕਿੱਥੇ ਬਿਠਾ ਲਈਏ, ਕਿਹੜੀ ਇਹਨਾਂ ਨੂੰ ਚੀਜ਼ ਦੇ ਦਈਏ। ਕਈ ਵਾਰੀ ਖੀਸੇ 'ਚ ਪਾਏ ਹੋਏ ਨਾ ਪੰਜੀਆਂ ਦਸੀਆਂ ਹੁੰਦੀਆਂ ਸੀ ਜੀ, ਜਾਂ ਭਾਨ ਹੁੰਦੀ ਸੀ, ਉਹੀ ਖੜਕਾਈ ਜਾਣੀ, ਪੁੱਤ ਤੂੰ ਮੇਲੇ ਤਾਂ ਨਹੀਂ ਜਾਣਾ। ਉਹਨਾਂ ਨਾਲੇ ਪਤਾ ਹੁੰਦਾ ਕਿ 50-10 ਰੁਪਈਆਂ ਨਾਲੇ ਤਾਂ ਬਣਨਾ ਕੁਛ ਨਹੀਂ, ਪਰ ਉਹਨਾਂ ਨੂੰ ਇਸ ਗੱਲ ਦਾ ਧਰਵਾਸ ਸੋਚਦਾ ਨਹੀਂ ਮੈਂ ਇਹਨੂੰ ਕੁਝ ਦੇ ਕੇ ਭੇਜਣ ਲੱਗਿਆ, ਕਿਸੇ ਚੀਜ਼ ਨੂੰ ਦਿਲ ਕਰੂਗਾ ਖਰੀਦ ਲੂ। ਬਿਲਕੁਲ ਬੈਨੀਪਾਲ ਸਾਹਿਬ, ਉਹ ਜਿਹੜੀ ਨਾ ਇੱਕ ਉਹ ਕਸ਼ਮਕਸ਼ ਆ ਸਾਡੇ ਘਰਾਂ ਦੇ ਵਿੱਚ, ਉਹ ਅਸਲ 'ਚ ਤੰਗੀਆਂ ਦੀ ਹੁੰਦੀ। ਮੰਨ ਲਓ ਉਹ ਭਾਵੇਂ ਦਿਮਾਗ ਦੀਆਂ ਤੰਗੀਆਂ, ਭਾਵੇਂ ਵਿੱਤੀ ਤੰਗੀਆਂ, ਕਿਸੇ ਤਰ੍ਹਾਂ ਦੀਆਂ ਵੀ ਹੋ ਸਕਦੀਆਂ। ਉਹਦੇ ਵਿੱਚ ਕਈ ਵਾਰੀ ਨਿਆਣਾ ਤੇ ਇੰਨਾ ਪਿਸਦਾ, ਗੱਲ ਤੁਹਾਡੀ ਠੀਕ ਹੈ ਕਿ ਉਧਰਲੇ ਪਾਸੇ ਉਹ ਦਾਦੀ ਕੋ ਬੈਠਾ, ਉਹਦਾ ਜੀ ਕਰਦਾ ਮੈਂ ਬੁੱਕਲ 'ਚ ਬੈਠਾਂ, ਉਧਰਲੇ ਪਾਸੇ ਬੀਬੀ ਜੀ ਨਹੁੰ ਰਾਣੀ, ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਭਾਈ ਉੱਥੇ ਬੈਠਾ ਕੋਈ ਪੁੱਠੀ ਮੱਤ ਦਊ। ਉਹਨਾਂ ਨੇ ਉਸੇ ਤੈਨੂੰ ਕਿੰਨੀ ਵਾਰੀ ਕਿਹਾ ਇੱਥੋਂ ਪਾਥੀ ਫੜਾ, ਪੜ੍ਹ ਲੈਂਦਾ, ਸਾਰੀ ਦਿਹਾੜੀ ਇੱਥੇ ਬੈਠਾ ਰਹਿਣਾ, ਮੁੜ ਕੇ ਨੰਬਰ ਕੋਈ ਆਉਣਾ ਨਹੀਂ, ਮੈਡਮ ਤੇਰੀ ਦਾ ਕੱਲ੍ਹ ਅਲੰਬਾ ਆਇਆ ਆ, ਤੈਨੂੰ ਕਿੰਨੀ ਵਾਰੀ ਕਿਹਾ ਕਿ ਛਿਟੀ ਫੜਾ, ਇੱਥੋਂ ਅੱਗ ਜਿਹੜੀ ਮੱਠੀ ਪਈ ਜਾਂਦੀ ਹੈ। ਤੇ ਉਧਰ ਪਤਾ ਦਾਦੀ ਨੂੰ ਹੁੰਦਾ ਕਿ ਛਿਟੀ ਛੁਟੀ ਦਾ ਰੌਲਾ ਘੱਟ ਹੀ ਹੈ, ਅੱਗ ਇੱਧਰਲੀ ਤਪਸ਼ ਇੱਧਰਲੀ ਹੈ। ਪਰ ਕਈ ਵਾਰੀ ਕਈ ਬੀਬੀਆਂ ਵੀ ਥੋੜ੍ਹਾ ਜਿਹਾ ਖਰਬਾ ਬੋਲ ਜਾਂਦੀਆਂ, ਦਾਦੀਆਂ ਵੀ। ਉਹ ਦੋਨੇ ਹੀ ਪਾਸੇ ਥੋੜ੍ਹਾ ਜਿਹਾ ਮੱਠਾ ਰੱਖੀਏ, ਕੰਮ ਤਾਂ ਵਧੀਆ ਹੈ। ਟਿੱਪਣੀਆਂ ਬੈਨੀਪਾਲ ਸਭ ਆ ਜਾਣੀਆਂ, ਸਾਰਿਆਂ ਦੀ ਕੋਈ ਨਾ ਕੋਈ ਯਾਦ ਹੈ। ਮੈਂ ਹੁਣ ਸੋਚ ਰਿਹਾ ਸੀ ਕਿ ਉਹ ਅਹਿਸਾਸ ਦੇਖੋ ਕਿੱਦਾਂ ਦੇ ਹੁੰਦੇ ਆ। ਉਹ ਜਿਹੜੇ ਸਾਡੇ ਬਜ਼ੁਰਗ ਆ ਨਾ, ਕਈ ਵਾਰੀ ਬਾਅਦ 'ਚ ਪਤਾ ਲੱਗਦਾ ਉਹਨਾਂ ਦੇ ਕੋਲ ਆਪਣਾ ਕੋਈ ਟੀਚਾ ਨਹੀਂ ਹੁੰਦਾ। ਉਹਨਾਂ ਨੇ ਨਾ ਮੈਨੇਜਰ ਬਣਨਾ ਹੈ, ਨਾ ਡੀਸੀ ਬਣਨਾ ਹੈ, ਨਾ ਅਮਰੀਕੇ ਜਾਣਾ ਹੈ, ਨਾ ਕੈਨੇਡਾ ਜਾਣਾ ਹੈ। ਉਹਨਾਂ ਨੂੰ ਪਤਾ ਹੈ ਕਿ ਸਾਡੀ ਉਮਰ ਦੀ ਹੁਣ ਢਲਾਣ ਭਾਈ ਆ ਚੁੱਕੀ ਹੈ, ਤੇ ਜਦੋਂ ਉਮਰ ਦੀ ਢਲਾਣ ਆ ਗਈ ਹੈ ਤੇ ਉਸ ਵੇਲੇ ਉਹ 100% ਕੇਂਦਰ ਸਾਡੇ ਤੇ ਰੱਖਦੇ ਆਪਣਾ ਧਿਆਨ। ਹੁਣ ਬੈਨੀਪਾਲ ਸਾਹਿਬ ਦੇਖੋ ਉਹ ਕਿੱਦਾਂ ਦਾ ਸਮਾਂ ਹੋਊਗਾ ਜਦੋਂ ਬੱਚਾ ਛੋਟਾ ਹੁੰਦਾ। ਜਿਨ੍ਹਾਂ ਨੂੰ ਉਹ ਸਮਾਂ ਚੇਤੇ ਆ, ਬਹੁਤ ਸਾਰਿਆਂ ਨੂੰ ਮੈਨੂੰ ਲੱਗਦਾ ਚੇਤੇ ਹੋਊਗਾ, ਨਹੀਂ ਤਾਂ ਆਪਦੇ ਬੱਚਿਆਂ ਦੇ ਵਿੱਚੋਂ ਦੇਖ ਲਿਓ ਕਿ ਭਾਈ ਜਦੋਂ ਉਹ ਦਾਦੇ ਦਾਦੀ ਦੇ ਕੋਲ ਜਾਂਦੇ ਆ। ਸਿਆਲ ਮਹੀਨੇ ਦੀ ਗੱਲ ਕਰ ਲਈਏ, ਸਿਆਲ ਮਹੀਨੇ 'ਚ ਆਮ ਤੌਰ 'ਤੇ ਹੁੰਦਾ ਕੀ ਹੈ ਕਿ ਨੌਂ ਨੇ ਜਵਾਕ ਜੱਲਾ, ਭਾਵੇਂ ਕੁੜੀ ਹੈ ਭਾਵੇਂ ਮੁੰਡਾ ਹੈ, ਉਹਨੂੰ ਨਵਾ ਕੇ ਉਹਨੂੰ ਤੌਲੀਏ ਦੇ ਵਿੱਚ ਲਪੇਟ ਕੇ ਦਾਦੀ ਦੇ ਬੁੱਕਲ 'ਚ ਪਾ ਜਾਣਾ ਕਿ ਭਾਈ ਇਹਨੂੰ ਘੁੱਟ ਲੈ। ਉਹ ਫਿਰ ਉਸ ਵੇਲੇ ਦਾਦੀ ਦੇ ਕਿੱਦਾਂ ਕਰਦੀ ਆ, ਉਹਨੇ ਨਾਲ ਹੌਲੀ ਹੌਲੀ ਮੇਰੀ ਮੁੱਤੀ ਆ ਗਈ ਆ, ਉਹਦੇ ਕਦੇ ਪੈਰ ਇੱਦਾਂ ਕਰ ਦੇਣੇ, ਅੱਛਾ ਪੈਰ ਤੇਰੇ ਠੰਡੇ ਹੋ ਗਏ ਆ। ਹਾਲਾਂਕਿ ਗੱਲਾਂ ਕਰੀ ਜਾਣੀਆਂ, ਸਮਝ ਨੂੰ ਆਵੇ ਨਾ ਆਵੇ। ਕਦੇ ਉਹਦਾ ਸਿਰ ਜਿਹੜਾ ਆ ਉਹ ਲਪੇਟ ਦੇਣਾ, ਫਿਰ ਉੱਪਰ ਦੀ ਮਾੜੀ ਮੋਟੀ ਲੋਈ 'ਚ ਲਈ ਆ, ਰਜਾਈ ਲਈ ਹੈ। ਉਹ ਜਿਹੜੀ ਇੱਕ ਆਪਣੇ ਆਪ ਦੇ ਵਿੱਚ ਪ੍ਰਕਿਰਿਆ ਹੁੰਦੀ ਆ ਨਾ, ਬੜੀ ਕਮਾਲ ਦੀ ਹੁੰਦੀ ਹੈ। ਹੁਣ ਜਿਹੜੇ ਬੱਚੇ ਮਜਬੂਰੀ ਬਸ ਕਹਿ ਲਓ ਜਾਂ ਕਿਸੇ ਵੀ ਕਾਰਨ ਬਸ ਬਜ਼ੁਰਗਾਂ ਦੇ ਨਾਲ ਨਹੀਂ ਰਹਿ ਪਾਏ, ਉਸ ਸੁੱਖ ਤੋਂ ਵਾਂਝੇ ਨੇ। ਕਿਉਂਕਿ ਹੋ ਸਕਦਾ ਹੈ ਕਿ ਅੱਜ ਕੱਪੜੇ ਬਹੁਤ ਵਧੀਆ, ਹੁਣ ਹੋ ਸਕਦਾ ਰੂਮ ਦੇ ਵਿੱਚ ਹੀਟਰ ਆ ਗਿਆ, ਵਾਸ਼ਰੂਮ ਦੇ ਵਿੱਚ ਵੀ ਸੁੱਖ ਨਾ, ਹੁਣ ਤਾਂ ਹੀਟਾਂ ਵਿਦੇਸ਼ਾਂ ਦੇ ਵਿੱਚ ਲੱਗੀਆਂ ਕਿ ਉੱਥੋਂ ਬੱਚਾ ਆਇਆ ਨਾਲ ਹੀ ਉਸ ਵੇਲੇ ਕੱਪੜੇ ਪਾਤੇ। ਪਰ ਉਹ ਜਦੋਂ ਇੱਕ ਬੱਚੇ ਨੂੰ ਨਵਾ ਕੇ ਦਾਦੀ ਦੀ ਗੋਦੀ ਦੇ ਵਿੱਚ ਪਾ ਜਾਣਾ, ਦੂਜੇ ਨੂੰ ਅਜੇ ਨਹਾਉਂਦੇ ਹੋਣਾ, ਉਹ ਜਿਹੜਾ 10-15 ਮਿੰਟ ਦਾ ਇੱਕ ਸਮਾਂ ਹੁੰਦਾ ਸੀ, ਉਹ ਨਿੱਘ ਨਹੀਂ ਮਿਲ ਸਕਦਾ। ਉਹਦੇ ਵਿੱਚ ਸਿੱਖਣ ਸਿਖਾਉਣ ਦੀ ਆਪਣੇ ਆਪ ਪ੍ਰਕਿਰਿਆ ਹੁੰਦੀ ਸੀ। ਕਿੱਦਾਂ ਉਹਦੇ ਬੁੱਲਾਂ ਥੱਲੇ ਹੱਥ ਲਾ ਕੇ ਉਹਨੇ ਖੇਡੀ ਜਾਣਾ, ਹਾਂ ਹੱਸੀ ਜਾਣਾ, ਉਹ ਬੱਚੇ ਨੇ ਹੱਸੀ ਜਾਣਾ। ਹੁਣ ਜੇ ਤਾਂ ਉਹ ਸਾਰੀਆਂ ਚੀਜ਼ਾਂ ਦੇਖੀਏ ਬਹੁਤ ਛੋਟੀਆਂ, ਪਰ ਕੀਮਤ ਉਹਨਾਂ ਦੀ ਕੋਈ ਨਹੀਂ, ਬੇਸ਼ਕੀਮਤੀ ਨੇ ਉਹ ਸਾਰੀਆਂ ਚੀਜ਼ਾਂ। ਫਿਰ ਹੋਰ ਦੇਖੋ, ਆਮ ਤੌਰ ਤੇ ਹੁੰਦਾ ਕੀ ਹੈ ਕਿ ਨਿੱਕੇ ਨਿਆਣੇ ਜਿਹੜੇ ਆ, ਮਾਂ ਝਿੜਕ ਦੂ ਜੀ, ਕਿਉਂਕਿ ਮਾਂ ਹੁਣ ਨਵੇਂ ਖਿਆਲਾਂ ਦੀ, ਉਹਨੂੰ ਪਤਾ ਕਿ ਇਹਨੂੰ ਪੜ੍ਹਨਾ ਚਾਹੀਦਾ, ਨਹੀਂ ਤਾਂ ਬੱਚਾ ਪਿੱਛੇ ਰਹਿ ਜਾਊਗਾ। ਮਾਂ ਨੂੰ ਪਤਾ ਹੈ ਕਿ ਭਾਈ ਜੇ ਧੁੱਪੇ ਹੋਊ, ਜਿੱਦਾਂ ਹੀ ਮਾਂ ਨੇ ਝਿੜਕਿਆ, ਹਾਲਾਂਕਿ ਮਾਂ ਨੇ ਵੀ 90% ਝਿੜਕਣਾ ਨਹੀਂ ਹੁੰਦਾ, ਸਿੱਧੀ ਛੂਟ ਵੱਟ ਕੇ ਦਾਦੀ ਕੋ, ਫਿਰ ਉੱਥੇ ਜਾ ਕੇ ਰੋਣ ਵੀ ਲਾਪਣਾ, ਉਹਦੇ ਇੱਥੇ ਗੋਦੀ 'ਚ ਸਿਰ ਸਿੱਟ ਦੇਣਾ। ਫਿਰ ਉੱਥੇ ਜੇ ਮਾਂ ਮਗਰ ਡੰਡਾ ਲੈ ਕੇ, ਮਾਂ ਨੇ ਕਿਹੜਾ ਮਾਰਨਾ ਹੁੰਦਾ, ਉਹ ਜੇ ਆਈ ਵੀ ਤਾਂ ਫਿਰ ਉਸਦੇ ਦਾਦੀ ਨੇ ਨਹੀਂ ਮੇਰੀ ਮੁੱਤੀ ਨੂੰ ਮਾਰਨਾ ਨਹੀਂ ਹੈਗਾ, ਇੱਦਾਂ ਫਿਰ ਮੇਰੀ ਮੁੱਤੀ ਨੂੰ ਥੋੜ੍ਹੀ ਮਾਰਨਾ, ਇਹ ਤਾਂ ਬੀਬਾ ਮੇਰਾ ਪੁੱਤ ਹੈ, ਮੇਰੀ ਬੀਬੀ ਰਾਣੀ ਮੇਰੀ ਧੀ ਆ। ਉਹ ਜਿਹੜੀਆਂ ਨਿੱਕੀਆਂ ਨਿੱਕੀਆਂ ਉਹ ਗੱਲਾਂ ਹੁੰਦੀਆਂ ਸੀ ਨਾ, ਉਹ ਆਪਣੇ ਆਪ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇੱਕ ਪੂਰੇ ਦਾ ਪੂਰਾ ਸੰਸਾਰ ਸੀ, ਇੱਕ ਪੂਰੇ ਦਾ ਪੂਰਾ ਉਹ ਮੈਪ ਸੀ, ਇੱਕ ਗਲੋਬ ਸੀ। ਪਰ ਉਹ ਸਾਰੀਆਂ ਚੀਜ਼ਾਂ ਲੰਘ ਗਈਆਂ। ਮੈਨੂੰ ਕਦੇ ਕਦੇ ਬੈਨੀਪਾਲ ਸਾਹਿਬ ਇਹ ਵੀ ਲੱਗਦਾ ਹੁੰਦਾ ਕਿ ਉਹ ਜਿਹੜੇ ਬਜ਼ੁਰਗ ਸੀ ਨਾ, ਉਨੀ ਦੇਰ ਪਤਾ ਨਹੀਂ ਲੱਗਦਾ ਜਿੰਨੀ ਦੇਰ ਉਹ ਸਾਡੇ ਕੋਲੇ ਹੁੰਦੇ ਆ।
ਜਿੰਨੀ ਦੇਰ ਸਾਡੇ ਕੋਲੇ ਉਹ ਸਾਹ ਲੈਂਦੇ ਆ, ਪਰ ਜਦੋਂ ਕੰਧ ਦੇ ਉੱਤੇ ਫੋਟੋ ਲੱਗ ਜਾਂਦੀ ਹੈ ਨਾ, ਜਦੋਂ ਲੋਕ ਘਰ ਦੇ ਵਿੱਚ ਅਫਸੋਸ ਕਰਨ ਆਉਂਦੇ ਆ ਨਾ, ਜਦੋਂ ਫਿਰ ਉਹ ਸਾਨੂੰ ਦੱਸਦੇ ਆ, ਇਹ ਜਦੋਂ ਤੁਹਾਡੀ ਦਾਦੀ ਪੁੱਤ ਤੁਹਾਨੂੰ ਤਾਂ ਨਹੀਂ ਪਤਾ, ਸਾਡਾ ਇਕੱਠੀਆਂ ਦਾ ਹੀ ਵਿਆਹ ਹੋਇਆ ਸੀ, ਇਹ ਜਦੋਂ ਆਈ ਸੀ ਇੱਥੇ ਤਾਂ ਇੱਕੋ ਹੀ ਕਮਰਾ ਹੁੰਦਾ ਸੀ, ਟੱਬਰ ਸੁੱਖ ਨਾਲ ਬਹੁਤ ਵੱਡਾ ਸੀ, ਇਹ 20 ਬੰਦਿਆਂ ਦੀਆਂ ਰੋਟੀਆਂ ਪਕਾਉਣੀਆਂ, ਪਹਿਲਾਂ ਸਵੇਰੇ ਉੱਠ ਕੇ ਧਾਰਾਂ ਕੱਢਣੀਆਂ, ਉਹਦੇ ਤੋਂ ਬਾਅਦ ਰੋਟੀ ਦੇਣ ਜਾਣਾ, ਬੜੇ ਔਖੇ ਹੋ ਕੇ ਇਹਨਾਂ ਨੇ ਟੱਬਰ ਰੱਖਿਆ, 6 ਤਾਂ ਕੁੜੀਆਂ ਹੀ ਸੀ ਸੁੱਖ ਨਾਲ ਵਿਆਹਣ ਵਾਲੀਆਂ, ਸਾਰਾ ਟੱਬਰ ਨਜਿੱਠਿਆ ਸ਼ਬਦ ਵਰਤਿਆ ਜਾਂਦਾ ਸੀ ਨਾ। ਹੁਣ ਟੱਬਰ ਨਜਿੱਠਣਾ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੁਣੌਤੀ ਹੁੰਦੀ ਸੀ। ਫਿਰ ਬੰਦਾ ਉਦੋਂ ਸੋਚਦਾ ਕਿ ਕਿਆ ਸਟਰਗਲ ਸੀ ਬਈ, ਕਿੰਨਾ ਸੰਘਰਸ਼ ਸੀ ਬਈ, ਕਿੱਡੀ ਵੱਡੀ ਪ੍ਰਕਿਰਿਆ। ਤੇ ਹੋਰ ਦੇਖੋ ਬੈਨੀਪਾਲ ਸਾਹਿਬ, ਸਾਡੀਆਂ ਜਿਹੜੀਆਂ ਦਾਦੀਆਂ ਨੇ ਨਾ, ਦਾਦੀਆਂ ਤੋਂ ਭਾਵ ਕੋਈ ਵੀ ਘਰ ਦੇ ਵਿੱਚ ਬਜ਼ੁਰਗ ਔਰਤ ਜੀ ਨਿੱਕਾ ਨਿਆਣਾ ਜਦੋਂ ਪੜ੍ਹਨ ਲੱਗ ਪੈਂਦਾ ਨਾ, ਉਹਦੇ ਕੋਲੇ ਬੈਠੇ ਰਹਿਣਾ ਉਨੀ ਦੇਰ। ਦਾਦੀ ਨੂੰ ਨਾ ਤਾਂ ਅੱਖਰ ਗਿਆਨ ਹੈ, ਨਾ ਉਹਨੂੰ ਕਿਤਾਬ ਪੜ੍ਹਨੀ ਆਉਂਦੀ ਹੈ, ਨਿੱਕੇ ਨਿਆਣੇ ਨੇ ਚਟਾਈ ਤੇ ਬੈਠ ਕੇ, ਬੋਰੀ ਤੇ ਬੈਠ ਕੇ ਪੜ੍ਹੀ ਜਾਣਾ, ਦਾਦੀਆਂ ਨੇ ਲਾਗੇ ਪਾਠ ਕਰੀ ਜਾਣਾ, ਉਹ ਕੋ ਵੱਡ ਕੱਦੂ, ਹਲਵਾ ਕੱਦੂ ਕੋਈ ਵੀ ਹੋਇਆ ਉਹ ਛਿੱਲੀ ਜਾਣਾ, ਕੱਟੀ ਜਾਣਾ, ਜੋ ਕੁਝ ਵੀ ਉਹ ਕਰ ਸਕਦੇ ਆ। ਨਹੀਂ ਤਾਂ ਵੈਸੇ ਹੀ ਪੁੱਛ ਜਾਣਾ, ਪੁੱਤ ਉਹ ਤੂੰ ਕਿਤਾਬ ਜਿਹੜੀ ਹਰੇ ਰੰਗ ਦੀ ਆ ਨਾ, ਅੱਜ ਤੂੰ ਉਹ ਨਹੀਂ ਪੜ੍ਹੀ। ਨਿਗਾਹ ਦੇਖੋ ਕਿੱਡੀ ਹੁੰਦੀ ਸੀ। ਉਹਨਾਂ ਨੂੰ ਇਹ ਨਹੀਂ ਪਤਾ ਸਮਾਜਿਕ ਸਿੱਖਿਆ ਕੀ ਹੈ, ਵਿਗਿਆਨ ਕੀ ਹੈ, ਪੰਜਾਬੀ, ਹਿੰਦੀ, ਇੰਗਲਿਸ਼ ਕੀ ਹੈ। ਉਹ ਹਰੇ ਰੰਗ ਦੀ ਕਿਤਾਬ ਪੁੱਤ ਤੂੰ ਕੱਲ ਵੀ ਨਹੀਂ ਸੀ ਪੜ੍ਹੀ, ਅੱਜ ਵੀ ਨਹੀਂ ਪੜ੍ਹੀ। ਜਾਣੀ ਕਿ ਸਾਡੇ ਭਵਿੱਖ ਦਾ ਰਸਤਾ ਤਿਆਰ ਕਰਨ ਦਾ ਉਹ ਕੋਈ ਮੌਕਾ ਛੱਡਦੇ ਨਹੀਂ ਸੀ। ਤੇ ਜੇ ਅੱਜ ਅਸੀਂ ਕਹੀਏ ਬੀਬੀ ਲੈ ਮੈਂ ਜਾਣਾ ਹੁੰਦਾ, ਤੂੰ ਮੈਨੂੰ ਹਰ ਥਾਂ ਰੋਕਦੀ ਰਹਿੰਦੀ ਹੈ, ਕਿਉਂਕਿ ਉਹਨਾਂ ਦੀਆਂ ਨਜ਼ਰਾਂ ਤੁਹਾਡੇ ਤੇ ਹੁੰਦੀਆਂ ਸੀ, ਤੁਹਾਡੇ ਭਵਿੱਖ ਤੇ ਹੁੰਦੀਆਂ ਸੀ। ਬਾਠ ਸਾਹਿਬ, ਕਈ ਗੱਲਾਂ ਨੇ ਤੇ ਕਈ ਪਹਿਲੂ ਨੇ। ਅਸਲ ਦੇ ਵਿੱਚ ਬਜ਼ੁਰਗ ਘਰ ਦਾ ਬੰਨ ਹੁੰਦੇ ਆ। ਕਈ ਵਾਰੀ ਕਈ ਪਰਿਵਾਰ ਦੇਖਿਆ, ਜਿੰਨੀ ਦੇਰ ਬਜ਼ੁਰਗ ਬੈਠੇ ਸਾਂਝੇ ਹੱਡ ਕਹਿ ਦਿੰਦੇ ਸੀ ਜੀ, ਜਿੰਨੀ ਦੇਰ ਉਹ ਸਾਂਝੇ ਹੱਡ ਜਾਂ ਬਜ਼ੁਰਗ ਘਰ ਵਿੱਚ ਰਹਿੰਦੇ, ਕਈ ਵਾਰੀ 2-2 4-4 5-5 7-7 ਅੱਗੇ ਭਰਾ ਭੈਣਾਂ ਹੁੰਦੇ ਸੀ, ਪਰਿਵਾਰ ਨੇ ਇਕੱਠਾ ਰਹਿਣਾ। ਬਜ਼ੁਰਗਾਂ ਨੇ ਜਹਾਨੋਂ ਕੀ ਤੁਰਨਾ ਜੀ, ਪਰਿਵਾਰਾਂ ਦੇ ਵਿੱਚ, ਭੈਣਾਂ ਵਿੱਚ, ਭਰਾਵਾਂ ਵਿੱਚ ਵੰਡੀਆਂ ਪੈ ਜਾਣੀਆਂ। ਕਈ ਵਾਰੀ ਅੱਖ ਦੀ ਸ਼ਰਮ ਹੀ ਹੁੰਦੀ ਸੀ, ਯਾਰ ਬਾਪੂ ਜੀ ਬੈਠੇ ਨੇ ਕੀ ਕਹਿਣਗੇ, ਯਾਰ ਬੀਬੀ ਨੂੰ ਕੀ ਜਵਾਬ ਦਿਆਂਗੇ। ਉਹ ਇਸੇ ਸ਼ਰਮੋ ਸ਼ਰਮੀ ਸਾਂਝਾ ਪਰਿਵਾਰ ਚੱਲੀ ਜਾਂਦਾ। ਫਿਰ ਇਹ ਵੀ ਹੁੰਦਾ ਕਿ ਜਿਹੜੀ ਗੱਲ ਬਜ਼ੁਰਗਾਂ ਨੇ ਕਹਿ ਦਿੱਤੀ, ਵੱਡਾ ਭਾਵੇਂ ਛੋਟਾ, ਯਾਰ ਬਾਪੂ ਜੀ ਨੇ ਕਹਿ ਦਿੱਤਾ, ਇਹ ਚੀਜ਼ਾਂ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਬੱਚਿਆਂ ਤੇ ਬੜਾ ਪੈਂਦਾ। ਉਹ ਟੀਮ ਪਲੇਅਰ ਬਣਦੇ। ਉਹਨਾਂ ਨੇ ਦੇਖਣਾ, ਯਾਰ ਜੇ ਸਾਡੇ ਚਾਚੇ ਤਾਏ ਬਾਪੂ ਸਾਰੇ ਸਾਡੇ ਦਾਦਾ ਜੀ ਦੀ ਗੱਲ ਮੰਨਦੇ ਆ, ਇਹਦਾ ਮਤਲਬ ਸਾਨੂੰ ਵੀ ਸਾਡੇ ਚਾਚਿਆਂ ਦੀ, ਤਾਇਆਂ ਦੀ, ਜਾਂ ਆਪਣੇ ਮਾਂ ਦੀ ਜਾਂ ਬਾਪ ਦੀ ਮੰਨਣੀ ਪਊ। ਦੂਸਰੀ ਗੱਲ, ਅੱਜ ਜੇਕਰ ਆਪਾਂ ਬੱਚੇ ਦੇਖਦੇ ਹਾਂ, ਬਹੁਤਾ ਸਮਾਂ ਉਹ ਗੈਜਟ ਤੇ ਗੁਜ਼ਾਰਦੇ ਆ। ਭਾਵੇਂ ਉਹਨਾਂ ਦੇ ਹੱਥ 'ਚ ਸਮਾਰਟਫੋਨ ਹੈ, ਟੈਬਲੇਟ ਹੈ, ਆਈਫੋਨ ਹੈ, ਆਈਪੈਡ ਹੈ, ਕੁਛ ਵੀ ਹੈ, ਕੰਪਿਊਟਰ ਹੈ। ਪਰ ਉਹਨਾਂ ਵੇਲਿਆਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਭਾਵੇਂ ਇਹ ਬਜ਼ੁਰਗ ਅਨਪੜ੍ਹ ਸੀ, ਪਰ ਉਹਨਾਂ ਕੋਲੇ ਅੱਖਰ ਗਿਆਨ ਨਾ ਹੋਣ ਦੇ ਬਾਵਜੂਦ ਕਹਾਣੀਆਂ ਇੰਨੀਆਂ ਕੁ ਸੀ ਚੰਗੀਆਂ, ਜਿਹੜੀਆਂ ਤੁਹਾਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਤਿਆਰ ਕਰ ਦਿੰਦੀਆਂ ਸੀ। ਉਹਨਾਂ ਨੇ ਉਹ ਕਹਾਣੀਆਂ ਸੁਣਾਉਣੀਆਂ, ਉਹ ਬਾਤਾਂ ਸੁਣਾਉਣੀਆਂ। ਮੈਨੂੰ ਲੱਗਦਾ ਕਿ ਅਸੀਂ ਅੱਜ ਉਹਨਾਂ ਬਾਤਾਂ ਤੋਂ ਸੱਖਣੇ ਹੋ ਗਏ। ਰਜਾਈ 'ਚ ਬਹਿ ਜਾਣਾ, ਮਾੜੀ ਮੋੜੀ ਠੰਡ ਲੱਗਣ ਵਾਲੀ ਉਹਨਾਂ ਨੇ ਦੱਬੀ ਜਾਣੀ ਆਪ ਰਜਾਈ। ਆਪ ਕਈ ਵਾਰੀ ਤੁਹਾਡੀ ਰਜਾਈ ਦੱਬਦਿਆਂ ਦੱਬਾਂ ਆਪ ਅੱਧੇ ਨੰਗੇ ਹੋ ਜਾਂਦੇ ਸੀ, ਅੱਧੀ ਰਜਾਈ ਉਹਨਾਂ ਤੋਂ ਲੈ ਜਾਂਦੀ ਸੀ ਜੀ। ਪਰ ਉਹਨਾਂ ਨੂੰ ਹੋਣਾ, ਜੇ ਬੱਚੇ ਆਲੇ ਦੁਆਲੇ ਮੇਰੀ ਰਜਾਈ 'ਚ ਬੈਠਿਆ ਨਿੱਘ ਮਾਣ ਰਿਹਾ, ਇਹਨਾਂ ਨੂੰ ਮੇਰਾ ਤਾਂ ਨਿੱਘ ਹੈ ਹੀ, ਪਰ ਕਿਤੇ ਵੈਸੇ ਠੰਡ ਨਾ ਲੱਗ ਜੇ। ਉਹਨਾਂ ਨੇ ਅੱਧੀ ਰਾਤ ਤੱਕ ਬਾਤਾਂ ਸੁਣਾਈ ਜਾਣੀਆਂ। ਫਿਰ ਕਹਿੰਦੇ ਇੱਦਾਂ ਕਰੋ, ਹੁਣ ਬੁੱਝਣ ਵਾਲੀਆਂ ਬਾਤਾਂ, ਬੁਝਾਰਤਾਂ ਪਾਉਣੇ ਆ। ਸੋ ਕਈ ਵਾਰੀ ਨਿਆਣਿਆਂ ਨੇ ਜਿੱਦ ਕਰਨੀ ਕਿ ਦੁਪਹਿਰੇ ਦਿਨੇ ਭਰੋ, ਕਹਿੰਦੇ ਨਹੀਂ ਤੁਹਾਡਾ ਮਾਮਾ ਰਾਹ ਭੁੱਲ ਜੂ। ਹਾਂ, ਰਾਤ ਨੂੰ ਹੀ ਹੁੰਦੀਆਂ, ਰਾਤ ਨੂੰ ਹੀ ਹੁੰਦੀਆਂ ਨੇ, ਕਿਉਂਕਿ ਉਹਦੇ ਕਾਰਨ ਸੀ, ਪਿੱਛੇ ਲੌਜਿਕ ਸੀ, ਕਿਉਂਕਿ ਦਿਨੇ ਉਹਨਾਂ ਨੇ ਹੋਰ ਵੀ ਕੰਮ ਕਰਨੇ ਹੁੰਦੇ ਆ। ਜੇ ਹੁਣ ਤੁਸੀਂ ਤਾਂ ਇਹ ਸਮਝ ਲਿਆ ਕਿ ਦਾਦਾ ਜਾਂ ਦਾਦੀ ਬੈਠੇ ਆ, ਇਹ ਸਿਰਫ ਬਾਤਾਂ ਸੁਣਾਉਣ ਵਾਸਤੇ ਹੀ ਰੱਖੇ ਹੋਏ ਆ, ਇਹਨਾਂ ਦਾ ਬਿੱਲ ਨਹੀਂ ਆਉਂਦਾ, ਕੋਈ ਜਦੋਂ ਮਰਜ਼ੀ ਬਾਤਾਂ ਸੁਣ ਲਓ। ਇਹ ਬਾਤਾਂ ਸੁਣ ਲਓ ਨਾ, ਬੈਟਰੀ ਚਾਰਜ ਕਰਨੀ ਪੈਂਦੀ ਹੈ। ਸੋ ਹੁਣ ਉਹਦੇ ਨਾਲ ਨਾ ਪਿੰਡ ਦੇ ਵਿੱਚ ਜਿੰਨੇ ਸਾਂਝੇ ਬਜ਼ੁਰਗ ਹੁੰਦੇ ਸੀ, ਉਹਨਾਂ ਨੇ ਪਿੰਡ 'ਚ ਵੀ ਗੇੜਾ ਫੇੜਾ ਰੱਖਣਾ। ਉਹਨਾਂ ਨੇ ਪਿੰਡ ਦੀ ਆ ਕੇ ਸਥਿਤੀ ਵੀ ਦੱਸਣੀ। ਉਹਨਾਂ ਨੇ ਫਿਰ ਆ ਕੇ ਅਗਾਹ ਕਰਨਾ ਕਿ ਭਾਈ ਫਲਾਣਿਆਂ ਦਾ ਕੰਮ ਹੋ ਗਿਆ ਸੀ, ਦੇਖਿਓ ਤੁਸੀਂ ਕਾਕਾ ਆਹ ਕੰਮ ਨਾ ਕਰ ਲਿਓ, ਉਹ ਫਸਲ ਬੀਜਣ ਲੱਗੇ ਸੀ, ਉਹ ਆਹ ਕੰਮ ਕਰ ਬੈਠੇ। ਉਹਨਾਂ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ ਪਰ ਮਾਇਨੇ ਵੱਡੇ ਹੁੰਦੇ ਸੀ। ਜਦੋਂ ਉਹਨਾਂ ਨੇ ਬਾਤਾਂ ਸੁਣਾਉਣੀਆਂ ਨਾ, ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਬੱਚਾ ਆਪਣੇ ਭਰਾ ਨਾਲ ਜਾਂ ਦੂਸਰੇ ਨਾਲ ਜੈਲਸੀ ਦਾ ਸ਼ਿਕਾਰ ਹੋ ਗਿਆ। ਕਜ਼ਨ ਬ੍ਰਦਰ ਸਿਸਟਰ ਨੇ, ਜਿਹੜੇ ਚਚੇਰੇ ਜਾਂ ਮਮੇਰੇ ਭੈਣ ਭਰਾ ਨੇ, ਆਪਸ ਦੇ ਵਿੱਚ ਕਈ ਵਾਰੀ ਉਹਨਾਂ ਦੀ ਬਣਦੀ ਨਹੀਂ, ਕਿਉਂਕਿ ਇੱਕ ਰਜਾਈ 'ਚ ਬੈਠ ਕੇ ਉਹਨਾਂ ਨੇ ਬਾਤਾਂ ਹੀ ਨਹੀਂ ਸੁਣੀਆਂ। ਇੱਕ ਬਜ਼ੁਰਗ, ਇੱਕ ਸਾਂਝਾ ਕੇਂਦਰ ਬਿੰਦੂ, ਉਹਨਾਂ ਦਾ ਕੋਈ ਰਿਹਾ ਹੀ ਨਹੀਂ। ਥਾਲੀ 'ਚੋਂ ਇਕੱਠਿਆਂ ਚੂਰੀ ਖਾਧੀ ਨਹੀਂ, ਕੁੱਟ ਕੇ ਨਹੀਂ ਦਿੱਤੀ ਕਿਸੇ ਨੇ, ਕਿਉਂਕਿ ਹੁਣ ਤਾਂ ਸਾਨੂੰ ਬਹੁਤਾ ਡਾਕਟਰਾਂ ਨੇ ਵੀ ਡਰਾਇਆ ਪਿਆ, ਨਾ ਭਾਈ ਘਿਓ ਨਹੀਂ ਖਾਣਾ, ਚੂਰੀ ਨਹੀਂ ਖਾਣੀ। ਉਹਨਾਂ ਵੇਲਿਆਂ ਦੇ ਵਿੱਚ ਜੇਕਰ ਆਪਾਂ ਵੇਖਦੇ ਹਾਂ ਕਿ ਸਾਂਝੇ ਪਰਿਵਾਰਾਂ ਦੇ ਵਿੱਚ ਜਦੋਂ ਦਾਦਾ ਦਾਦੀ ਦੇ ਆਲੇ ਦੁਆਲੇ ਬੈਠ ਕੇ ਬਾਤਾਂ ਸੁਣਨੀਆਂ ਜਾਂ ਬੁਝਾਰਤਾਂ ਸੁਣਨੀਆਂ, ਆਪਣੇ ਆਪ ਦੇ ਵਿੱਚ ਸਾਡੇ ਲਈ ਉਹ ਇੱਕ ਅੰਦਰੋਂ ਉਤਸ਼ਾਹ ਵੱਖਰਾ ਪੈਦਾ ਕਰਦੀਆਂ ਸੀ, ਜਿਹਦੇ ਨਾਲ ਅਸੀਂ ਸਮਾਜ ਨੂੰ ਕੁਝ ਦੇਣ ਜੋਗੇ ਹੋ ਜਾਂਦੇ ਸੀ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਨਾ ਸੋਚਦਾ, ਤੁਸੀਂ ਰਜਾਈ ਦੀ ਗੱਲ ਕੀਤੀ ਕਿ ਉੱਥੇ ਸਾਰੇ ਨਿੱਕੇ ਨਿਆਣਿਆਂ ਨੂੰ ਕੋਈ ਫਰਕ ਨਹੀਂ ਸੀ ਕਰਦੇ। ਉਹ ਸਾਰੇ ਬਿਠਾ ਲੈਣੇ ਸੁੱਖ ਨਾਲ। ਉਹ ਰਜਾਈ ਵੀ ਨਾ ਕਈ ਵਾਰੀ ਹੁੰਦਾ ਸੀ ਕਿ ਦਾਦੀਆਂ ਜਦੋਂ ਕੁਝ ਜ਼ਿਆਦਾ ਬਜ਼ੁਰਗ ਹੋ ਜਾਂਦੀਆਂ ਸੀ,
ਫਿਰ ਮੈਂ ਕਹਿੰਦਾ ਰਜਾਈ ਮੈਨੂੰ ਭਾਰੀ ਲੱਗਦੀ ਆ, ਹਾਲਾਂਕਿ ਉਹ ਰੂੰ ਦੀ ਹੁੰਦੀ ਸੀ। ਪੁੱਤ ਮੈਨੂੰ ਰਜਾਈ ਐਤਕੀ ਹਲਕੀ ਬਣਾ ਕੇ ਦਿਓ, ਅੱਧਾ ਕਿਲੋ ਰੂੰ ਕਢਾ ਕੇ ਦੁਬਾਰਾ ਭਰਾ ਦੇਣੀ। ਹੁਣ ਉਸ ਰਜਾਈ ਦੇ ਵਿੱਚ ਇਹ ਵੀ ਰੱਖਣਾ ਕਿ ਰਜਾਈ ਹਲਕੀ ਵੀ ਰੱਖਣੀ ਤੇ ਉਹਨੂੰ ਚੜਾਈ ਥੋੜੀ ਵੱਧ ਰੱਖਣੀ, ਕਿਉਂਕਿ ਨਿਆਣੇ ਨਾਲ ਕੇ ਨਾਲ ਪੈਣਾ ਹੁੰਦਾ ਸੀ। ਉਹਦੇ ਵਿੱਚ ਵੀ ਬੈਨੀਪਾਲ ਸਾਹਿਬ ਤੁਸੀਂ ਹੁਣ ਦੇਖੋ, ਨਿਆਣੇ ਦੇ ਬਾਰ-ਬਾਰ ਪੈਰ ਉਹਨਾਂ ਨੇ ਟੱਚ ਕਰਕੇ ਦੇਖਣੇ, ਠੰਡੇ ਤਾਂ ਨਹੀਂ, ਤੇਰੀਆਂ ਤਾਂ ਪੁੱਤ ਮੇਰਾ ਉਂਗਲਾਂ ਠੰਡੀਆਂ। ਫਿਰ ਉਹਨਾਂ ਨੂੰ ਦੋਨਾਂ ਹੱਥਾਂ ਨਾਲ ਕਈ ਵਾਰੀ ਐ ਉਹਨੂੰ ਨਿੱਘ ਦੇਣਾ, ਉਹ ਚੰਗੇ ਤਰੀਕੇ ਦੇ ਨਾਲ ਜਿਹੜਾ ਉਹਨੂੰ ਆਪਣੇ ਨਿੱਕੇ ਨਿਆਣੇ ਨੂੰ ਨਾਲ ਲਾਈ ਜਾਣਾ। ਹੁਣ ਉਹਦੇ ਵਿੱਚ ਉਹ ਜਦੋਂ ਠੰਡੇ ਪੈਰਾਂ ਨੂੰ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੁੰਦੀ ਸੀ ਤੇ ਉਦੋਂ ਕਿੱਦਾਂ ਦਾ ਇੱਕ ਗਰਮਾਹਟ ਵਾਲਾ ਅਹਿਸਾਸ ਹੁੰਦਾ ਸੀ। ਜੇ ਇਦਾਂ ਦਾ ਅਹਿਸਾਸ ਭਾਈ ਤੁਹਾਨੂੰ ਕੋਈ ਹੋਇਆ, ਜਿਹੜੀ ਬਾਤ ਦਾਦੀ ਨੇ ਸੁਣਾਈ ਹੈ, ਜੇ ਤੁਸੀਂ ਦਾਦੀ, ਨਾਨੀ ਜਾਂ ਕਿਸੇ ਵੀ ਘਰ ਦੀ ਬਜ਼ੁਰਗ ਔਰਤ ਦੇ ਰਜਾਈ ਦੇ ਵਿੱਚ ਛੋਟੇ ਹੁੰਦਿਆਂ ਬੈਠ ਕੇ ਬਾਤਾਂ ਸੁਣੀਆਂ, ਤਾਂ ਤੁਸੀਂ ਆਪਣੀ ਟਿੱਪਣੀ ਜ਼ਰੂਰ ਲਿਖਿਓ, ਸੱਚੀ ਲਿਖਿਓ। ਜਿੰਨੀ ਕੁ ਆਉਂਦੀ ਹੈ ਬਾਤ ਉਹ ਵੀ ਨਾਲ ਲਿਖ ਦਿਓ। ਤੇ ਸਭ ਤੋਂ ਵੱਡੀ ਗੱਲ ਕਿ ਜੇ ਭਾਈ ਬੁਝਾਰਤਾਂ ਵਾਲਾ ਮਸਲਾ ਵੀ ਹੁੰਦਾ ਸੀ, ਇੱਕ ਬਾਤ ਤੁਸੀਂ ਕਿੰਨੀ ਵਾਰੀ ਸੁਣਦੇ ਸੀ, ਹਾਲਾਂਕਿ ਪਤਾ ਹੀ ਹੁੰਦਾ ਸੀ ਜੇ ਰਾਜੇ ਰਾਣੀ ਦੀ ਗੱਲ ਸੁਣਾਈ ਉਹਦਾ ਇੱਥੇ ਜਾ ਕੇ ਮੁੱਕਣੀ ਹੈ, ਨਹੀਂ ਉਹੀ ਰਾਜੇ ਰਾਣੀ ਦੀ ਗੱਲ। ਉਧਰੋਂ ਦੂਜੇ ਨੇ ਕਹਿੰਦੇ ਨਹੀਂ ਫਲਾਣੇ ਭੂਤ ਵਾਲੀ ਗੱਲ, ਕਿਉਂਕਿ ਜੇ ਭੂਤ ਵਾਲੀ ਕਹਾਣੀ ਵੀ ਹੁੰਦੀ ਸੀ ਨਾ, ਬੈਨੀਪਾਲ ਸਾਹਿਬ ਹੁੰਦੀ ਉਹ ਸਿੱਖਿਆਦਾਇਕ ਸੀ ਕਿ ਇੱਕ ਨੇ ਝੂਠ ਬੋਲਿਆ, ਇੱਕ ਨੇ ਸੱਚ ਬੋਲਿਆ, ਜਾਣੀ ਕਿ ਉਸ ਪਗਡੰਡੀ ਦੇ ਉੱਤੇ ਨਿਆਣੇ ਨਿੱਕੇ ਨੂੰ ਪਾਈਏ ਕਿੱਦਾਂ। ਹੁਣ ਹੋਰ ਦੇਖੋ, ਚੀਜ਼ੀ ਉਦੋਂ ਨਾ ਤਾਂ ਬਰਗਰ ਹੁੰਦਾ ਸੀ, ਨਾ ਪੀਜ਼ਾ ਹੁੰਦਾ ਸੀ, ਚੀਜ਼ੀ ਹੋਈ ਹੁੰਦੀ ਸੀ। ਹੁਣ ਮੈਂ ਫਿਰ ਚੀਜ਼ੀ ਖਾਣੀ ਆ, ਮੈਂ ਫਿਰ ਚੀਜ਼ੀ ਲੈਣੀ ਆ। ਉਹ ਬੀਬੀਆਂ ਨੇ ਉਹ ਇਧਰਲੇ ਪਾਸੇ ਜੇਬ ਆਮ ਤੌਰ ਤੇ ਲੱਗੀ ਹੁੰਦੀ ਬਜ਼ੁਰਗਾਂ ਦੇ, ਉਹਦੇ ਵਿੱਚ ਇੱਕ ਦੀ ਚਾਬੀ ਹੋਣੀ, ਸੰਦੂਕ ਮਾੜਾ ਮੋਟਾ ਜਗਾੜ ਜਾ ਇਦਾਂ ਨਾਲੇ ਬੰਨੀ ਹੁੰਦੀ ਸੀ। ਹੁਣ ਉਹਦੇ ਵਿੱਚੋਂ ਹੱਥ ਪਾ ਕੇ ਪੁੱਤ ਹੈਗੀਆਂ ਤਾਂ ਹੈ 2 ਆ 3 ਆ, ਫਿਰ ਇੱਕ ਬਣ ਜਾਣੀ, ਖੋਈ ਨਾ ਦੂਜੇ ਤੋਂ, ਕਿਉਂਕਿ ਕਈ ਵਾਰੀ ਕੋਈ ਨਾ ਕੋਈ ਬੰਦਾ ਸ਼ਰਾਰਤੀ ਵੀ ਹੁੰਦਾ ਵਿੱਚੋਂ, ਪਤਾ ਹੁੰਦਾ ਇਹਨੇ ਆਪਣੀ ਮੂੰਹ 'ਚ ਪਾ ਕੇ ਦੂਜੇ ਵਾਲੇ ਝਪਟਾ ਮਾਰਨਾ। ਫਿਰ ਉਹ ਸਾਰਿਆਂ ਨੂੰ ਵੰਡਣੀਆਂ ਤੇ ਨਾਲ ਜੇ ਫਿਰ ਵੀ ਨਿਆਣੇ ਨੇ ਖੜੇ ਪਏ ਰਹਿਣਾ, ਉਹਦੇ ਵਿੱਚ ਹੁੰਦਾ ਸੀ ਕਿ ਦੁੱਧ ਤਾਂ ਘਰਾਂ 'ਚ ਹੁੰਦਾ ਹੀ ਸੀ, ਕਦੇ ਨਿਆਣਿਆਂ ਨੂੰ ਖੀਰ ਬਣਾ ਦੇਣੀ, ਜੇ ਕਿਤੇ ਮੱਕੀ ਦੀ ਰੋਟੀ ਆ ਤਾਂ ਉਹਦੀ ਚੂਰੀ ਕੁੱਟ ਕੇ ਦੇਣੀ, ਕਿਉਂਕਿ ਮੱਕੀ ਦੀ ਰੋਟੀ ਦੀ ਚੂਰੀ ਕੁੱਟੋ, ਜੋ ਮੈਨੂੰ ਲੱਗਦਾ ਹੋ ਸਕਦਾ ਤੁਹਾਡੇ ਵਾਲੇ ਪਾਸੇ ਕੋਈ ਹੋਰ ਤਰੀਕਾ ਹੋਵੇ। ਮੱਕੀ ਦੀ ਹੁੰਦੀ ਹੈ, ਮੱਕੀ ਦੀ ਹੁੰਦੀ ਹੈ, ਸਵਾਦ ਤਾਂ ਉਹਦਾ ਹੀ। ਜਦੋਂ ਲੱਡੂ ਜਿਹਾ ਉਹਦਾ ਵੱਟਣਾ, ਉਹ ਲੱਡੂ ਇੱਕਸਾਰ ਨਹੀਂ ਸੀ ਹੁੰਦੇ, ਦੋਨੋਂ ਬਰਾਬਰ ਨਹੀਂ ਹੋ ਸਕਦੇ, ਕਿਉਂਕਿ ਥੋੜਾ ਮੋਟਾ ਜਿਹਾ ਜਗਾੜ ਹੁੰਦਾ ਵਿੱਚ। ਉਹਦੇ ਵਿੱਚ ਫਿਰ ਨਿਆਣੇ ਨਹੀਂ ਮੈਂ ਉਹ ਚੂਰੀ ਲੈਣੀ ਆ, ਨਹੀਂ ਮੈਂ ਉਹ ਚੂਰੀ ਲੈਣੀ ਆ, ਉਹਦੇ ਵਿੱਚੋਂ ਫਿਰ ਮੜ ਜਾ ਪੱਟ ਕੇ ਉਧਰਲੇ ਪਾਸੇ ਲਾਉਣਾ, ਫਿਰ ਉਧਰਲੇ ਪਾਸੇ ਜਾਣੀ ਕਿ 13 ਤੋਲਣ ਵਾਲੀ ਗੱਲ ਕਰਨ ਦੀ। ਹੁਣ ਜਿਨ੍ਹਾਂ ਨੇ ਉਹ ਚੂਰੀ ਖਾਧੀ ਹੈ, ਹਾਲਾਂਕਿ ਅੱਜ ਹੋ ਸਕਦਾ ਕਿ ਉਹ ਨਹੀਂ ਜੀ ਉਹ ਨੰਗੇ ਹੱਥਾਂ ਦੇ ਨਾਲ ਐ ਨਹੀਂ ਕਰਨਾ, ਅੱਜ ਸਾਨੂੰ ਗਲਵਜ਼ ਪਾਉਣੇ ਚਾਹੀਦੇ ਆ, ਪਰ ਉਦੋਂ ਕੁਝ ਨਹੀਂ ਸੀ ਹੁੰਦਾ। ਉਦੋਂ ਤਾਂ ਪੈਰ ਵੀ ਨੰਗੇ ਹੁੰਦੇ ਸੀ, ਹੱਥ ਵੀ ਜਿਹੜੇ ਇੱਦਾਂ ਹੀ ਹੁੰਦੇ ਸੀ। ਉਹਦੇ ਵਿੱਚ ਹੀ ਖੰਡ ਪਾ ਲੈਣੀ, ਸ਼ੱਕਰ ਪਾ ਲੈਣੀ, ਜਾਂ ਉਹਦੇ ਵਿੱਚ ਮੱਖਣ ਪਾ ਲੈਣਾ, ਜਾਂ ਦੇਸੀ ਤੜਿਆ ਹੋਇਆ ਘਿਓ ਪਾ ਲੈਣਾ, ਤੇ ਉਹ ਚੂਰੀ ਦਾ ਜਿਹੜਾ ਸਵਾਦ ਸੀ, ਤੁਸੀਂ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਚਲੇ ਜਾਓ ਤੁਹਾਨੂੰ ਉਹ ਨਹੀਂ ਮਿਲਣਾ। ਬਾਅਦ ਵਿੱਚ ਜਦੋਂ ਗਰਮੀਆਂ ਹੋਣੀਆਂ, ਬੈਨੀਪਾਲ ਸਾਹਿਬ ਉਧਰੋਂ ਪੌਂ ਕੁਲਫੀ ਵਾਲੇ ਭਾਈ ਨੇ ਕਰਨਾ, ਤੇ ਨਿੱਕੇ ਨਿਆਣੇ ਕੋ ਕਾਹਦੇ ਪੈਸੇ, ਇਹ ਵੀ ਪਤਾ ਹੁੰਦਾ ਭਾਪਿਆਂ ਨੂੰ ਗਿਆ ਤਾਂ ਮੋਰ ਏਡਾ ਲਫੜ ਵੀ ਪੈਸਾ ਦਾ, ਕਿਉਂਕਿ ਸਾਰਾ ਮੂੰਹ ਢੱਕ ਲੈਣਾ। ਉਹ ਹੁਣ ਲਫੜ ਇਸ ਕਰਕੇ ਨਹੀਂ ਸੀ ਭਾਪਾ ਮਾਰਦਾ ਕਿ ਉਹ ਪੈਸੇ ਨਹੀਂ ਦੇਣੇ ਚਾਹੁੰਦਾ, ਹੁੰਦੇ ਨਹੀਂ ਸੀ। ਤੇ ਫਿਰ ਨਿੱਕੇ ਨਿਆਣੇ ਦੀ ਸਿੱਧੀ ਜਿੱਦ ਉਧਰਲੇ ਪਾਸੇ ਮਾੜੀ ਅੱਡੀ ਘੜੀਦੀ ਜਾਣੀ, ਮੈਂ ਕੁਲਫੀ ਖਾਣੀ ਆ, ਮੈਂ ਕੁਲਫੀ ਖਾਣੀ। ਤੇ ਦਾਦੀ ਨੇ ਨਾਲੇ ਮੂੰਹ ਤੇ ਹੱਥ ਫੇਰਿਆ, ਪੁੱਤ ਗਲ ਖਰਾਬ ਹੋ ਜਾਂਦਾ ਹੁੰਦਾ, ਪੁੱਤ ਅਜੇ ਚੰਗੀਆਂ ਨਹੀਂ ਹੁੰਦੀਆਂ, ਪੁੱਤ ਹੁਣ ਬਰਸਾਤਾਂ ਲੱਗ ਗਈਆਂ। ਪਹਿਲਾਂ ਤਾਂ 10-15 ਮਿੰਟ ਉਹਨੇ ਵਿਚਕਾਰਨਾ ਕਿ ਭਾਈ ਲੰਘ ਜੇ, ਹਾਂ ਭਾਈ ਲੰਘ ਜੇ ਪਰਲੇ ਪਾਸੇ, ਜੇ ਨਹੀਂ ਸਰਨਾ ਫਿਰ ਉਹਨੂੰ ਵੀ ਬਾਜ਼ ਮਾਰਨੀ, ਪੁੱਤ ਨੂੰ ਜਾਂ ਨੌਂ ਨੂੰ ਬਾਜ਼ ਮਾਰਨੀ, ਉਹ ਦੇ ਮੈਨੂੰ ਪਤਾ ਤੁਹਾਡੇ ਕੋਲ ਉੱਥੇ ਗੀਠੀ ਥੱਲੇ ਪਏ ਆ, ਜੇ ਤੁਹਾਡੇ ਕੋਲ ਹੈ ਨਹੀਂ ਤਾਂ ਉਹ ਸੰਦੂਕ ਦੇ ਵਿੱਚ ਨਾ ਖੱਬੇ ਪਾਸੇ ਨੂੰ ਹੱਥ ਮਾਰੀ, ਜਾਣੀ ਕਿ ਨਿਆਣੇ ਨੂੰ ਹਰ ਢੰਗ ਤਰੀਕੇ ਸੰਤੁਸ਼ਟ ਕਰਨ ਦਾ ਯਤਨ ਕਰਨਾ। ਅੱਜ ਤਾਂ ਮੈਨੂੰ ਲੱਗਦਾ ਹੁੰਦਾ ਕਿ ਮਾਰੋ ਮਾਰੀ ਪੈ ਗਈ ਹੈ, ਮੈਂ ਪੈ ਗਈ ਹੈ। ਹੋਰ ਬੈਨੀਪਾਲ ਸਾਹਿਬ ਇੱਕ ਮੈਨੂੰ ਗੱਲ ਚੇਤੇ ਆਉਂਦੀ ਹੈ ਕਿ ਆਮ ਤੌਰ ਤੇ ਨਾ ਦਾਦੀਆਂ ਨੂੰ ਬੜਾ ਨਿੱਘ ਭਰਪੂਰ ਸੱਦਾ ਹੁੰਦਾ ਸੀ, ਕਿਸੇ ਦੇ ਘਰੇ ਪਿੰਡ 'ਚ ਭੋਗ ਹੋਣਾ, ਮਾਈਆਂ ਹੋਣਾ, ਤੇ ਉਸ ਵੇਲੇ ਨਿਆਣਿਆਂ ਦੀ ਸਾਰੀ ਦੌੜ ਹੁੰਦੀ ਮੈਂ ਨਾਲ ਜਾਣਾ। ਤੇ ਦਾਦੀ ਨੇ ਫਿਰ ਉਂਗਲੀ ਫੜਾ ਲੈਣੀ, ਇੱਕ ਪਾਸੇ ਥਾਲ ਫੜਿਆ ਹੋਣਾ, ਜੇ ਮਾਈਆਂ ਤੇ ਜਾਣਾ ਦਾਣਿਆਂ ਦਾ, ਜਾਂ ਤਰੀਕਾ ਇਹਨਾਂ ਦਾ ਸਿਰ ਤੇ ਰੱਖਣਾ, ਹੱਥ ਵੀ ਨਹੀਂ ਸਲਾਉਣੇ, ਬੱਚਿਆਂ ਨੂੰ ਉਂਗਲ ਲਾ ਲੈਣੀ। ਤਾਂ ਫਿਰ ਉੱਥੇ ਇਹ ਵੀ ਦੱਸ ਜਾਣਾ, ਪੁੱਤ ਚੱਪਲਾਂ ਉੱਥੇ ਖਿਆਲ ਨਾਲ ਲਾਉਣੀਆਂ, ਜਿੱਥੋਂ ਲਾਉਣੀਆਂ ਪਰਲੇ ਪਾਸੇ ਲਾਉਣੀਆਂ, ਉੱਥੋਂ ਪਾਉਣੀਆਂ ਵੀ ਹੈ। ਇਹ ਵੀ ਕਹਿਣਾ ਕਿ ਮੇਰੇ ਕੋਲੇ ਰਹਿਣਾ, ਬਾਹਰਲੇ ਪਾਸੇ ਨਹੀਂ ਜਾਣਾ, ਔਰ ਖੇਡਣਾ ਤਾਂ ਹੈਗਾ ਪਰ ਇੱਥੇ ਮੇਰੀ ਨਿਗਾਹ 'ਚ ਰਹਿਣਾ। ਫਿਰ ਜੇ ਕਿਤੇ ਨਿਆਣੇ ਨੇ ਖੇਡਦੇ ਖੂਡਦੇ, ਕਿਉਂਕਿ ਸਾਰੇ ਨਿਆਣੇ ਹੋਣੇ, ਤਾਂ ਫਿਰ ਪਿੱਛੇ ਦੇਖਣ ਵੀ ਆਉਣਾ, ਇਹ ਵੀ ਦੇਖਣਾ ਤੂੰ ਚੱਪਲਾਂ ਪੁੱਤ ਕਿਸੇ ਦੀਆਂ ਤਾਂ ਨਹੀਂ ਪਾਇਆ, ਤੂੰ ਆਪਣੀਆਂ ਤਾਂ ਨਹੀਂ ਛੱਡਿਆ ਆ। ਇਹਦੇ ਵਿੱਚ ਇੱਕ ਇਹਨਾਂ ਦਾ ਰੋਲ ਹੋਰ ਬਹੁਤ ਮਹਾਨ ਆ। ਪਹਿਲੀ ਗੱਲ ਤਾਂ ਜੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਨਵਾ ਕੇ ਬੱਚੇ ਨੂੰ ਜਾਂ ਬੱਚੀ ਨੂੰ ਦਾਦੀ ਕੋਲ ਬੜਾ ਦੇਣਾ ਜੀ, ਫੜਾਉਣ ਤੋਂ ਬਾਅਦ ਉਹਨੇ ਕਹਿਣਾ ਇਦਾਂ ਕਰ, ਮਾੜਾ ਜਿਹਾ ਘਿਓ ਗਰਮ ਕਰਕੇ ਲਿਆ ਦੇ, ਜਾਂ ਸਰੋਂ ਦਾ ਤੇਲ ਲਿਆ ਦੇ, ਸਰੀਰ ਦੀ ਮਾਲਿਸ਼ ਕਰਨੀ। ਫਿਰ ਕਹਿਣਾ ਇਦਾਂ ਕਰ, ਮੱਖਣ ਦੇ ਮੈਂ ਇਹਦੇ ਸਿਰ ਤੇ ਥੋੜਾ ਜਿਹਾ ਤਾਲੂਏ ਚਲਾ ਦਾਂ, ਤਾਲੂ ਦੇ ਵਿੱਚ ਮੱਖਣ ਲਾ ਦੇਣਾ। ਕਿਉਂਕਿ ਦਾਦੀ ਸਿਰਫ ਇੱਕ ਬਜ਼ੁਰਗ ਹੋਣ ਦੇ ਨਾਤੇ ਸਿਰਫ ਇਹੀ ਰੋਲ ਅਦਾ ਨਹੀਂ ਸੀ ਕਰਦੀ, ਘਰ ਦੀ ਡਾਕਟਰ ਤੇ ਵੈਦ ਹਕੀਮ ਵੀ ਉਹੀ ਹੁੰਦੀ ਸੀ ਜੀ। ਆਹ ਮੈਂ ਫੱਕੀ ਬਣਾ ਕੇ ਰੱਖ ਦਿੱਤੀ, ਆਹ ਭਾਈ ਜੇ ਇਹਨੂੰ ਆਹ ਆਰਡ ਬਹੇੜਾ ਦੇ ਦਿਓ। ਉਹਨਾਂ ਨੂੰ ਘੱਟੋ ਘੱਟ ਇਹਨਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਸੀ। ਜੇ ਠੰਡ ਲੱਗ ਗਈ ਹੈ ਤਾਂ ਭਾਈ ਕੀ ਦੇਣਾ, ਜੇ ਇਹਨਾਂ ਨੂੰ ਗਰਮੀ ਮਹਿਸੂਸ ਹੁੰਦੀ ਹੈ ਤਾਂ ਕੀ ਦੇਣਾ, ਥੋੜਾ ਬਹੁਤਾ ਸਿਰ ਦੁਖਣ ਲੱਗ ਗਿਆ ਤਾਂ ਕੀ ਦੇਣਾ,
ਸੋ ਇੱਕ ਘਰ ਦੇ ਵਿੱਚ ਉਹ ਸਾਂਝਾ ਬੰਨ ਤਾਂ ਸੀ, ਉਹਦੇ ਨਾਲ ਨਾਲ ਉਹ ਇੱਕ ਡਾਕਟਰ, ਇੱਕ ਵੈਦ, ਇੱਕ ਹਕੀਮ ਦਾ ਰੋਲ ਵੀ ਵਧੀਆ ਅਦਾ ਕਰਦੇ ਸੀ। ਉਹਨਾਂ ਦੇ ਆਪਣੇ ਨੁਸਖੇ ਹੁੰਦੇ ਤੇ ਨੁਸਖੇ ਬਣਾ ਕੇ ਰੱਖਣੇ। ਕਈ ਵਾਰੀ ਜਿਹੜੀਆਂ ਦਵਾਈ ਬੂਟੀ ਬਜ਼ੁਰਗ ਖਾਂਦੀਆਂ ਔਰਤਾਂ, ਉਹਨਾਂ ਦੇ ਸਿਰਹਾਣੇ ਹੀ ਪਈਆਂ ਹੁੰਦੀਆਂ ਜੀ। ਸੋ ਉਹਨਾਂ ਨੇ ਜਾਂ ਫਿਰ ਦੂਰ ਉਹ ਟਾਂਟ ਤੇ ਪਈ ਹੈ, ਉੱਥੋਂ ਮੈਨੂੰ ਲਿਆ ਕੇ ਦੇਈ ਪੁੱਤ, ਹਰੀ ਰੰਗ ਦੀ ਬੱਟੀ ਹੈ ਜੀ। ਬੱਟੀ ਕਹਿਣਾ ਉਹਨਾਂ ਨੇ, ਕਿਉਂਕਿ ਉਹਨੂੰ ਪਤਾ ਨਹੀਂ ਗੋਲੀ ਹੁੰਦੀ ਹੈ। ਜਾਂ ਉਹਨੇ ਕਹਿਣਾ ਇੱਕ ਖਾਕੀ ਜੀ ਗੋਲੀ ਹੈ ਭਾਈ, ਖਾਕੀ ਕਹਿਣਾ ਖਾਕੀ ਹੈ ਭਾਈ। ਆ ਇੱਕ ਤਾਂ ਮੈਂ ਚੁੰਨੀ ਦੇ ਲੜੇ ਬੰਨੀ ਹੋਈ ਹੈ, ਇਹ ਮੈਨੂੰ ਪਤਾ ਮੈਂ 2 ਵਾਰੀ ਲੈਣੀ ਸੀ, ਉਹ ਮੈਂ ਰਾਤ ਨੂੰ ਇਹ ਲੈਣੀ ਹੈ, ਰੋਟੀ ਬਣਾ ਦਿਓ ਭਾਈ, ਬਣਾ ਦਿਓ। ਇਹਦੇ ਨਾਲ ਨਾਲ ਇੱਕ ਹੋਰ ਸਭ ਤੋਂ ਅਹਿਮ ਜੇ ਆਪਾਂ ਅੱਜ ਜ਼ਿਕਰ ਨਾ ਕੀਤਾ, ਮੇਰਾ ਖਿਆਲ ਆਪਣਾ ਪ੍ਰੋਗਰਾਮ ਅਧੂਰਾ ਰਹਿ ਜਾਣਾ। ਹੁਣ ਦਾਦੀਆਂ ਤੁਹਾਨੂੰ ਬਿਲਡ ਕਿਵੇਂ ਕਰਦੀਆਂ ਨੇ, ਤੁਹਾਡਾ ਕਰੈਕਟਰ ਕਿਵੇਂ ਬਿਲਡ ਕਰਦੀਆਂ ਨੇ। ਮਾਤਾ ਗੁਜਰੀ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜਦੋਂ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਜੀ ਦੇ ਕੁੱਖੋਂ ਪੈਦਾ ਹੁੰਦੇ ਆ, ਉਹਨਾਂ ਵੇਲਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਵੇਲਿਆਂ ਦੇ ਵਿੱਚ ਉਸ ਵਕਤ ਯਾਤਰਾ ਤੇ ਗਏ ਹੋਏ ਸੀ, ਉਹ ਘਰ ਨਹੀਂ ਸੀ। ਇਹਦਾ ਮਤਲਬ ਆ ਉਹਨਾਂ ਨੇ ਜਨਮ ਦੇਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੋ ਜਿਹੀ ਸਿੱਖਿਆ ਦਿੱਤੀ ਹੋਣੀ ਹੈ, ਕਿਹੋ ਜਿਹਾ ਜਾਂਬਾਜ਼, ਕਿਹੋ ਜਿਹਾ ਸੂਰਬੀਰ ਯੋਧਾ ਪੈਦਾ ਕਰ ਦਿੱਤਾ ਉਹਨਾਂ ਦੀ ਕੁੱਖ ਨੇ। ਉਹਦੇ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਆ ਜਾਂਦੇ ਨੇ, ਆਨੰਦਪੁਰ ਸਾਹਿਬ ਵੀ 4 ਪੋਤਰਿਆਂ ਦੀ ਦੇਖ ਰੇਖ ਮਾਤਾ ਗੁਜਰੀ ਜੀ ਦੀ ਦੇਖ ਰੇਖ 'ਚ ਹੋ ਰਹੀ ਹੈ। ਮਾਤਾ ਗੁਜਰੀ ਜੀ ਨੇ ਕਿਹੋ ਜਿਹੀ ਸਿੱਖਿਆ ਦਿੱਤੀ ਹੋਣੀ ਹੈ। ਕਿਦੋਂ ਵੱਡੇ ਸੀ ਜਿਹੜੇ, ਉਹ ਤੁਹਾਨੂੰ ਪਤਾ ਕਿ ਚਮਕੌਰ ਸਾਹਿਬ ਦੀ ਜੰਗ ਵਿੱਚ ਜੂਝਦੇ ਸ਼ਹੀਦੀ ਪ੍ਰਾਪਤ ਕਰ ਗਏ। ਜਿਹੜੇ 2 ਛੋਟੇ ਸੀ, ਛੋਟੀਆਂ ਬਾਲ ਉਮਰਾਂ ਉਹਨਾਂ ਦੀਆਂ, ਤੁਸੀਂ ਦੇਖੋ ਵੀ ਕਿਹੋ ਜਿਹੇ ਹਾਲਾਤ ਹੋਣਗੇ ਸਰਸਾ ਨਦੀ ਦੇ ਵਿੱਚੋਂ ਜਦੋਂ ਵਿਛੋੜਾ ਪੈਂਦਾ, ਕਿਵੇਂ ਉਹਨਾਂ ਨੂੰ ਹੁਣ ਵੀ ਆਪਾਂ ਵੇਖਦੇ ਹਾਂ, ਕੋਈ ਜੰਗਲ ਵੇਲੇ ਹੋਣਗੇ, ਕੋਈ ਰਾਹ ਤਾਂ ਹੋਣਾ ਨਹੀਂ। ਕਿਵੇਂ ਉਹ ਕੋਟਲਾ ਨਿਹੰਗ ਖਾਨ ਹੁੰਦੇ ਕਿਵੇਂ ਗੰਗੂ ਦੀ ਸਹੇੜੀ ਆਏ ਹੋਣਗੇ, ਕਿਵੇਂ ਗੰਗੂ ਨੇ ਫੜਾਏ ਹੋਣਗੇ, ਕਿਵੇਂ ਮਰਿੰਡੇ ਕੋਤਵਾਲ ਕੋਲ ਗਏ ਹੋਣਗੇ। ਹੁਣ 5-7 ਵਰਿਆਂ ਦੀ ਕਿਹੜੀ ਉਮਰ ਹੁੰਦੀ ਹੈ? ਅੱਜ 5-7 ਵਰਿਆਂ ਦੀ ਉਮਰ ਆਪਾਂ ਕਿੰਨੇ ਸਦੀਆਂ ਅੱਗੇ ਆ ਗਏ, 3-3.5 ਸਦੀਆਂ ਹੋ ਗਈਆਂ। ਅੱਜ ਵੀ ਜੇਕਰ 5 ਵਰਿਆਂ ਦੇ ਨਿਆਣੇ ਨੂੰ ਜਾਂ 7 ਵਰਿਆਂ ਦੇ ਨਿਆਣੇ ਨੂੰ ਆਪਾਂ ਕਹੀਏ ਕਿ ਤੇਰੇ ਸਾਹਮਣੇ ਮੌਤ ਆ, ਡਰ ਕੇ ਭੱਜ ਜਾਊ ਆਰਾਮ ਨਾਲ। ਉਹਨੂੰ ਪੁਲਿਸ ਵਾਲੇ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਫੜ ਕੇ ਲੈ ਜਾਊ, ਹੱਥਕੜੀਆਂ ਲਾਊ, ਤਾਂ ਸਾਇਰਨ ਦੇਖ ਕੇ ਡਰ ਜਾਂਦੇ ਆ। ਤੁਸੀਂ ਦੇਖੋ ਵੀ ਉਹਨਾਂ ਦੇ ਅੰਦਰ ਕੀ ਜਜ਼ਬਾ ਪੈਦਾ ਕੀਤਾ ਹੋ, ਕਿਹੋ ਜਿਹੀ ਸਿੱਖਿਆ ਦਾਦੀ ਨੇ ਸੁਣਾਈ ਹੋਊ, ਉਹਨਾਂ ਨੂੰ ਕਿਹੋ ਜਿਹਾ ਭਰਿਆ ਹੋਊ ਉਹਨਾਂ ਦੇ ਅੰਦਰ, ਕਿਹੋ ਜਿਹੇ ਰੋਲ ਮਾਡਲ ਬਣਾਏ ਹੋਣਗੇ। ਨਾ ਤਾਂ ਉਹ ਗ੍ਰਿਫਤਾਰੀ ਤੋਂ ਡਰੇ। ਕਚਹਿਰੀ ਦੇ ਵਿੱਚ ਜਦੋਂ ਸਰਹੰਦ ਦਾ ਨਵਾਬ ਉਹਨਾਂ ਨੂੰ ਕੱਲਿਆਂ ਨੂੰ ਸੱਦਦਾ, ਹੁਣ ਮਾਤਾ ਗੁਜਰੀ ਤਾਂ ਨਾਲ ਨਹੀਂ, ਰਾਤ ਭਰ ਠੱਕਾ ਵਗ ਰਿਹਾ, ਹਵਾ ਲੱਗ ਰਹੀ ਹੈ, ਠੰਡੇ ਬੁਰਜ 'ਚ ਬਿਠਾਏ ਹੋਏ ਨੇ, ਕੱਪੜਾ ਉੱਤੇ ਹੈ ਨਹੀਂ। ਪਹਿਲੀ ਗੱਲ ਤੇ ਠੰਡ ਕਿੰਨੀ ਹੋਣੀ ਹੈ, ਦਸੰਬਰ ਦੇ ਮਹੀਨੇ ਕਦੇ ਬਾਹਰ ਪੈ ਕੇ ਦੇਖੀਏ ਆਪਾਂ, ਆਲੇ ਦੁਆਲੇ ਦਰਵਾਜ਼ਾ ਕੋਈ ਤਾਕੀ ਨਾ ਹੋਵੇ, ਉੱਪਰ ਦੀ ਫਿਰ ਇਹ ਵੀ ਪਤਾ ਹੋਵੇ ਦੁਸ਼ਮਣਾਂ ਦੀ ਗ੍ਰਿਫਤ ਦੇ ਵਿੱਚ ਆ, ਤੇ ਇਹ ਵੀ ਪਤਾ ਹੋਵੇ ਅੱਜ ਜਿਹੜੀ ਕੋਰਟ ਕਚਹਿਰੀ 'ਚ ਲੱਗਣਾ। ਹੁਣ ਆਪਾਂ ਕਈ ਵਾਰੀ ਕੋਈ ਕੇਸ ਛੋਟਾ ਮੋਟਾ 751 ਦਾ ਹੀ ਚੱਲਦਾ ਹੁੰਦਾ ਜੀ, ਜੱਜ ਸਾਹਿਬ ਮੂਹਰੇ ਜਾ ਕੇ ਵੈਸੇ ਹੀ ਲੱਤਾਂ ਕੰਬਣ ਲੱਗ ਜਾਂਦੀਆਂ ਨੇ, ਪਤਾ ਨਹੀਂ ਯਾਰ ਕੀ ਪੁੱਛ ਲੈਣਾ, ਪਤਾ ਨਹੀਂ ਕਿਹਨੇ ਗਵਾਹੀ ਮੇਰੇ ਖਿਲਾਫ ਦੇ ਦੇਣੀ ਹੈ, ਪਤਾ ਨਹੀਂ ਥਾਣੇਦਾਰ ਨੇ ਰਿਪੋਰਟ 'ਚ ਕੀ ਲਿਖਤਾ ਹੋਣਾ। ਹੁਣ ਉਹ ਛੋਟੇ ਬਾਲ ਨੇ, ਆਲੇ ਦੁਆਲੇ ਅਮੀਰ, ਵਜ਼ੀਰ, ਨਵਾਬ ਉਹ ਬੈਠੇ ਆ। ਹੁਣ ਉਹਨਾਂ ਨੇ ਸਤਿਕਾਰ ਨਾਲ ਤਾਂ ਪੇਸ਼ ਨਹੀਂ ਆਏ ਹੋਣੇ, ਘੂਰੀਆਂ ਤਾਂ ਵੱਟੀਆਂ ਹੀ ਹੋਣੀਆਂ, ਧਮਕੀਆਂ ਤਾਂ ਦਿੱਤੀਆਂ ਹੋਣੀਆਂ ਨੇ। ਇਤਿਹਾਸ ਦੇ ਵਿੱਚ ਤਾਂ ਇਹੀ ਜ਼ਿਕਰ ਆਉਂਦਾ ਨਾ ਵੀ ਧਮਕੀਆਂ ਦਿੱਤੀਆਂ ਨੇ। ਤੁਸੀਂ ਉਹ 5 ਤੇ 7 ਸਾਲ ਦੇ ਬੱਚਿਆਂ ਨੂੰ ਉਹਨਾਂ ਦਾ ਟਾਕਰਾ ਕਿਵੇਂ ਕੀਤਾ। ਸੋ ਇੱਥੋਂ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਮਾਤਾ ਗੁਜਰੀ ਦੀ ਜਾਂ ਇੱਕ ਦਾਦੀ ਦੀ ਕੀ ਅਹਿਮੀਅਤ ਹੋ ਸਕਦੀ ਹੈ, ਜਿਹਨੂੰ ਅਸੀਂ ਅੱਜ ਹੌਲੀ ਮਨਫੀ ਕਰਦੇ ਜਾ ਰਹੇ ਹਾਂ। ਫਿਰ ਇਹ ਦੇਖੋ ਕਿ ਉਹਨਾਂ ਦਾ ਆਪਣੇ ਪੋਤਰਿਆਂ ਦੇ ਨਾਲ ਮੁਹੱਬਤ ਕਿੰਨੀ ਹੋਣੀ ਹੈ। ਜਦੋਂ ਇਸ ਗੱਲ ਦੀ ਖਬਰ ਉਹਨਾਂ ਨੂੰ ਪਤਾ ਲੱਗੀ ਹੈ ਕਿ ਅੱਜ ਪੋਤਰਿਆਂ ਦਾ ਆਖਰੀ ਦਿਨ ਹੈ, ਅੱਜ ਸ਼ਹਾਦਤ ਦਾ ਦਿਨ ਹੈ, ਪੋਤਰੇ ਜਾਣ ਤੋਂ ਪਹਿਲਾਂ ਕਵੀ ਲਿਖਦਾ ਕਿ ਕਹਿੰਦੇ ਨੇ, ਮਾਤਾ ਤੇਰੇ ਬਿਨਾਂ ਸਾਡਾ ਉੱਥੇ ਵੀ ਜੇ ਦਿਲ ਨਹੀਂ ਲੱਗਣਾ, ਤੇਰੀ ਗੋਦ ਬਿਨਾਂ, ਤੇਰੀ ਗੋਦੀ ਦੇ ਬੁੱਕਲ ਦੇ ਨਿੱਘ ਬਿਨਾਂ ਸਾਨੂੰ ਨੀਂਦ ਨਹੀਂ ਆਉਣੀ। ਇਕਰਾਰ ਦੇਖੋ ਕੀ ਕਰਦੇ ਆ ਕਿ ਪੁੱਤੋ ਤੁਸੀਂ ਚੱਲੋ, ਤੁਹਾਡੇ ਜਾਣ ਤੋਂ ਪਹਿਲਾਂ ਮੈਂ ਬੈਠੀ ਹੋਣੀ ਹੈ। ਸੋ ਇਹ ਦਾਦੀ ਇੱਕ ਆਪਣੇ ਪੁੱਤ ਜਾਂ ਪੋਤਰਿਆਂ ਵਾਸਤੇ ਜਾਂ ਪੋਤਰੀਆਂ ਵਾਸਤੇ ਕਿਹੋ ਜਿਹੀ ਉਦਾਹਰਨ ਬਣ ਸਕਦੀ ਹੈ। ਸੋ ਅਸੀਂ ਆਪਣੇ ਸਮਾਜ ਦੇ ਵਿੱਚੋਂ ਉਸ ਰਿਸ਼ਤੇ ਨੂੰ ਦੂਰ ਨਾ ਕਰੀਏ, ਭਾਵੇਂ ਅਸੀਂ ਤੰਗੀ ਕਰਕੇ ਦੂਰ ਕਰਦੇ ਹਾਂ, ਭਾਵੇਂ ਕਿਸੇ ਰੋਸੇ ਗਿਲੇ ਸ਼ਿਕਵੇ ਕਰਕੇ ਦੂਰ ਕਰਦੇ ਹਾਂ, ਪਰ ਉਹਦੇ ਨਾਲ ਅਸੀਂ ਆਪਣਾ ਤੇ ਆਪਣੇ ਬੱਚਿਆਂ ਦਾ ਵੱਡਾ ਨੁਕਸਾਨ ਕਰਦੇ ਹਾਂ। ਬੈਨੀਪਾਲ ਸਾਹਿਬ, ਜਦੋਂ ਨਾ ਦਾਦੀ ਸ਼ਬਦ ਆਉਂਦਾ ਹੈ, ਉਦੋਂ ਮੈਂ ਸੋਚਦਾ ਹੁੰਦਾ ਕਿ ਉਹ ਸਥਿਤੀ ਕੀ ਹੈ, ਸਾਨੂੰ ਸਾਰਿਆਂ ਨੂੰ ਚਿਤਵਣੀ ਚਾਹੀਦੀ ਹੈ, ਕਲਪਨਾ ਉਹਦੀ ਕਰਨੀ ਚਾਹੀਦੀ ਹੈ। ਉਹ ਸਟੇਜ ਹੋ ਜਾਂਦੀ ਹੈ ਜਦੋਂ ਪੇਕਿਆਂ ਵਾਲੇ ਪਾਸਿਓਂ ਥੋੜ੍ਹਾ ਨਾਤਾ ਘਟ ਜਾਂਦਾ ਹੈ, ਥੋੜ੍ਹਾ ਨਾਤਾ ਟੁੱਟ ਜਾਂਦਾ, ਜਾਂ ਬੰਦਾ ਆਪਣੀ ਇੱਛਾ ਦੇ ਮੁਤਾਬਕ, ਜਦੋਂ ਤਾਂ ਬੰਦਾ ਜਵਾਨ ਹੁੰਦਾ ਚੱਲ ਪਏ, ਭਾਵੇਂ ਤੁਰ ਕੇ ਚੱਲ ਜਾਓ, ਪੇਕੇ ਪਹੁੰਚੋ। ਉਧਰਲੇ ਪਾਸਿਓਂ ਵੀ ਉਹ ਪਹਿਲੇ ਰਿਸ਼ਤੇ ਜਿਹੜੇ ਹੁੰਦੇ ਆ, ਭਰਾ ਹੁੰਦੇ ਆ, ਉਹ ਭੈਣਾਂ ਹੁੰਦੀਆਂ, ਉਹ ਵੀ ਅਜੇ ਜਵਾਨ ਹੁੰਦੇ, ਉਹ ਵੀ ਆ ਸਕਦੇ ਆ, ਪਰ ਹੌਲੀ ਉਹ ਵੀ ਬਜ਼ੁਰਗ ਹੋ ਗਿਆ ਤੇ ਇੱਧਰਲੇ ਪਾਸੇ ਬਜ਼ੁਰਗ, ਇੱਧਰਲੀ ਵੀ ਪੀੜ੍ਹੀ ਹੋਰ ਆ ਗਈ ਤੇ ਉੱਧਰਲੀ ਵੀ ਆ ਗਈ। ਕਈਆਂ ਦੇ ਰਿਸ਼ਤਿਆਂ 'ਚ ਅਜੇ ਵੀ ਬੜਾ ਨਿੱਘ ਹੈ, ਪਰ ਉਦੋਂ ਤੱਕ ਕਈ ਵਾਰੀ ਨਿੱਘ ਹੌਲੀ ਘਟ ਜਾਂਦੀ ਆ, ਜਾਂ ਮਜਬੂਰੀ ਉਹਨਾਂ ਦਾ ਅਗਲਾ ਜਿਹੜਾ ਪੜਾਅ ਹੋ ਜਾਂਦਾ। ਉੱਧਰਲੇ ਪਾਸਿਓਂ ਵੀ ਵਰਿਸ਼ਮਾਹੀ ਕਿਸੇ ਨਾ ਕਿਸੇ ਨੇ ਆਉਣਾ,
ਉਹਨਾਂ ਦੀ ਸਾਰੀ ਟੇਕ ਫਿਰ ਘਰ ਤੇ ਹੁੰਦੀ ਹੈ। ਹੁਣ ਜਦੋਂ ਘਰ ਤੇ ਟੇਕ ਹੁੰਦੀ ਹੈ ਤੇ ਕਈ ਬਜ਼ੁਰਗਾਂ ਨੂੰ ਦੇਖੋ ਸਹਿਣ ਕੀ ਕਰਨਾ ਪੈਂਦਾ। ਕਈ ਮਾਵਾਂ ਦੇ ਸਾਹਮਣੇ ਉਹਨਾਂ ਦੇ ਪੁੱਤ ਧੀਆਂ ਜਿਹੜੇ ਆ ਜਹਾਨੋਂ ਚਲੇ ਜਾਂਦੇ ਆ ਜੀ, ਉਹ ਫਿਰ ਵੀ ਸਬਰ ਦਾ ਘੁੱਟ ਭਰ ਕੇ ਰੱਖਦੀਆਂ। ਜਦੋਂ ਜਹਾਨੋਂ ਚਲੇ ਜਾਂਦੇ ਆ ਪੁੱਤ ਵੀ ਧੀਆਂ ਵੀ, ਹਾਲਾਂਕਿ ਉਮਰ ਉਹਨਾਂ ਦੀ ਹੁੰਦੀ ਨਹੀਂ ਜਾਣਦੀ, ਅਚਨਚੇਤ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ, ਪਰ ਉਹ ਡੋਲਦੀਆਂ ਨਹੀਂ। ਹੋ ਸਕਦਾ ਅੰਦਰੋਂ ਡੋਲਦੀਆਂ ਹੋਣ, ਪਰ ਉਹ ਕਦੇ ਵੀ ਇਸ ਤਰੀਕੇ ਸਾਹਮਣੇ ਨਹੀਂ ਦਿਖਾਉਂਦੀਆਂ ਕਿ ਭਾਈ ਅਸੀਂ ਡੋਲੇ ਆ। ਸਗੋਂ ਅਗਲੇ ਜਿਹੜੇ ਹੋਰ ਇੱਕ ਤੀਸਰੀ ਪੀੜ੍ਹੀ ਹੁੰਦੀ ਹੈ, ਕਿਉਂਕਿ ਪੁੱਤ ਦੇ ਵੀ ਨਿਆਣੇ ਆ, ਧੀ ਦੇ ਵੀ ਨਿਆਣੇ ਆ, ਜੀ, ਉਹਨਾਂ ਨੂੰ ਸਹਾਰਾ ਵੀ ਦੇਣਾ ਹੈ। ਪਤਾ ਉਹਨਾਂ ਨੂੰ ਹੁੰਦਾ ਹੈ ਕਿ ਜੇ ਅਸੀਂ ਡੋਲ ਗਈਆਂ ਤਾਂ ਭਾਈ ਤਾਂ ਫਿਰ ਇਹ ਤਾਂ ਫਿਰ ਗਏ ਹੀ ਗਏ। ਉਹ ਫਿਰ ਘਰ ਦਾ ਬੂਹਾ ਬਣ ਕੇ ਬਹਿੰਦੀਆਂ। ਇਹਦੇ ਨਾਲ ਕਈ ਵਾਰੀ ਪੁੱਤ ਤੇ ਧੀਆਂ ਸਾਰੇ ਕਾਇਮ ਹੁੰਦੇ ਆ, ਪਰ ਇੱਦਾਂ ਦੀ ਲੜਾਈ ਪੈਂਦੀ ਆ, ਇੱਦਾਂ ਦੇ ਝਗੜੇ ਪੈਦਾ ਹੋ ਜਾਂਦੇ ਆ, ਉਸ ਵੇਲੇ ਵੀ ਉਹਨਾਂ ਦੇ ਲਈ ਜੀਣਾ ਬੜਾ ਔਖਾ ਹੋ ਜਾਂਦਾ। ਕਈ ਵਾਰੀ ਪੁੱਤ ਧੀ ਕੋਈ ਗਲਤ ਸੰਗਤ 'ਚ ਪੈ ਜਾਵੇ, ਕੋਈ ਨਸ਼ੇ 'ਚ ਪੈ ਜਾਵੇ, ਕੋਈ ਇੱਧਰ ਉੱਧਰ ਪੈ ਜਾਵੇ, ਫਿਰ ਵੀ ਕੰਮ ਔਖਾ ਹੁੰਦਾ। ਸਮਾਜ ਨੂੰ ਮੂੰਹ ਦਿਖਾਉਣਾ, ਸਮਾਜ ਦੇ ਵਿੱਚ ਗੱਲਾਂ ਬਾਤਾਂ ਵੀ ਹੁੰਦੀਆਂ, ਕਿਉਂਕਿ ਹਰ ਬੰਦਾ ਸਿਰ ਉੱਚਾ ਕਰਕੇ ਜੀਣਾ ਚਾਹੁੰਦਾ। ਹਰ ਬੰਦਾ ਚਾਹੁੰਦਾ ਕਿ ਭਾਈ ਮੇਰੀ ਅਗਲੀ ਪੀੜ੍ਹੀ ਹੈ ਜਿਹੜੀ ਉਹ ਭੋਰਾ ਕਿੱਦਾਂ ਦਾ ਮੇਰੇ ਤੋਂ ਵਧੀਆ ਕੰਮ ਕਰ ਜਾਏ, ਜਿਹਦੇ ਕਰਕੇ ਮੈਂ ਕਿਸੇ ਨੂੰ ਦੱਸਣ ਜੋਗੇ ਹੋਵਾਂ ਕਿ ਭਾਈ ਆਪਾਂ ਬੜੇ ਸੰਤੁਸ਼ਟ ਹਾਂ ਜੀ। ਪਰ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਇਸ ਅਵਸਥਾ 'ਚੋਂ ਨਿਕਲਦੇ ਆ ਜਦੋਂ ਕਈ ਵਾਰੀ ਪੁੱਤ ਧੀ ਚੰਗਾ ਨਹੀਂ ਨਿਕਲਦਾ, ਜਾਂ ਘਰਾਂ ਦੇ ਵਿੱਚ ਲੜਾਈਆਂ ਝਗੜੇ, ਪੈਸੇ ਬਹੁਤ ਆ ਜਾਂਦੇ ਆ, ਤਰੱਕੀਆਂ ਬਹੁਤ ਹੋ ਜਾਂਦੀਆਂ, ਪਰ ਝਗੜੇ ਪੈਦਾ ਹੋ ਜਾਂਦੇ ਆ। ਉਹ ਤਾਂ ਚਾਹੁੰਦੇ ਆ ਕਿ ਸਾਰੇ ਜਣੇ ਇਕੱਠੇ ਰਹਿਣ, ਇੱਥੇ ਖੇਡਣ ਮੱਲਣ, ਪਰ ਸੰਭਵ ਨਹੀਂ ਹੋ ਪਾਉਂਦਾ। ਤੇ ਜਿਨ੍ਹਾਂ ਦੇ ਜੀ ਜਹਾਨੋਂ ਚਲੇ ਜਾਂਦੇ ਆ ਉਹ ਬਹੁਤਾ ਔਖਾ ਹੋ ਜਾਂਦਾ। ਹੁਣ ਬੈਨੀਪਾਲ ਸਾਹਿਬ ਮੈਂ ਸੋਚ ਰਿਹਾ ਸੀ 2 2.5 3 ਮਹੀਨੇ ਜੀ, ਆ ਵਾਇਰਸ ਦੇ ਕਰਕੇ ਜੇ ਘਰੇ ਰਹਿਣਾ ਪੈ ਜਾਵੇ, ਨੌਕਰੀ ਛੁੱਟ ਜਾਏ, ਜੇ ਉਹ ਹੋ ਜਾਵੇ, ਸਾਨੂੰ ਇਹ ਲੱਗਦਾ ਹੁੰਦਾ ਕਿ ਕੰਮ ਬੜਾ ਖਰਾਬ ਹੋ ਗਿਆ। ਪਰ ਉਹਨਾਂ ਦੇ ਵਿੱਚ ਬੀਬੀਆਂ 'ਚ ਸਬਰ ਕਿੰਨਾ ਸੀ। ਹੁਣ ਤਾਂ ਬਹੁਤ ਕੁਝ ਆ ਗਿਆ, ਜਨਰੇਟਰ ਆ ਗਿਆ, ਇਨਵਰਟਰ ਆ ਗਿਆ, ਸਭ ਕੁਝ ਆ ਗਿਆ। ਪਹਿਲਾਂ ਤਾਂ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ। ਸਾਰੀ ਰਾਤ ਬੱਤੀ ਨਾ ਆਉਣੀ, ਬਿਜਲੀ ਨਾ ਆਉਣੀ। ਉਦੋਂ ਫਿਰ ਦਾਦੀਆਂ ਦੇ ਕੋਲੇ ਇੱਕੋ ਕੰਮ ਹੁੰਦਾ, ਨਿਆਣਿਆਂ ਨੇ ਜਿੱਦ ਕਰਨੀ ਕਿ ਸੌਣਾ ਦਾਦੀ ਨਾਲ ਹੀ ਸੌਣਾ। ਉਹਨਾਂ ਦੇ ਕੋਲੇ ਫਿਰ ਇੱਕ ਪੱਖੀ ਹੁੰਦੀ ਸੀ, ਆਮ ਤੌਰ ਤੇ ਰੜਾ ਹੀ ਮੰਜਾ ਹੁੰਦਾ ਸੀ। ਇਹ ਨਹੀਂ ਕਿ ਉਹ ਤਲਾਈ ਵਿਛਾਉਣਾ ਨਹੀਂ ਸੀ ਚਾਹੁੰਦੀਆਂ, ਜਾਂ ਉਹ ਦਰੀ ਖੇਸੀ ਕੋਈ ਵਿਛਾਉਣਾ ਨਹੀਂ ਸੀ ਚਾਹੁੰਦੀਆਂ। ਉਹ ਹੁੰਦਾ ਕਿ ਰੜੇ ਮੰਜੇ ਦੇ ਉੱਤੇ ਹੀ ਫਿਰ ਠੀਕ ਹੈ ਭਾਈ। ਹੁਣ ਉਦੋਂ ਸਾਰੀ ਰਾਤ ਹੀ ਉਹਨਾਂ ਨੇ ਪੱਖੀ ਝੱਲੀ ਜਾਣੀ, ਬਾਤਾਂ ਵੀ ਸੁਣਾਈ ਜਾਣੀਆਂ। ਹੱਥ ਥੱਕਦਾ ਹੀ ਹੋਊਗਾ, ਬਜ਼ੁਰਗ ਹੱਥ ਆ, ਹੱਡੀਆਂ ਦੇ ਨਾਲ ਉਹ ਮਾਸ ਜਿਹੜਾ ਉਹ ਲਟਕਣ ਲੱਗ ਪਿਆ, ਨਿਗਾਹ ਜਿਹੜੀ ਉਹ ਘਟ ਗਈ ਹੈ। ਰੋਟੀ ਹੁਣ ਜਿਹੜੀ ਲੱਸੀ ਦੇ ਵਿੱਚ, ਪਾਣੀ ਦੇ ਵਿੱਚ ਜਿਹੜੀ ਉਹ ਚੂਰ ਕੇ ਖਾ ਹੁੰਦੀ ਹੈ, ਬਹੁਤੀ ਕਰੜੀ ਚੀਜ਼ ਖਾ ਨਹੀਂ ਹੁੰਦੀ, ਸੁਣਨਾ ਘਟ ਗਿਆ। ਪਰ ਇਹਦੇ ਬਾਵਜੂਦ ਵੀ ਨਾ ਤਾਂ ਉਹਨਾਂ ਦੇ ਬਾਤਾਂ ਸੁਣਾਉਣ ਦੀ ਪ੍ਰਕਿਰਿਆ ਦੇ ਵਿੱਚ ਕੋਈ ਕਮੀ ਆਉਂਦੀ ਸੀ, ਨਾ ਕਿਸੇ ਤਰੀਕੇ ਪੱਖੀ ਝੱਲਣ 'ਚ ਕਮੀ ਆਉਂਦੀ ਸੀ। ਹਾਂ, ਹਰ 15-20 ਮਿੰਟ ਹੀ ਖੜਕ ਦੀ ਆਵਾਜ਼ ਆਉਣੀ। ਖੜਕ ਦੀ ਆਵਾਜ਼ ਕਿਉਂ ਆਉਣੀ? ਕਿਉਂਕਿ ਪੱਖੀ ਝੱਲਦਿਆਂ ਦੀ ਉਹਨਾਂ ਦੀ ਅੱਖ ਲੱਗ ਜਾਣੀ ਤੇ ਹੱਥ ਦੇ ਵਿੱਚੋਂ ਪੱਖੀ ਜਿਹੜੀ ਛੁੱਟ ਜਾਣੀ। ਉਸੇ ਵੇਲੇ, ਉਸੇ ਰਫ਼ਤਾਰ ਦੇ ਨਾਲ, ਉਸੇ ਜਜ਼ਬੇ ਦੇ ਨਾਲ ਦੁਬਾਰਾ ਪੱਖੀ ਚੱਲ ਲੈਣੀ, ਤਾਂ ਫਿਰ ਝੱਲਣੀ ਸ਼ੁਰੂ ਕਰ ਦੇਣੀ। ਆਪਦੀ ਜਿਹੜੀ ਚੁੰਨੀ ਹੁੰਦੀ ਸੀ, ਆਮ ਤੌਰ ਦੇ ਉੱਤੇ ਦੁਪੱਟਾ ਹੀ ਹੁੰਦਾ ਸੀ, ਉਹ ਵੀ ਘਸਿਆ ਹੋਣਾ, ਗਰਮੀਆਂ ਨੂੰ ਲੈਣਾ, ਉਹਨੂੰ ਗਿੱਲਾ ਕਰ ਕਰਕੇ ਨਿਆਣਿਆਂ ਦੇ ਉੱਤੇ ਦੇਈ ਜਾਣਾ। ਤੇ ਜੇ ਕਿਤੇ ਮੱਛਰ ਲੜ ਜਾਣਾ ਤਾਂ ਫਿਰ ਜਿੱਥੇ ਮੱਛਰ ਲੜ ਕੇ ਉਹ ਧੱਫੜ ਜਾ ਹੋਣਾ, ਉਹਦੇ ਉੱਤੇ ਹੱਥ ਫੇਰਨਾ, ਉਹਦੇ ਉੱਤੇ ਤੇਲ ਲਾਉਣਾ, ਤੇ ਨਾਲ ਇਹ ਵੀ ਕਹੀ ਜਾਣਾ ਪੁੱਤ ਇਹਨੂੰ ਛਿੱਲੀ ਨਾ, ਧੀਏ ਇਹਨੂੰ ਛਿੱਲੀ ਨਾ, ਇਹ ਫਿਰ ਵੱਧ ਜੂਗਾ। ਉਹ ਸਾਰੀਆਂ ਚੀਜ਼ਾਂ ਨਾ ਕਿਤੇ ਸਬਰ ਮਾੜਾ ਮੋਟਾ ਸਿੱਖਣਾ ਹੋਵੇ ਤਾਂ ਉਧਰਲੇ ਪਾਸੇ ਚਲੀਏ। ਬੈਨੀਪਾਲ ਸਾਹਿਬ, ਕਈ ਵਾਰੀ ਇਸ ਗੱਲ ਨੂੰ ਦੇਖ ਕੇ ਦੁੱਖ ਆਉਂਦਾ ਹੈ ਕਿ ਸਾਡੇ ਕੋਲੇ ਪਰਿਵਾਰ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਜਨਮ ਦਿਨ ਹੋਵੇ, ਵਿਆਹ ਹੋਵੇ, ਭੋਗ ਹੋਵੇ, ਵਧੀਆ ਕੋਟ ਪੈਂਟ ਟਾਈਆਂ ਆਪਾਂ ਲਾ ਲੈਣੀਆਂ। ਬੀਬੀਆਂ ਨੇ ਬਿਊਟੀ ਪਾਰਲਰ ਤੋਂ ਹੋ ਕੇ ਆ ਜਾਣਾ, ਵਧੀਆ ਸੂਟ ਕਈ ਤਰ੍ਹਾਂ ਦੇ ਜਿਹੜੇ ਉਹ ਪਾ ਲੈਣੇ, ਪਾਉਣੇ ਚਾਹੀਦੇ ਆ, ਮਿਹਨਤਾਂ ਕਰਦੇ ਕਮਾਈ। ਪਰ ਉਸ ਵੇਲੇ ਫਿਰ ਕਈ ਵਾਰੀ ਦਾਦੀ ਇਹਨਾਂ ਨੂੰ ਫਿਰ ਘਰੇ ਨਾ ਰਹਿਣ ਦੀਏ, ਕਿਉਂਕਿ ਇਹਨਾਂ ਨੇ ਕੀ ਪਤਾ ਉੱਥੇ ਜਾ ਕੇ ਇਹਨਾਂ ਨੂੰ ਖੰਘ ਆ ਜੂ, ਉੱਥੇ ਜਾ ਕੇ ਇਹਨਾਂ ਨੂੰ ਕਈ ਵਾਰੀ ਖਾਣਾ ਨਹੀਂ ਆਉਣਾ, ਇਹਨਾਂ ਨੇ ਚਟਣੀ ਦੇ ਨਾਲ ਮੂੰਹ ਵੀ ਲਵੇਟ ਲੈਣਾ ਤੇ ਕਈ ਵਾਰੀ ਉਂਗਲ ਵੀ ਲਵੇਟ ਲੈਣੀ ਆ। ਹੁਣ ਤਾਂ ਕਈ ਵਾਰੀ ਚਮਚੇ ਨਾਲ ਨਹੀਂ ਖਾਂਦੇ, ਹੱਥਾਂ ਨਾਲ ਖਾਂਦੇ ਆ। ਬੈਨੀਪਾਲ ਸਾਹਿਬ, ਕਈ ਵਾਰੀ ਇਹ ਵੀ ਹੋ ਜਾਂਦਾ, ਇਹ ਨਾ ਫਿਰ ਜਿੱਥੇ ਅਸੀਂ ਜਾਣਾ ਉਹ ਬੜੇ ਸਟੈਂਡਰਡ ਦੇ ਲੋਕ ਨੇ, ਉਹਨਾਂ ਦਾ ਮਿਆਰ ਬੜਾ ਉੱਚਾ, ਉਹ ਫਲਾਨੇ ਨੇ। ਇਹ ਫਿਰ ਜੇ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਜੇ ਉਹਨਾਂ ਦੇ ਨਿਆਣਿਆਂ ਦੇ ਸਿਰ ਤੇ ਹੱਥ ਲਾਉਣ, ਠੀਕ ਹੈ, ਡਾਕਟਰੀ ਲਿਹਾਜ਼ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਿਆਂ ਦੇ ਸਾਹਮਣੇ ਜਾਂ ਇਸ ਤਰੀਕੇ ਉਹਨਾਂ ਨੂੰ ਲਾ ਕੇ ਸੁੱਟਣ ਲੱਗ ਪਈਏ। ਉਹਨਾਂ ਦਾ ਕਈ ਵਾਰੀ ਵਿਆਹਾਂ ਸ਼ਾਦੀਆਂ 'ਚ ਜਾਣਾ ਵੀ ਬੰਦ ਹੋ ਜਾਂਦਾ, ਸਾਡੇ ਨਾਲ ਜਨਮ ਦਿਨ 'ਤੇ ਜਾਣਾ ਵੀ ਬੰਦ ਹੋ ਜਾਂਦਾ। ਅਸਲ ਦੇ ਵਿੱਚ ਕਈ ਵਾਰੀ ਤਾਂ ਸਾਨੂੰ ਆਜ਼ਾਦੀ ਦੀ ਘਾਟ ਮਹਿਸੂਸ ਹੁੰਦੀ ਹੈ ਕਿ ਭਾਈ ਉਹ ਜਾਣਗੇ ਤਾਂ ਅਸੀਂ ਕੁਝ ਪ੍ਰਕਿਰਿਆਵਾਂ ਨਹੀਂ ਕਰ ਪਾਵਾਂਗੇ। ਕਈ ਵਾਰੀ ਇਹ ਵੀ ਹੁੰਦਾ ਕਿ ਜਿਨ੍ਹਾਂ ਦੇ ਕਰਕੇ ਦੁਨੀਆ 'ਤੇ ਆਏ ਆ, ਜਿਨ੍ਹਾਂ ਦੇ ਕਰਕੇ ਇੱਥੇ ਤੱਕ ਆਪਣੇ ਆ, ਤੇ ਜੇ ਅਸੀਂ ਉਹਨਾਂ ਦਾ ਮੰਜਾ, ਪ੍ਰਾਹੁਣੇ ਆਏ ਆ ਤਾਂ ਪਿਛਲੀ ਕੋਠੜੀ ਚੜਾਉਣ ਲੱਗ ਪਈਏ, ਜਾਂ ਇੱਦਾਂ ਕਹਿ ਦਈਏ ਬੀਬੀ ਉਹ ਕਿਸੇ ਨੇ ਆਉਣਾ ਫਿਰ ਘੰਟਾ ਕਿ ਤੁਸੀਂ ਨਾ ਫਿਰ ਅੰਦਰ ਹੀ ਰਹਿ ਲਿਓ, ਉਹ ਫਿਰ ਉਹ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ, ਤੁਹਾਡੇ ਤੋਂ ਕੁਝ ਨਾ ਕੋਈ ਕਹਿ ਹੋ ਜਾਣਾ। ਕਈ ਕਹਾਣੀਆਂ ਇਸ ਮੁੱਦੇ 'ਤੇ ਲਿਖੀਆਂ ਗਈਆਂ, ਬਹੁਤ ਕੁਝ ਹੋਇਆ, ਪਰ ਉਹਨਾਂ ਗੱਲਾਂ ਤੋਂ ਗੁਰੇਜ਼ ਬੈਨੀਪਾਲ ਸਾਹਿਬ ਜੇ ਕਰ ਲਈਏ ਤਾਂ ਚੰਗਾ। ਬਾਠ ਸਾਹਿਬ, ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਨਾ, ਇਹ ਦੁੱਖ ਦੀ ਰਗ ਹੈ। ਬਹੁਤ ਸਾਰੇ ਲੋਕ ਨੇ ਕਹਿਣਗੇ ਬੀਬੀ, ਬਾਪੂ ਜੀ, ਦਾਦਾ ਜੀ, ਮੇਰੇ ਮਿੱਤਰਾਂ ਨੇ ਘਰੇ ਆਉਣਾ, ਤੁਸੀਂ ਆਪਣੇ ਰੂਮ 'ਚ ਰਹੋ ਜੀ। ਤੁਹਾਨੂੰ ਪਤਾ ਨਹੀਂ ਕਿਹੋ ਜਿਹੇ ਸਟੈਂਡਰਡ ਦੇ ਲੋਕ ਨੇ। ਆਮ ਤੌਰ ਤੇ ਜਦੋਂ ਗੱਲਾਂ ਕਰਦੇ ਲੋਕਾਂ ਤੋਂ ਸੁਣਦੇ ਹੋ, ਉਦੋਂ ਵੀ ਕਹਿੰਦੇ ਹੁੰਦੇ ਨੇ
ਇਹ ਘਰ ਦਾ ਬੰਨ ਹੈ ਤਾਂ ਘਰ ਦਾ ਜਿੰਦਾ ਹੈ। ਜਿੰਨੀ ਦੇਰ ਭਾਈ ਇਹ ਬੈਠੇ ਸੀ ਸਾਨੂੰ ਜਿੰਦਾ ਲਾਉਣ ਦੀ ਲੋੜ ਹੀ ਨਹੀਂ ਪਈ। ਇਹਦੇ ਪਿੱਛੇ ਇੱਕ ਕਾਰਨ ਇਹ ਹੈ ਵੀ ਜਿੰਦਾ ਲਾਉਣ ਦੀ ਤਾਂ ਲੋੜ ਨਹੀਂ ਪਈ ਜੇ ਤੁਸੀਂ ਕਿਸੇ ਦੇ ਮਰਨੇ ਪਰਨੇ ਜਾਂਦੇ ਹੋ, ਵਿਆਹੀ ਸ਼ਾਦੀ ਜਾਂਦੇ ਹੋ, ਕਿਸੇ ਦੇ ਜਨਮ ਦਿਨ ਤੇ ਜਾਂਦੇ ਹੋ, ਇਹਦਾ ਮਤਲਬ ਜਿੰਦਾ ਲਾਉਣ ਦੀ ਤਾਂ ਹੀ ਲੋੜ ਮਹਿਸੂਸ ਨਹੀਂ ਕਿ ਦਾਦਾ ਦਾਦੀ ਪੱਕੇ ਹੀ ਘਰ ਛੱਡੇ ਹੋਏ ਸੀ। ਘਰ ਛੱਡੇ ਸੀ, ਇਹੀ ਗੱਲ ਹੋਈ ਨਾ ਜੀ। ਜਿੰਦਾ ਤਾਂ ਫੇਰ ਲੱਗਦਾ ਜੇ ਉਹਨਾਂ ਨੂੰ ਵੀ ਕਾਰ ਦੀ ਅਗਲੀ ਸੀਟ ਤੇ ਨਾਲ ਬਿਠਾ ਕੇ ਲੈ ਜਾਂਦੇ। ਫਿਰ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਕੋਟ ਪੈਂਟ ਵੀ ਨਵੇਂ ਸਟਿਚ ਕਰਾਏ ਆ ਤੇ ਪੂਰੇ ਬੀਬੀਆਂ ਵੀ ਸੱਜ ਫਬ ਕੇ ਜਾਂਦੀਆਂ ਨੇ। ਕਈ ਵਾਰੀ ਉਹਨੂੰ ਨਾਲ ਲਿਜਾਣਾ ਪਏ, ਬੀਬੀ ਤੈਨੂੰ ਕਿਹਾ ਆ ਸੂਟ ਤੇਰਾ ਬੜਾ ਵਧੀਆ ਤਾਂ ਹੈ। ਆਪਦੇ ਕੱਪੜੇ ਪ੍ਰੈਸ ਵੀ ਕਰ ਲੈਣੇ ਨੇ। ਉਦੋਂ ਉਹਦੇ ਸਟੈਂਡਰਡ ਦਾ ਕੋਈ ਫਿਕਰ ਨਹੀਂ, ਉਹਨੇ ਵਿਚਾਰੀ ਨੇ ਪ੍ਰੈਸ ਕੀਤਾ ਨਹੀਂ ਹੋਇਆ, ਤੈਅ ਲਾ ਕੇ ਰੱਖਿਆ ਸੀ ਉਹਨੇ, ਨਹੀਂ ਦੇਖੋ ਪੁੱਤ ਮੇਰਾ ਤਾਂ ਬਹੁਤ ਵਧੀਆ, ਕਿਉਂਕਿ ਉਹ ਇਸ ਚਮਕ ਦਮਕ ਦੀ ਦੁਨੀਆ ਤੋਂ ਬਹੁਤ ਦੂਰ ਨੇ। ਪਰ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਆਪਣੇ ਨਾਲ ਲੈ ਕੇ ਜਾਂਦੇ, ਭਾਵੇਂ ਦਾਦਾ ਹੈ, ਭਾਵੇਂ ਦਾਦੀ ਹੈ, ਭਾਵੇਂ ਨਾਨਾ ਹੈ, ਭਾਵੇਂ ਨਾਨੀ ਹੈ, ਜਿਹੜਾ ਸਾਡੇ ਪਰਿਵਾਰ ਦੇ ਵਿੱਚ ਰਹਿੰਦਾ ਸਾਡੇ ਨਾਲ, ਤੁਹਾਡਾ ਉਦੋਂ ਪਤਾ ਲੱਗ ਜਾਣਾ। ਤੁਹਾਡੇ ਭਾਵੇਂ ਅੱਜ ਟਾਈ ਨਹੀਂ ਵੀ ਲੱਗੀ ਹੋਈ, ਕੋਈ ਗੱਲ ਨਹੀਂ, ਸਾਨੂੰ ਉਹ ਰੋਜ਼ ਮਿਲਦੇ, ਉਹ ਦੇਖਦੇ ਹੋਣਗੇ ਕਿ ਯਾਰ ਬੈਨੀਪਾਲ ਤਾਂ ਇਹੋ ਜਿਹੇ ਹੁੰਦਾ, ਬਾਠ ਸਾਹਿਬ ਇਹੋ ਜਿਹੇ ਹੁੰਦੇ ਆ। ਪਰ ਦਾਦੀ ਹੋ ਸਕਦਾ ਤੁਹਾਡੀ ਉਹਨਾਂ ਨੇ ਪਹਿਲੀ ਵਾਰੀ ਦੇਖਣੀ ਹੋਵੇ, ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਕਿ ਘਰ ਦੇ ਵਿੱਚ ਕਿੰਨਾ ਕੁ ਸਤਿਕਾਰ ਬਜ਼ੁਰਗ ਨੂੰ ਦਿੰਦੇ ਹੋਣਗੇ। ਪਹਿਲੀ ਗੱਲ ਤਾਂ ਕੱਪੜੇ ਦੇ ਉਹੀ ਨੇ ਜਿਹੜੇ 25-27 ਸਾਲੀ ਪਹਿਲਾਂ ਸਵਾਏ ਹੋਣਗੇ। ਕੋਈ ਗੱਲ ਨਹੀਂ ਸਵਾ ਹੋਏ, ਘੱਟੋ ਘੱਟ ਪ੍ਰੈਸ ਤਾਂ ਕੀਤੇ ਹੋਣ। ਹੁਣ ਅਗਲੀ ਗੱਲ ਇੱਕ ਹੋਰ, ਦਾਦੇ ਦਾਦੀਆਂ ਨੇ ਨਾ ਜਦੋਂ ਦੇਖਣਾ ਕਿ ਬੱਚੇ, ਚਾਹੇ ਪੋਤਾ ਹੈ ਭਾਵੇਂ ਪੋਤੀ ਹੈ, ਉਹ ਇਹ ਬਾਹਲਾ ਨਹੀਂ ਸੀ ਫਰਕ ਰੱਖਦੀਆਂ। ਉਹਨਾਂ ਨੇ ਦੇਖਣਾ ਕਿ ਅੱਧ ਰੜਕਾ ਕੱਢ ਲੈਣਾ, ਕਿੰਨੀਆਂ ਯੁਕਤਾਂ, ਆਹ ਪੀ ਲੈ, ਤੈਨੂੰ ਆਹ ਹੋ ਜੂ, ਕਿੰਨਾ ਕੁਛ ਕਰਕੇ ਫਿਰ ਕਹਿਣਾ ਪਲਾ ਕੇ ਹਟਣਾ ਵੀ ਤੂੰ ਤਕੜਾ ਹੋ ਜਾਣਾ, 10 ਵੱਡੀ ਹੋ ਜਾਣਾ। ਉਹਨੇ ਕਹਿਣਾ ਵੀ ਮੈਂ ਬੀਬੀ ਉਹ ਚਾਚੇ ਵਰਗਾ ਕਾਹਤੇ ਨਹੀਂ, ਚਾਚੇ ਵਰਗਾ ਤਾਂ ਨਹੀਂ, ਤੂੰ ਉਹ ਤਾਂ ਰੋਜ਼ ਪੀਂਦਾ। ਅੱਛਾ ਕਿਵੇਂ ਪੀਂਦਾ? ਆਹ ਪੀ ਮੇਰਾ ਪੁੱਤ। ਕੋਲ ਬੈਠ ਕੇ ਜਿੰਨੀ ਦੇਰ ਉਹ ਕੰਗਣੀ ਵਾਲਾ ਗਲਾਸ ਖਾਲੀ ਨਾ ਹੋਣਾ, ਉਨੀ ਦੇਰ ਉਹਨਾਂ ਨੇ ਕੋਈ ਨਾ ਕੋਈ ਯੁਕਤ ਘੜਦੇ ਰਹਿਣਾ, ਵਿਉਂਤ ਕਰਦੇ ਰਹਿਣਾ। ਵੀ ਆ ਇੱਕ ਚਮਚਾ ਕੋਕੋ ਨੇ ਖਾ ਲਿਆ, ਆ ਇੱਕ ਚਮਚਾ ਮੇਰੇ ਧੀ ਨੇ ਖਾ ਲੈਣਾ, ਇੱਕ ਚਮਚਾ ਮੇਰੇ ਪੁੱਤ ਨੇ ਖਾ ਲੈਣਾ। ਘੰਟਾ ਲੱਗ ਜਾਣਾ, ਪਰ ਸਬਰ ਹੁੰਦਾ ਸੀ। ਦੇਖੋ ਜੇ ਇਹੀ ਉਹ ਕਿਤੇ ਸਾਡੇ ਤੁਰੇ ਜਾਂਦੇ ਤੋਂ ਪਾਣੀ ਦਾ ਗਲਾਸ ਮੰਗ ਲੈਣ, ਹੁਣ ਇਹਨੂੰ ਉਲਟਾ ਕੇ ਦੇਖੋ ਗੱਲ ਨੂੰ। ਸਾਨੂੰ ਉਹ ਯੁਕਤਾਂ ਘੜ ਵਿਉਂਤਾਂ ਘੜ ਅੱਧਾ ਘੰਟਾ 2 ਘੰਟੇ 'ਚ ਸਾਡੇ ਉਹ ਅੰਦਰ ਕਰਦੇ, ਚਾਹੇ ਚਮਚਾ ਕਰਨ। ਸਾਨੂੰ ਇੱਕ ਵਾਰੀ ਪਾਣੀ ਦੇਣ ਤਾਂ ਠੀਕ ਹੈ, ਜੇ ਦੂਜੀ ਵਾਰੀ ਕਹਿਣ ਪੁੱਤ ਮੇਰੇ ਤੋਂ ਚੱਕ ਦੇ ਤੋਂ ਮੰਜੇ ਦੀ ਬਾਹੀ ਤੇ ਰੱਖਿਆ ਹੁੰਦਾ ਸੀ, ਡੁੱਲ ਗਿਆ ਨਾ ਬੇਬੇ ਤੈਨੂੰ ਦਿਖਦਾ ਨਹੀਂ, ਸਾਰੀ ਦਿਹਾੜੀ ਉਹੀ ਗੱਲ। ਸੋ ਕਈ ਵਾਰੀ ਅਸੀਂ ਇਹ ਵੀ ਦੇਖਦੇ ਹਾਂ, ਮੈਂ ਇੱਕ ਦਿਨ ਅੱਗੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਅੱਜ ਮੈਨੂੰ ਦੁਬਾਰਾ ਕਰਨਾ ਪੈ ਰਿਹਾ ਕਿ ਕਈ ਵਾਰੀ ਅਸੀਂ ਰੇਬੰਦੀ ਐਨਕ ਤੋਂ ਬਿਨਾਂ ਨਹੀਂ ਗੱਲ ਕਰਦੇ। ਦਾਦੇ ਦਾਦੀ ਤੇ ਕਈ ਵਾਰੀ ਦੇਖੋ ਡੰਡੀ ਇੱਕ ਪਾਸੇ ਹੁੰਦੀ ਹੈ, ਦੂਸਰੇ ਪਾਸੇ ਡੰਡੀ ਨਹੀਂ ਹੁੰਦੀ ਜੀ। ਉਹ ਆਪ ਵੀ ਇੰਨੇ ਸੰਜਮ ਵਾਲੇ ਹੁੰਦੇ ਨੇ ਕਿਉਂਕਿ ਉਹ ਖਰਚੀਲੇ ਹੈ ਹੀ ਨਹੀਂ, ਉਹਨਾਂ ਜ਼ਮਾਨਿਆਂ ਵਿੱਚ ਚਮਕ ਦਮਕ ਹੁੰਦੀ ਨਹੀਂ ਸੀ। ਉਹ ਕਈ ਵਾਰੀ ਕਹਿਣਗੇ ਨਹੀਂ ਪੁੱਤ ਮੇਰਾ ਤਾਂ ਸਰੀ ਜਾਂਦਾ। ਪਰ ਕਈ ਧੀ ਪੁੱਤ ਇਹ ਜਿਹਨੂੰ ਕਹਿਣਗੇ ਕੋਈ ਨਹੀਂ ਬੇਬੇ ਮੈਂ ਭਾਵੇਂ ਰੇਵਨ ਨਾ ਲਾਵਾਂ, ਤੁਹਾਨੂੰ ਲਿਆ ਕੇ ਦੇਣੀ ਹੈ। ਪਰ ਕਈ ਇਹਦੇ ਉਲਟ ਵੀ ਨੇ, ਤੂੰ ਹੁਣ ਕਾਲਜ ਜਾਣਾ ਹੈ, ਤੂੰ ਮਿਨਿਸਟਰ ਲੱਗੀ ਹੋਈ ਹੈ, ਤੂੰ ਬਣਾ ਕੀ ਕਰਨਾ ਇੱਕ ਡੰਡੀ ਨਾਲ? ਸਾਰੇ ਰੰਗ ਰੁੰਗ ਦੇਖ ਲਏ ਆ ਤੁਸੀਂ, ਹੁਣ ਆਪ ਨਾਲ ਬੈਠੋ ਘਰੇ। ਉਹਨਾਂ ਰੰਗਾਂ ਦੇ ਕੇ ਸਾਰੀ ਉਮਰ ਦਾਣੇ ਛੱਡਦੀਆਂ ਦੀ ਲੰਘ ਗਈ। ਸੋ ਇਹਦੇ ਨਾਲ ਇੱਕ ਹੋਰ ਵੀ ਹੈ, ਦੇਖੋ ਉਹਨਾਂ ਨੇ ਘਰ ਦੀ ਸਾਰੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਇੱਕ ਛੋਟੇ ਜਿਹੇ ਕਮਰੇ ਤੋਂ ਲੈ ਕੇ ਵੱਡਾ ਮਹਿਲ, ਆ ਕੋਠੀ ਛੱਤੀ ਉਹਨਾਂ ਨੇ, ਵੱਡੀਆਂ ਹਵੇਲੀਆਂ ਦੇ ਮਾਲਕ ਤੁਹਾਨੂੰ ਬਣਾਤਾ ਉਹਨਾਂ ਨੇ। ਤੰਗੀਆਂ ਵੀ ਕੱਟੀਆਂ, ਮਜ਼ਦੂਰੀਆਂ ਵੀ ਕੀਤੀਆਂ, ਵੱਡੇ ਕੰਮ ਵੀ ਕੀਤੇ ਤੇ ਵੱਡੇ ਕਾਰੋਬਾਰਾਂ ਦੇ ਮਾਲਕ ਬਣਾਤਾ। ਸਾਰਾ ਕੁਝ ਕਰਨ ਤੋਂ ਬਾਅਦ ਲਾਣੇਦਾਰੀ ਵੀ ਤੁਹਾਡੇ ਹਿੱਸੇ ਫੜਾ ਦਿੱਤੀ। ਹੁਣ ਤੁਸੀਂ ਇਹ ਦੇਖੋ ਕਿ ਜਿਹਨੇ ਸਾਰੀ ਉਮਰ, ਸਾਰੀ ਜਵਾਨੀ, ਬੁਢਾਪੇ ਤੱਕ ਲਾ ਦਿੱਤੀ ਉਸ ਕਾਰੋਬਾਰ ਨੂੰ, ਉਸ ਪਰਿਵਾਰ ਨੂੰ ਵੱਡਾ ਬਣਾਉਂਦਿਆਂ, ਮਕਾਨ ਨੂੰ ਘਰ ਬਣਾਉਂਦਿਆਂ, ਜਦੋਂ ਉਹਨੂੰ ਇਹ ਸੁਣਨਾ ਪੈ ਜਾਂਦਾ ਹੈ ਕਿ ਆ ਜਿਹੜੀ ਕੋਠੀ ਬਣਾਈ ਹੈ ਬੇਬੇ, ਇਹਦੇ 'ਚ ਮੰਜਾ ਤੁਹਾਡਾ ਠੀਕ ਨਹੀਂ ਆਉਂਦਾ, ਜੇ ਆਪਾਂ ਨਾਲ ਬਰਾਂਡੇ 'ਚ ਤੁਹਾਡਾ ਮੰਜਾ ਡਾ ਦਿਆ ਕਰੀਏ, ਤੁਹਾਡੇ ਵਾਸਤੇ ਉੱਥੇ ਧੁੱਪ ਬੜੀ ਵਧੀਆ, ਸ਼ਟਰ ਚੱਕ ਨਾ ਧੁੱਪ ਸਿੱਧੀ ਆਉਂਦੀ ਹੈ, ਕੋਠੀ ਦੇ ਅੰਦਰ ਤਾਂ ਧੁੱਪ ਹੀ ਨਹੀਂ ਆਉਂਦੀ। ਹੁਣ ਕਾਰਨ ਇਹ ਹੈ ਕਿ ਉਹ ਵਾਰ-ਵਾਰ ਖੰਘਦੇ ਰਹਿੰਦੇ ਆ, ਬਲਗਮ ਉਹਨਾਂ ਨੂੰ ਆਉਂਦੀ ਰਹਿੰਦੀ ਹੈ, ਉਹ ਰਾਤ ਨੂੰ ਅੱਧੀ ਰਾਤ ਤੱਕ ਖੰਘਦੇ ਰਹਿੰਦੇ ਆ। ਹੁਣ ਸਾਨੂੰ ਉਹਨਾਂ ਦੀ ਖੰਘ, ਉਹਨਾਂ ਦੀ ਬਲਗਮ ਮਾੜੀ ਲੱਗਣ ਲੱਗ ਗਈ, ਪਰ ਤਰੀਕਾ ਦੇਖੋ ਕਿ ਇੱਥੇ ਧੁੱਪ ਨਹੀਂ ਪੈਂਦੀ ਜੀ। ਧੁੱਪ ਪੈਂਦੀ ਹੈ ਡੰਗਰਾਂ ਵਾਲੇ, ਧੁੱਪ ਪੈਂਦੀ ਹੈ ਸ਼ਟਰ ਚੱਕਣ ਨਾਲ। ਹੁਣ ਉਹ ਨਿਆਣੇ ਨਹੀਂ ਜਿਹੜੇ ਜ਼ਿੰਦਗੀ ਦੇ 7-8 ਬਹਾਰਾਂ ਲੰਘਾ ਚੁੱਕੇ ਹੁੰਦੇ ਆ ਨਾ, ਪਤਾ ਉਹਨਾਂ ਨੂੰ ਵੀ ਹੁੰਦਾ ਕਿ ਮਾਮਲਾ ਧੁੱਪ ਦਾ ਨਹੀਂ, ਮਾਮਲਾ ਕੋਈ ਹੋਰ ਆ। ਇੱਥੇ ਬੱਦਲਬਾਈ ਕਿਸੇ ਹੋਰ ਤਰ੍ਹਾਂ ਦੀ ਹੋਈ ਜਾਂਦੀ ਹੈ। ਬਾਕੀ ਬੈਨੀਪਾਲ ਸਾਹਿਬ ਦੇਖੋ, ਹਰ ਸਿੱਕੇ ਦੇ 2 ਪਾਸੇ ਹੁੰਦੇ ਆ। ਹੁਣ ਕਈ ਵਾਰੀ ਸਾਡੀਆਂ ਕਈ ਬੀਬੀਆਂ ਨਾ, ਉਹ ਵੀ ਕੌੜੀਆਂ ਕਸੈਲੀਆਂ ਹੁੰਦੀਆਂ, ਹੋ ਸਕਦਾ ਕੌੜੀਆਂ ਕਸੈਲੀਆਂ ਜਿਹੜੀਆਂ ਇਸ ਕਰਕੇ ਨਹੀਂ ਹੁੰਦੀਆਂ ਕਿ ਉਹ ਹੋਣਾ ਚਾਹੁੰਦੀਆਂ, ਕੋਈ ਬੀਬੀ ਆਪਣੇ ਟੱਬਰ 'ਚ ਫਿੱਕ ਨਹੀਂ ਪਾਉਣਾ ਚਾਹੁੰਦੀ, ਪਰ ਉਹਨਾਂ ਨੇ ਇੰਨਾ ਕੁਝ ਸਹਿਣ ਕੀਤਾ ਹੁੰਦਾ, ਇੰਨਾ ਕੁਝ ਦੇਖਿਆ ਹੁੰਦਾ ਕਿ ਉਹਨਾਂ ਤੋਂ ਫਿਰ ਜਰ ਨਹੀਂ ਹੁੰਦਾ। ਹੁਣ ਦੇਖੋ, ਆਪਾਂ ਪਿੰਡਾਂ ਦੇ ਵਿੱਚ ਕਈ ਵਾਰੀ ਦੇਖਿਆ ਸੀ, ਕਿਉਂਕਿ ਹਰ ਵਰਗ ਦੇ ਲੋਕ ਹੁੰਦੇ ਪਿੰਡਾਂ 'ਚ, ਆਪਾਂ ਨੂੰ ਸੁਣਨ ਵਾਲੇ ਵੀ ਹਰ ਵਰਗ ਦੇ ਨੇ। ਹੁਣ ਹਰ ਵਰਗ ਦੇ ਲੋਕਾਂ ਦੇ ਵਿੱਚ ਕਈ ਜਿਹੜੇ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਨੇ, ਉਹਦੇ ਵਿੱਚ ਵੀ ਕੀ ਹੁੰਦਾ ਹੈ ਕਿ ਮਾਂ ਪਿਓ ਤਾਂ ਨਿੱਕੇ ਨਿਆਣਿਆਂ ਦੇ ਦੋਨੇ ਹੀ ਦਿਹਾੜੀ ਦੱਪਾ ਕਰਨ ਗਏ ਆ,
ਦਾਦੀ ਨੂੰ ਵੀ ਪਤਾ ਹੈ ਕਿ ਭਾਈ ਘਰ ਦੇ ਵਿੱਚ ਮੱਝ ਰੱਖੀ ਹੈ, ਇੱਕ ਗਾਂ ਰੱਖੀ ਹੈ, ਉਹ ਵੀ ਉੱਥੇ ਹੀ ਨੇੜੇ ਵਿਹੜੇ 'ਚ ਕਿੱਲੇ ਨਾਲ ਬੰਨੀ ਹੈ। ਤੇ ਉਸ ਮੌਕੇ ਤੇ ਦਾਦੀ ਨੇ 2 ਨਿਆਣੇ ਵੀ ਨਾਲ ਤੋਰਿਓ ਆ, ਦਾਤੀ ਪੱਲੀ ਵੀ ਹੱਥ ਫੜੀ ਹੈ, ਤੇ ਲੋਕਾਂ ਦੇ ਖੇਤਾਂ ਦੇ ਬੰਨਿਆਂ ਤੋਂ ਉਹਨੇ ਘਾਹ ਵੀ ਖੁੱਗ ਕੇ ਲਿਆਉਣਾ। ਉਹ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਭਾਈ ਅਸੀਂ ਰੁਪਈਆ ਵੀ ਸੰਕੋਚ ਕੇ ਖਰਚਿਆ, ਕਈ ਵਾਰੀ ਤਾਂ ਬੀਬੀਆਂ ਸਾਲ ਦੇ ਵਿੱਚ ਸੂਟ ਵੀ ਇੱਕ ਮਸਾਂ ਲੈਂਦੀਆਂ ਸੀ, ਉਹਨਾਂ ਲਈ ਫਿਰ ਔਖਾ ਹੁੰਦਾ ਕਿ ਜਦੋਂ ਘਰ ਦੇ ਵਿੱਚ ਇੱਕ ਗੱਡੀ ਖੜੀ ਆ ਤਾਂ ਦੂਜੀ ਵੀ ਆ ਗਈ। ਉਹਨਾਂ ਲਈ ਔਖਾ ਹੁੰਦਾ ਕਿ ਭਾਈ ਜੇ ਚਾਹ ਘਰ ਦੇ ਵਿੱਚ ਬਣਦੀ ਹੈ, ਕੌਫੀ ਘਰ ਦੇ ਵਿੱਚ ਬਣਦੀ ਹੈ, ਤੇ ਤੀਜੇ ਦਿਨ ਕੌਫੀ ਜਿਹੜੇ ਉਹ ਬਾਹਰ ਕਿਉਂ ਪੀਣ ਤੁਰੀਆਂ ਆ। ਉਹਨਾਂ ਨੂੰ ਕਈ ਕੁਛ ਲੱਗਦਾ, ਪਰ ਅਸੀਂ ਉਹਨਾਂ ਦੀ ਸਥਿਤੀ ਸਮਝੀਏ, ਅਸੀਂ ਉਹਨਾਂ ਦੀ ਮਨੋਦਸ਼ਾ ਸਮਝੀਏ। ਪਰ ਸਾਡੀਆਂ ਬੀਬੀਆਂ ਵੀ ਨਾ, ਆਪਾਂ ਬੇਨਤੀ ਉਹਨਾਂ ਨੂੰ ਵੀ ਕਰ ਦੇਣੀ ਹੈ ਕਿ ਪੀੜ੍ਹੀ ਬਦਲ ਰਹੀ ਹੈ। ਹੁਣ ਬੀਬੀਆਂ ਵੀ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ, ਬਾਹਰ ਜਾ ਕੇ ਕੰਮ ਕਰਦੀਆਂ, 4 ਪੈਸੇ ਕਮਾ ਕੇ ਲਿਆਉਂਦੀਆਂ, ਉਹਨਾਂ ਦਾ ਬਾਹਰ ਫੀਰਾ ਤੋਰਾ ਵੀ ਥੋੜਾ ਅੱਗੇ ਨਾਲ ਵਧਿਆ। ਆਪਾਂ ਹਰ ਗੱਲ ਦੇ ਵਿੱਚ ਮੀਨ ਮੇਖ ਨਾ ਕੱਢੀਏ, ਉਸ ਵੇਲੇ ਨੂੰ ਹੁਣ ਦੇ ਵੇਲੇ ਨਾਲ ਕੰਪੈਰੀਜ਼ਨ ਨਾ ਕਰੀਏ, ਕਿਉਂਕਿ ਕਈ ਵਾਰੀ ਘਰ ਦੇ ਵਿੱਚ ਬੈਨੀਪਾਲ ਸਾਹਿਬ ਇੱਕ ਹੋ ਸਕਦਾ ਟਿੱਪਣੀਆਂ ਵੀ ਚਾਹਾਂਗੇ ਕਿ ਇਸ ਮੁੱਦੇ ਤੇ ਲੜਾਈ ਤਾਂ ਨਹੀਂ ਹੁੰਦੀ ਕੀ ਹੈ ਕਿ ਪੋਤਾ ਪੋਤੀ ਜਿਹੜੇ ਆ ਨਾ, ਦਾਦੀ ਕਹਿੰਦੀ ਆ ਕਿ ਅਸੀਂ ਆ ਸਾਰੇ ਹੀ ਪਾਲੇ ਆ, ਤੁਸੀਂ ਸਾਨੂੰ ਮੱਤਾਂ ਦੇਣ ਲੱਗ ਪਈਆਂ, ਸਾਡੇ ਜੰਮੇ ਆ, ਅਸੀਂ ਨਹੀਂ ਤੁਹਾਡੇ ਜੰਮੇ। ਹਾਂ, ਤੇ ਉਧਰਲੇ ਪਾਸੇ ਨੌਂ ਨੂੰ ਲੱਗਦਾ ਹੁੰਦਾ ਕਿ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਫਲੂ ਹੁੰਦਾ ਹੈ, ਇਹਨਾਂ ਦਿਨਾਂ ਦੇ ਵਿੱਚ ਆਹ ਕੁਝ ਹੋ ਜਾਂਦਾ, ਇਸ ਮੌਕੇ ਦੇ ਉੱਤੇ ਨਿਆਣੇ ਨੂੰ ਕਿਤੇ ਠੰਡ ਨਾ ਲੱਗ ਜਾਵੇ। ਹੁਣ ਫਰਕ ਇਹ ਹੈ ਕਿ ਜਦੋਂ ਬੀਬੀ ਸੀ ਨਾ, ਜਦੋਂ ਬੀਬੀ ਦੇ ਨਿੱਕੇ ਨਿਆਣੇ ਸੀਗੇ, ਉਦੋਂ ਪਾਣੀ ਸਾਫ਼ ਸੀ, ਉਦੋਂ ਹਵਾ ਸਾਫ਼ ਸੀ, ਉਦੋਂ ਪੈਰ ਵੀ ਨੰਗੇ ਸੀ, ਹੱਥ ਵੀ ਨੰਗੇ ਸੀ, ਮਿੱਟੀ ਦੇ ਵਿੱਚ ਹੀ ਖੇਡੀਦਾ ਸੀ। ਹੁਣ ਤਾਂ ਆ ਜਿਹੜੇ ਹੁਣ ਦੇ ਨਿਆਣੇ ਪੈਦਾ ਹੋਏ ਆ, ਖਾਸ ਤੌਰ ਤੇ ਭਾਰਤ ਵਰਗੇ ਮੁਲਕਾਂ 'ਚ, ਇਹਨਾਂ ਨੂੰ ਮੈਨੂੰ ਲੱਗਦਾ ਕਿ ਜੇ 3 ਕਿਲੋ ਭਾਰ ਆ ਤਾਂ 1.5 ਕਿਲੋ ਤਾਂ ਐਂਟੀਬਾਇਓਟਿਕ ਹੀ ਆ, ਜਿਹੜਾ ਟੀਕੇ ਦੇ ਨਾਲ, ਗੋਲੀਆਂ ਦੇ ਨਾਲ, ਪੀਣ ਵਾਲੀ ਦਵਾਈ ਦੇ ਨਾਲ ਉਹਨਾਂ ਦੇ ਅੰਦਰ ਪਹਿਲੇ ਸੁੱਟ ਦਿੰਦੇ ਆ। ਉਹ ਪਤਾ ਨਹੀਂ ਮਜਬੂਰੀ ਹੈ ਕਿ ਜ਼ਰੂਰੀ ਹੈ ਤੇ ਕੀ ਹੈ, ਸਮਝ ਨਹੀਂ ਆਈ। ਪਰ ਉਹਨਾਂ ਦਾ ਇਮਿਊਨ ਸਿਸਟਮ ਉੱਦਾਂ ਦਾ ਨਹੀਂ ਜਿੱਦਾਂ ਦਾ ਸਾਡੀ ਪਿਛਲੀ ਪੀੜ੍ਹੀ ਦਾ ਸੀਗਾ। ਉਹਨਾਂ ਲਈ ਕਈ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਰੱਖਣੀਆਂ ਪੈਣੀਆਂ, ਪਰ ਫਰਕ ਇੰਨਾ ਹੀ ਆ ਕਿ ਜੇ ਦਾਦੀ ਦਾਦੇ ਨੇ ਪਾਣੀ ਦਾ ਗਲਾਸ ਮੰਗ ਲਿਆ, ਉਹ ਪਾਣੀ ਤੁਸੀਂ ਭਰਨ 'ਚ ਓਨਾ ਹੀ ਸਮਾਂ ਲੱਗਾ, ਉਹਨੂੰ ਲਿਜਾ ਕੇ ਦੇਣ 'ਚ ਓਨਾ ਹੀ ਸਮਾਂ ਲੱਗਾ। ਹੁਣ ਉੱਥੇ ਜਾ ਕੇ ਠੱਕ ਦੇਣੀ ਮਾਰਨਾ ਹੈ ਕਿ ਬੀਬੀ ਨੂੰ ਹੱਥ 'ਚ ਫੜਾਉਣਾ ਹੈ ਜਾਂ ਇੱਦਾਂ ਪੁੱਛ ਲੈਣਾ ਹੈ ਕਿ ਠੰਡਾ ਤਾਂ ਨਹੀਂ, ਕੋਸਾ ਕਰਕੇ ਲਿਆ ਦੇਵਾਂ, ਨਿੱਘਾ ਕਰਕੇ ਲਿਆ ਦੇਵਾਂ, ਥੋੜ੍ਹਾ ਜਿਹਾ ਹੋਰ ਤਰ੍ਹਾਂ ਲਿਆ ਦੇਵਾਂ, ਇਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਕੇ ਤਾਂ ਲੂਣ ਪਾ ਕੇ ਤਾਂ ਸ਼ਿਕੰਜਵੀ ਕਰਕੇ ਲਿਆ। ਮਸਲਾ 10 ਤੋਂ 12 ਸਕਿੰਟ ਦਾ ਹੀ ਹੈ। ਉਹਨਾਂ ਬਜ਼ੁਰਗਾਂ ਦੀ ਜੀਭ ਹੁਣ ਬਹੁਤਾ ਕੁਝ ਖਾਣ ਨੂੰ ਨਹੀਂ ਮੰਗਦੀ। ਹਾਂ, ਕਈ ਵਾਰੀ ਕਹਿੰਦੇ ਨੇ ਕਿ ਬਜ਼ੁਰਗਾਂ ਦੀ ਅਵਸਥਾ ਬੱਚਿਆਂ ਵਰਗੀ ਹੋ ਜਾਂਦੀ ਹੈ, ਕਦੇ ਕਦੇ ਉਹਨਾਂ ਦਾ ਜੀ ਕਰਦਾ ਕੋਈ ਸਲੂਣੀ ਚੀਜ਼ ਖਾਣ ਨੂੰ, ਕਦੇ ਕਦੇ ਉਹਨਾਂ ਦਾ ਜੀ ਕਰਦਾ ਕੁਝ ਮਿੱਠੀ ਚੀਜ਼ ਖਾਣ ਨੂੰ, ਕਦੇ ਕਦੇ ਜੀ ਕਰਦਾ ਕਿ ਫਲਾਨੀ, ਕਿਉਂਕਿ ਮੀਂਹ ਪੈਂਦਾ ਉਹਨਾਂ ਨੂੰ ਮਾਲ ਪੂੜੇ ਦਾ ਚੇਤਾ ਆਉਣਾ ਹੀ ਆਉਣਾ। ਜੇ ਕਦੇ ਉੱਦਾਂ ਦਾ ਮੌਸਮ ਹੁੰਦਾ ਤੇ ਉਹਨਾਂ ਦਾ ਜੀ ਕਰਦਾ ਹੈ ਕਿ ਭਾਈ ਇੱਥੇ ਕੜਾ ਕਰਕੇ ਖਾਈਏ, ਇੱਥੇ ਬਣਾ ਕੇ ਖਾਈਏ ਕੁਛ, ਉਹ ਆਹ ਚੀਜ਼ ਬਣਾਉਂਦੇ ਹੁੰਦੇ ਸੀ। ਉਹ ਤੁਹਾਡੀਆਂ ਭਾਵਨਾਵਾਂ ਨੇ, ਉਹ ਕਾਬੂ ਨਹੀਂ ਕੀਤੀਆਂ ਜਾ ਸਕਦੀਆਂ, ਪਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤਾਲਮੇਲ ਬਣਾ ਕੇ ਕਿੱਦਾਂ ਚੱਲਣਾ, ਉਹ ਸਾਡੇ ਉੱਤੇ ਨਿਰਭਰ ਕਰਦਾ। ਹੁਣ ਬੈਨੀਪਾਲ ਸਾਹਿਬ ਇੱਕ ਗੱਲ ਦੇਖੋ, ਮੈਂ ਸੋਚਦਾ ਸੀ ਕਿ ਉਹ ਜਿਹੜੇ ਬਜ਼ੁਰਗ ਆ ਨਾ, ਉਹਨਾਂ ਦੇ ਲਈ ਤਬਦੀਲੀਆਂ ਥੋੜ੍ਹੀਆਂ ਜਿਹੀਆਂ ਔਖੀਆਂ ਇਸ ਕਰਕੇ ਆ ਕਿ ਪਹਿਲਾਂ ਉਹਨਾਂ ਨੇ ਤੁਰ ਕੇ ਜਾਣਾ, GT ਰੋਡ ਤੋਂ ਟੈਂਪੂ ਫੜਨਾ, ਫਿਰ ਬੱਸ ਫੜਨੀ, ਫੇਰ ਕਿਤੇ ਸਾਲ ਬਾਅਦ ਪੇਕਿਆਂ ਦੇ ਜਾਣਾ। ਹੁਣ ਤਾਂ ਜਦੋਂ ਉਧਰਲੇ ਪਾਸੇ ਨੂੰ ਟੈਲੀਫੋਨ ਆਉਂਦਾ, ਆਪਾਂ ਗੱਡੀ ਦੀ ਸੈਲਫੀ ਮਾਰਨੀ ਆ, ਆਪਾਂ ਕਿਸੇ ਨੂੰ ਜਾਣੋ ਰੋਕਦੇ ਨਹੀਂ, ਜਿੰਨਾ ਮਰਜ਼ੀ ਜਾਓ। ਪਰ ਉਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਡਾਈਜੈਸਟ ਕਰਨੀਆਂ ਨਾ ਕਿਤੇ ਨਾ ਕਿਤੇ ਮੁਸ਼ਕਲ ਹੋ ਜਾਂਦੀਆਂ। ਤੇ ਫਿਰ ਬੈਨੀਪਾਲ ਸਾਹਿਬ, ਮੈਨੂੰ ਹੁਣ ਇੱਕ ਗੱਲ ਚੇਤੇ ਆਉਂਦੀ ਸੀ ਕਿ ਕਈ ਵਾਰੀ ਜਿਹੜੇ ਮੌਜੂਦਾ ਮਾਂ-ਬਾਪ ਆ ਨਾ, ਕੰਮਾਂ ਕਾਰਾਂ ਤੇ ਜਾਂਦੇ ਆ, ਥੱਕੇ ਟੁੱਟੇ ਆਉਂਦੇ ਆ, ਆਣ ਕੇ ਛੋਟੇ ਬੱਚੇ ਨਾ ਉਹਨਾਂ ਨੂੰ ਤੋਤਲੀ ਜ਼ਬਾਨ ਦੇ ਵਿੱਚ ਕੋਈ ਨਾ ਕੋਈ ਗੱਲ ਪੁੱਛਦੇ ਆ, ਆਹ ਕੀ ਆ, ਉਹ ਕੀ, ਖਿੱਚ ਜਾਂਦੇ ਆ, ਕਿਉਂਕਿ ਨਹੀਂ ਸਮਰੱਥਾ ਹੁੰਦੀ, ਤਾਕਤ ਨਹੀਂ ਬਚੀ ਹੁੰਦੀ ਨਾ ਕਿ ਬਾਰ-ਬਾਰ ਗੱਲਾਂ ਬਾਤਾਂ ਕਰਕੇ, ਕਿਉਂਕਿ ਟੈਲੀਫੋਨ ਵੀ ਕਰਨੇ ਪੈਂਦੇ ਆ, 15-20 ਮਿੰਟ ਪੇਕਿਆਂ ਨੂੰ ਵੀ ਲਾਉਣੇ ਆ, ਭੈਣ ਨਾਲ ਵੀ ਗੱਲ ਕਰਨੀ ਆ, ਬੋਲਣ ਦੀ ਵੀ ਤਾਂ ਇੱਕ ਸਮਰੱਥਾ ਹੀ ਆ, ਤਾਕਤ ਕਿੰਨੀ ਕਾ। ਉਸ ਵੇਲੇ ਫਿਰ ਦੇਖੋ ਦਾਦੀਆਂ ਜਿਹੜੀਆਂ ਨੇ, ਨਿੱਕੇ ਨਿਆਣੇ ਨੇ, ਆਹ ਕੀ ਆ, ਉਹਨਾਂ ਦੀ ਮਾਲਾ ਹੱਥ 'ਚ ਫੜ ਕੇ ਆਹ ਕੀ ਆ, ਖੁੰਡੀ ਫੜ ਕੇ ਆਹ ਕੀ ਆ, ਨਹੀਂ ਆਹ ਕੀ ਹੁੰਦਾ, ਉਹ ਫਿਰ ਕਾਂ ਕੀ ਹੁੰਦਾ। ਕਦੇ ਕਿਸੇ ਦਾਦੀ ਨੇ ਜਵਾਬ ਨਹੀਂ ਦਿੱਤਾ ਹੁੰਦਾ ਕਿ ਭਾਈ ਇਹ ਕਿਉਂ। ਨਿੱਕੇ ਨਿਆਣੇ ਨੂੰ ਕੋਈ ਨਾ ਕੋਈ ਜਵਾਬ ਦੇ ਹੀ ਜਾਣਾ, ਉਹਨਾਂ ਦੇ ਨਾਲ ਕੋਈ ਨਾ ਕੋਈ ਸਵਾਲ ਜਵਾਬ ਜਿਹੜਾ ਉਹ ਕਰੀ ਜਾਣਾ। ਸਾਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਦੇਖਣੀਆਂ ਚਾਹੀਦੀਆਂ। ਇੱਕ ਬੈਨੀਪਾਲ ਸਾਹਿਬ, ਮੈਂ ਬੇਨਤੀ ਆਪਣੇ ਤੌਰ ਤੇ ਜ਼ਰੂਰ ਕਰਨੀ, ਕਰੋ ਜੀ, ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਵੀ ਬਜ਼ੁਰਗ ਨੇ, ਜਾਂ ਹੋ ਸਕਦਾ ਕਿ ਸਾਡੇ ਘਰਾਂ ਦੇ ਵਿੱਚ ਆਪਣੇ 'ਚ ਬਜ਼ੁਰਗ ਨਾ, ਹੁਣ ਤੁਸੀਂ ਵੀ ਜ਼ਿਕਰ ਕੀਤਾ ਸੀ, ਪਰ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ, ਗੁਆਂਢ 'ਚ ਵੀ ਕੋਈ ਬਜ਼ੁਰਗ ਹੋ ਸਕਦਾ ਜਿਨ੍ਹਾਂ ਦੇ ਕੋਈ ਬੱਚਾ ਨਾ ਹੋਵੇ। ਬਜ਼ੁਰਗ ਕੀ ਚਾਹੁੰਦੇ ਆ, ਉਹਨਾਂ ਨੇ ਤੁਹਾਨੂੰ ਕਹਿਣਾ ਨਹੀਂ, ਉਹਨਾਂ ਦੀ ਗੱਲ ਨੂੰ ਤੁਸੀਂ ਮਹਿਸੂਸ ਕਰਨਾ ਹੈ। ਉਮਰ ਦੇ ਉਸ ਪੰਧ ਦੇ ਵਿੱਚ ਉਹਨਾਂ ਦੀਆਂ ਲੋੜਾਂ ਕੀ ਆ, ਉਹ ਅਸੀਂ ਮਹਿਸੂਸ ਕਰਨੀਆਂ। ਜੇ ਗੱਡੀ ਹੈਗੀ ਆ ਘਰ ਦੇ ਵਿੱਚ, ਚਾਹੇ ਨਹੀਂ ਹੁੰਦਾ, ਚੱਕ ਕੇ ਬਿਠਾਓ ਗੱਡੀ 'ਚ, ਉਹਨਾਂ ਨੂੰ ਵੈਸੇ ਹੀ ਪਿੰਡ ਦਾ ਗੇੜਾ ਲਵਾਓ। ਉਹਨਾਂ ਨੇ ਸ਼ੀਸ਼ੇ ਥਾਣੀ ਦੇਖ ਲੈਣਾ ਕਿ ਭਾਈ ਅੱਛਾ ਉਹ ਖੇਤ ਹੁੰਦੇ ਸੀ, ਇੱਥੇ ਤਾਂ ਫਲਾਨਾ ਸੂਹ ਦਾ ਖੇਤ ਹੁੰਦਾ ਸੀ, ਅੱਛਾ ਉਹਨਾਂ ਨੇ ਖੂਹ ਹੁਣ ਪੂਰ ਦਿੱਤਾ ਹੋਣਾ, ਇੱਥੇ ਤਾਂ ਬੜੀ ਵੱਡੀ ਟਾਹਲੀ ਸੀ, ਇੱਕ ਵਾਰੀ ਫਲਾਨਿਆਂ ਦਾ ਬਲਦ ਜਿਹੜਾ ਖੁੱਲ੍ਹ ਕੇ ਚਲੇ ਗਿਆ, ਟਾਹਲੀ ਦੇ ਨਾਲ ਲਿਆ ਕੇ ਫਿਰ ਫਲਾਨਿਆਂ ਨੇ ਬੰਨਿਆ। ਉੱਦਾਂ ਹੀ ਗੇੜਾ ਲਵਾ ਦਿਓ,
ਸ਼ਹਿਰ ਦਾ ਉਹੀ ਗੇੜਾ ਲਵਾ ਦਿਓ, ਕਿਤੇ ਰੋਕਣ ਦੀ ਲੋੜ ਨਹੀਂ। ਉਹਨਾਂ ਨੂੰ ਪਤਾ ਲੱਗ ਜਾਓ ਕਿ ਇੱਥੇ 4 ਹੱਟੀਆਂ ਹੁੰਦੀਆਂ ਸੀ ਪਹਿਲਾਂ, ਹੁਣ ਤਾਂ ਬਾਜ਼ਾਰ ਹੀ ਬੜਾ, ਭੀੜ ਭੜੱਕਾ ਹੀ ਬੜਾ। ਮਸਲਾ ਕੁਛ ਨਹੀਂ ਹੈਗਾ। ਉਹਨਾਂ ਨੇ ਕੋਈ 5 10 15 ਹਜ਼ਾਰ ਦੇ ਸੂਟ ਦੀ ਫਰਮਾਇਸ਼ ਨਹੀਂ ਕਰਨੀ। ਉਹਨਾਂ ਨੇ ਇਹ ਨਹੀਂ ਕਹਿਣਾ ਕਿ ਸਾਨੂੰ ਫਲਾਨਾ ਪੀਜ਼ਾ ਹੀ ਚਾਹੀਦਾ। ਮਸਲਾ ਤਾਂ ਸਿਰਫ ਇਹ ਹੈ ਕਿ ਉਹਨਾਂ ਦਾ ਬੀਤਿਆ ਇੱਕ ਬਹੁਤ ਲੰਬਾ ਸਮਾਂ, ਤੇ ਉਸ ਬੀਤੇ ਹੋਏ ਲੰਬੇ ਸਮੇਂ ਨੂੰ ਅਸੀਂ ਜਿੰਨਾ ਕੁ ਰੀਕਾਲ ਕਰ ਸਕਦੇ ਹਾਂ, ਅਸੀਂ ਜਿੰਨਾ ਕੁ ਉਹਨਾਂ ਦੇ ਨਾਲ ਕਰ ਸਕਦੇ ਹਾਂ। ਕਈ ਵਾਰੀ ਉਹਨਾਂ ਦੀਆਂ ਗੱਲਾਂ ਦਾ ਸਾਡੀ ਜ਼ਿੰਦਗੀ 'ਚ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਅਸੀਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹਾਂ। ਅੱਜ ਮੀਡੀਆ ਇੰਨਾ ਆ ਗਿਆ, ਪਰ ਨਹੀਂ, ਹਾਂ 'ਚ ਹਾਂ ਮਿਲਾਇਆ ਕਰੋ। ਕਦੇ ਕਦੇ ਆਪਣੀ ਕੋਈ ਗੱਲ ਨਾ ਕਰਿਆ ਕਰੋ, ਕਦੇ ਕਦੇ ਸਿਰਫ ਉਹਨਾਂ ਦੀਆਂ ਗੱਲਾਂ ਹੀ। ਅੱਛਾ ਬੀਬੀ ਉਦੋਂ ਫਿਰ ਪਾਣੀ ਖਿੱਚਦੇ ਹੁੰਦੇ ਸੀ, ਉਹ ਫਿਰ ਟਿੰਡਾਂ ਕੀ ਹੁੰਦੀਆਂ ਸੀ, ਉਹ ਆਪਣੇ ਚੇਤਿਆਂ 'ਚ ਗਵਾਚਦੇ। ਅਸੀਂ ਨਹੀਂ ਆਪਣੇ ਸਕੂਲਾਂ 'ਚ ਗਵਾਚਦੇ, ਅਸੀਂ ਨਹੀਂ ਆਪਣੇ ਬਚਪਨ 'ਚ ਗਵਾਚਦੇ। ਤੁਸੀਂ ਜ਼ਿਕਰ ਕੀਤਾ ਸੀ ਕੜਾਹ ਦਾ ਜੀ, ਆਪਾਂ ਐਡਮਿੰਟਨ ਗਏ ਸੀ, ਤੁਸੀਂ ਕੜਾਹ ਦਾ ਕੜਾਹ ਕਰਦੇ ਸੀ, ਤੁਹਾਨੂੰ ਖਵਾਇਆ ਕਿ ਨਹੀਂ? ਕਿਉਂਕਿ ਬਜ਼ੁਰਗਾਂ ਨੇ ਜਿਹੜੀਆਂ ਚੀਜ਼ਾਂ ਖਾਧੀਆਂ ਹੋਈਆਂ ਉਹਨਾਂ ਨੇ ਖਾਣ ਦੀ ਡਿਮਾਂਡ ਕਰਨੀ ਹੈ। ਕੀ ਬਾਤ। ਸੋ ਇਹਦੇ ਨਾਲ ਕਈ ਵਾਰੀ ਆਪਾਂ ਦੇਖਿਆ ਹੈ ਕਿ ਬੱਚਿਆਂ ਨੇ ਕੀ ਕਰਨਾ, ਖੁੰਡੀ ਚੁੱਕ ਲੈਣੀ ਹੈ। ਹਾਂ, ਛੋਟੇ ਬੱਚੇ ਨੇ ਦਾਦੀ ਨੇ ਕਹਿਣਾ ਪੁੱਤ ਦੇਖੀ ਖੁੰਡੀ ਉੱਥੇ ਸੁੱਟ ਕੇ ਆਉਣੀ ਹੈ ਜਿੱਥੇ ਦਾਦੀ ਤੁਰ ਕੇ ਹੁਣ ਜਾ ਨਹੀਂ ਸਕਦੀ। ਕਿਉਂਕਿ ਬੱਚਾ ਵੀ ਇਨੋਸੈਂਟ ਆ, ਉਹ ਜਾਣਬੁੱਝ ਕੇ ਨਹੀਂ ਸੁੱਟ ਕੇ, ਉਹਦੇ ਵਾਸਤੇ ਉਹ ਇੱਕ ਖੇਡ ਆ। ਹੁਣ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਕਿ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ, ਬਜ਼ੁਰਗਾਂ ਦੀ ਜਿਹੜੀ ਸਭ ਤੋਂ ਇਸ ਵਕਤ ਦਿਲ ਦੇ ਵਿੱਚ ਵਲਵਲੇ ਨੇ, ਉਹ ਇਹ ਹੈ ਕਿ ਬਜ਼ੁਰਗਾਂ ਨੂੰ ਕੋਈ ਸੁਣਦਾ ਨਹੀਂ। ਬਜ਼ੁਰਗ ਦਿਲ ਦੀਆਂ ਬਹੁਤ ਸਾਰੀਆਂ ਗੱਲਾਂ ਭਾਵਨਾਤਮਕ ਤਰੀਕੇ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ, ਉਹ ਤੁਹਾਨੂੰ ਸੁਣਾਉਣੀਆਂ ਚਾਹੁੰਦੇ ਆ। ਅਸੀਂ ਨਾਨਾ ਜੀ ਕੋਲ, ਸਾਡੇ ਕੋਲ ਥੋੜ੍ਹੇ ਸਾਲ ਹੋਏ ਉਹਨਾਂ ਨੂੰ, ਉਹ ਦੁਨੀਆ ਤੋਂ ਤੁਰੇ ਆ। ਅਸੀਂ ਕਈ ਵਾਰੀ ਬੈਠਣਾ, ਉਹਨੇ ਕਹਿਣਾ ਭਾਈ ਮੈਂ ਨਾ ਬਲਦ ਲੈਣ ਗਿਆ, ਅਸੀਂ ਫਿਰ 5 ਦਿਨ ਤਾਂ ਉੱਥੇ ਸਾਨੂੰ ਜਾਣ ਨੂੰ ਲੱਗੇ ਜੀ, ਉੱਥੇ ਸਾਨੂੰ ਕੋਈ ਪਸੰਦ ਨਾ ਆਇਆ। ਪਸੰਦ ਨਾ ਆਇਆ। ਅਸੀਂ ਫਿਰ ਮੁੜਦੇ ਹੋਇਆਂ ਨੇ ਰਸਤੇ 'ਚ ਇੱਕ ਨਗੌਰੀਆ ਦੇਖਿਆ। ਸਾਨੂੰ ਉਹ ਖੇਤੀ ਬਹੁਤ ਜਦ ਹਲ ਬਾਵੇ ਨਾ, ਦੂਜੇ ਨਾਲੋਂ ਐ ਹੱਥ ਅੱਗੇ ਹੋ ਕੇ ਤੁਰੇ ਜੀ। ਅਸੀਂ ਉੱਥੇ ਚਲੇ ਗਏ। ਇੱਕ ਤਾਂ ਧੁੱਪ ਸੀ, ਅਸੀਂ ਤਾਂ ਛਾਂ ਕਰਕੇ ਗਏ ਸੀ। ਉਹਨਾਂ ਨੂੰ ਪੁੱਛਿਆ ਭਾਈ ਆ ਤੁਸੀਂ ਬਲਦ ਵੇਚਣਾ? ਉਹ ਕਹਿੰਦੇ ਕੋਈ ਨਹੀਂ, ਮੈਂ ਬਾਪੂ ਨਾਲ ਸਲਾਹ ਕਰਕੇ ਦੱਸ ਦੂੰ। ਉਧਰੋਂ ਬਾਪੂ ਵੀ ਆ ਗਿਆ। ਬਾਪੂ ਕਹਿੰਦਾ ਭਾਈ ਇਹ ਅਸੀਂ ਇੰਨੇ ਆਨਿਆਂ ਦੇ ਲਿਆਂਦਾ ਸੀ, ਜੇ ਤੁਸੀਂ 2 ਆਨੇ ਵੱਧ ਦੇ ਦੋਗੇ ਤੁਸੀਂ ਲੈ ਜਾਓ। ਹੁਣ ਦੇਖੋ ਉਹ ਬਲਦ ਲਿਆਂਦਾ ਕਿੱਥੋਂ, ਕਿਵੇਂ ਉਹ ਤੁਰ ਕੇ ਗਏ, ਕਾਹਤੋਂ ਲਿਆਂਦਾ, ਕੀ ਸਰਦਾ ਨਹੀਂ ਸੀ, ਕੋਈ ਲੈਣ ਦੇ ਨਹੀਂ ਇਸ ਵਾਰ। ਪਰ ਉਹਨਾਂ ਨੇ ਇੰਨੇ ਚਾਅ ਨਾਲ ਸੁਣਾਉਣੀ ਗੱਲ, ਜਿੱਦਣ ਉਹਨਾਂ ਨੇ ਇੱਕ ਰੋਟੀ ਖਾਣੀ ਹੁੰਦੀ ਸੀ ਗੱਲਾਂ ਸੁਣ ਲਓ 4 ਖਾ ਜਾਂਦੇ ਸੀ। ਇਹਦਾ ਮਤਲਬ ਉਹਨਾਂ ਦੇ ਅੰਦਰ ਬਹੁਤ ਕੁਛ ਪਿਆ ਜੀ। ਉਹ ਤੁਹਾਡੇ ਨਾਲ ਆਪਣੇ ਬੀਤੇ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਨੇ, ਉਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਨੇੜੇ ਆ ਤੇ ਸਾਡਾ ਇਸ ਤਰ੍ਹਾਂ ਜਵਾਨੀ ਸਾਡੀ ਬੀਤੀ ਹੈ। ਸੋ ਜੇਕਰ ਅਸੀਂ ਉਹਨਾਂ ਦੀ ਸੁਣ ਲਈਏ, ਮੈਨੂੰ ਲੱਗਦਾ ਕਈ ਵਾਰੀ ਉਮਰ ਵਧਾ ਸਕਦੇ ਹਾਂ। ਮੈਂ ਕਹਿੰਦਾ ਉਹ ਉਮਰ ਉਹਨਾਂ ਦੀ ਵਧੇ ਨਾ ਵਧੇ, ਅਸਲ ਦੇ ਵਿੱਚ ਸਮਾਂ ਹੀ ਉਹਨਾਂ ਦਾ ਉਹ ਹੁੰਦਾ। ਉਹਨਾਂ ਦੇ ਲਈ ਉਸ ਸਮੇਂ ਤੋਂ ਬਿਨਾਂ ਬੈਨੀਪਾਲ ਸਾਹਿਬ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ। ਹੁਣ ਇੱਥੇ ਇੱਕ ਗੱਲ ਆਪਾਂ ਹੋਰ ਧਿਆਨ ਦੇ ਵਿੱਚ ਰੱਖੀਏ ਕਿ ਕਈ ਵਾਰੀ ਨਾ ਬੈਨੀਪਾਲ ਸਾਹਿਬ ਇੱਦਾਂ ਦੇ ਚੱਕਰ ਚੱਲ ਜਾਂਦੇ ਆ ਜ਼ਿੰਦਗੀ ਦੇ ਵਿੱਚ। ਉਹ ਚੱਕਰ ਇਹ ਹੁੰਦੇ ਆ ਕਿ ਨਿੱਕੇ ਨਿਆਣੇ ਸਾਨੂੰ ਰੋਕਦੇ ਟੋਕਦੇ ਬਹੁਤ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ। ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਜੇ ਨਿੱਕਾ ਨਿਆਣਾ ਰੋਜ਼ ਲੇਟ ਆਊਗਾ, ਸਕੂਲ 2 ਵਜੇ ਲੱਗ ਜਾਂਦਾ, ਘੜੀ ਨਹੀਂ ਦੇਖਣੀ ਆਉਂਦੀ, ਪਰਛਾਵਾਂ ਦੇਖ ਕੇ ਪੁੱਤ ਤੂੰ ਅੱਜ ਨਾ ਲੇਟ ਆਇਆ, ਪੁੱਤ ਤੂੰ ਕੱਲ ਵੀ ਲੇਟ ਆਇਆ ਸੀ। ਉੱਦਾਂ ਤਾਂ ਕੋਈ ਗੱਲ ਨਹੀਂ ਜੇ ਤੇਰੇ ਭਾਪੇ ਨੂੰ ਪਤਾ ਲੱਗ ਗਿਆ ਨਾ। ਹੁਣ ਆਪਾਂ ਥੋੜ੍ਹੀ ਜਿਹੀ ਦਾਦੀ ਦੀ ਇੱਕ ਗੱਲ ਹੋਰ ਕਰਨੀ ਰਹਿ ਗਈ ਸੀ। ਘਰ ਦੇ ਵਿੱਚ ਪੋਤੀ ਹੋਈ, ਪੋਤੀ ਨੇ ਜਿੱਦਾਂ ਜਿੱਦਾਂ ਵੱਡੀ ਹੋਣਾ ਉਹਨੂੰ ਹੋਰ ਤਰ੍ਹਾਂ ਦੇ ਸੰਸਕਾਰ ਦੇਣੇ ਆ। ਉਹਨੂੰ ਕਹਿਣਾ ਪੁੱਤ ਤੂੰ ਆ ਨਾ ਮੜ ਜਾ, ਹੀ ਕੋਈ ਚੀਜ਼ ਆ ਨਾ ਇਹਨੂੰ ਮੜ ਜਾ ਟਾਂਕਾ ਲਾ ਕੇ ਦੱਸ। ਉਹਨੂੰ ਪਤਾ ਹੁੰਦਾ ਦਾਦੀ ਨੂੰ ਕਿ ਜਿੱਥੇ ਵੀ ਗਈ ਘਰ 'ਚ, ਅਮੀਰ 'ਚ ਜਾਵੇ ਗਰੀਬ 'ਚ ਜਾਵੇ, ਜਿਵੇਂ ਵੀ ਜਾਵੇ, ਆਹ ਕੰਮ ਇਹਨੂੰ ਆਉਣਾ ਚਾਹੀਦਾ। ਪੁੱਤ ਉਹ ਜਿਹੜੀ ਦਾਲ ਧਰੀ ਆ ਨਾ, ਤੂੰ ਪਤਾ ਹੁੰਦਾ ਸੀ ਮਾਂ ਆਪਣੀ ਦੇ ਨਾਲ ਬੈਠਿਆ ਕਰ, ਮਾੜਾ ਜਿਹਾ ਆ ਤੁੜਕਾ ਕਿੱਦਾਂ ਲਾਈਦਾ ਦੇਖਿਆ ਕਰ। ਫਿਰ ਉਹਨੂੰ ਦੱਸਣਾ ਅੱਜ ਨਾ ਆਹ ਚੀਜ਼ ਥੋੜ੍ਹੀ ਜਿਹੀ ਕੱਚੀ ਰਹਿ ਗਈ ਸੀ, ਅਗਲੀ ਵਾਰੀ ਪੁੱਤ ਤੂੰ ਐਂ ਕਰਨਾ। ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਿ ਉਹਨਾਂ ਨੇ ਅਗਲੀ ਪੀੜ੍ਹੀ ਦੀਆਂ ਬੱਚੀਆਂ ਨੂੰ ਆਪਣੇ ਆਪ ਹੀ ਦੱਸ ਦੇਣੀਆਂ। ਹੋਰ ਦੇਖੋ ਬੈਨੀਪਾਲ ਸਾਹਿਬ, ਕਈ ਵਾਰੀ ਇੱਦਾਂ ਹੁੰਦਾ ਕਿ ਅਨਪੜ੍ਹ ਨੇ ਪਰ ਉਧਰਲੇ ਪਾਸੇ ਗੁਰੂ ਘਰ 'ਚ ਸਪੀਕਰ ਲੱਗ ਗਿਆ, ਮੰਦਿਰ 'ਚ ਸਪੀਕਰ ਲੱਗ ਗਿਆ, ਪਾਠ ਸਾਰਾ ਨਾਲ ਕਰ ਦੇਣਾ। ਹੁਣ ਉਹਨਾਂ ਦੇ ਕੋਲੇ ਕੋਈ ਇੱਦਾਂ ਦੀ ਗੱਲ ਨਹੀਂ ਸੀ ਹੁੰਦੀ। ਫਿਰ ਤੜਕੇ ਉੱਠ ਕੇ 4 ਵਜੇ ਮੰਜੇ ਦੇ ਉੱਤੇ ਬਹਿ ਜਾਣਾ, ਕਿਉਂਕਿ ਬਹੁਤੇ ਬਜ਼ੁਰਗ ਆਉਣ ਜਾਣ ਜੋਗੇ ਨਹੀਂ ਫਿਰ ਹੁੰਦੇ। ਮੰਜੇ ਦੇ ਉੱਠ ਕੇ ਬਹਿ ਜਾਣਾ, ਉਧਰ ਭਾਈ ਸਾਹਿਬ ਨੇ ਹਾਲਾਂਕਿ ਮੇਰੇ ਵਰਗੇ ਬੰਦੇ ਨੂੰ ਯਾਰ ਲੰਮੇ ਪੈ ਵੀ ਸੁਣ ਸਕਦੇ ਆ। ਉਹਨਾਂ ਨੇ ਅਰਦਾਸ ਹੋਣ ਲੱਗ ਜਾਂਦੇ, ਖੜ ਜਾਂਦੇ ਨੇ। ਉਹ ਕਿਆ ਹੀ ਬਾਤਾਂ ਹੁੰਦੀਆਂ ਸੀ। ਪਰ ਅੱਜ ਇਹ ਗੱਲ ਜਿਹੜੀ ਸਾਨੂੰ ਚੰਗੇ ਤਰੀਕੇ ਮਹਿਸੂਸ ਕਰਨੀ ਚਾਹੀਦੀ ਕਿ ਅਵਸਥਾ ਆਉਣੀ ਆ। ਉਹਨਾਂ ਨੇ ਸਾਡੇ ਲਈ ਰਾਤ ਨੂੰ ਪੱਖੀਆਂ, ਉਸ ਸਥਾਨ ਤੇ ਅਸੀਂ ਆਉਣਾ ਹੈ, 100% ਆਉਣਾ ਹੈ। ਹੁਣ ਉਹਨਾਂ ਨੇ ਸਾਡੇ ਲਈ ਪੱਖੀਆਂ ਝੱਲੀਆਂ, ਸਾਨੂੰ ਚੂਰੀਆਂ ਕੁੱਟ ਕੇ ਦਿੱਤੀਆਂ। ਉਹ ਚੰਗੇ ਨੇ ਮਾੜੇ ਨੇ ਸਾਡੇ ਮੁਤਾਬਕ। ਉਹਨਾਂ ਦੀ ਕਈ ਵਾਰੀ ਨਾ ਕਈ ਬਜ਼ੁਰਗ ਵਿਤਕਰਾ ਵੀ ਕਰਦੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਸਿਖਾਇਆ ਹੀ ਹੋ ਗਿਆ। ਉਹਨਾਂ ਨੇ ਉਹ ਸਮਾਂ ਦੇਖਿਆ, ਉਹਨਾਂ ਦੀ ਉਸ ਮਜਬੂਰੀ ਨੂੰ ਸਮਝੋ। ਕਿਉਂਕਿ ਜਿਨ੍ਹਾਂ ਨੇ ਬਹੁਤੀ ਕੱਢ ਲਈ ਤੇ ਥੋੜ੍ਹੀ ਰਹਿ ਗਈ, ਉਹਨਾਂ ਨੇ ਹੁਣ ਬਦਲਣਾ ਨਹੀਂ। ਉਹਨਾਂ ਦੇ ਵਿੱਚੋਂ ਲਚਕੀਲਾਪਣ ਚਲੇ ਗਿਆ। ਉਹ ਲਚਕੀਲਾਪਣ ਸਾਡੇ 'ਚ ਹੈਗਾ। ਤੇ ਜੇ ਅਸੀਂ ਹਰ ਗੱਲ ਦੇ ਉੱਤੇ ਹਾਂ ਬੇਬੇ ਇੱਦਾਂ ਨਹੀਂ ਹੁੰਦੀ, ਤੁਹਾਡੀ ਵਾਲੀ ਤਾਂ ਐਂ ਹੁੰਦੀ ਨਾ, ਉਹ ਕਈ ਚੀਜ਼ਾਂ ਹੁੰਦੀਆਂ ਤੁਹਾਨੂੰ ਅੱਖੋਂ ਪਰੋਖੇ ਕਰਨੀਆਂ ਪੈਂਦੀਆਂ। ਉਹਨਾਂ ਦੇ ਉਸ ਸੰਘਰਸ਼ ਨੂੰ ਦੇਖੀਏ, ਉਹਨਾਂ ਦੀ ਉਸ ਸਮੇਂ ਨੂੰ ਦੇਖੀਏ। ਦੇਖੋ ਅੱਜ
ਮੈਂ ਕਹਿੰਦਾ ਕਿ ਬਹੁਤ ਸਾਰੀਆਂ ਨੌਹਾਂ ਜਿਹੜੀਆਂ ਨੇ ਨਾ ਬੜਾ ਵਧੀਆ ਕੰਮ ਕਰਦੀਆਂ। ਕਈ ਵਾਰੀ ਮੈਂ ਦੇਖਦਾ ਹੁੰਦਾ ਸੀ ਪਿੰਡ ਦੇ ਗੁਰੂ ਘਰ ਦੇ ਵਿੱਚ ਨਾ ਕਈ ਬੀਬੀਆਂ ਨੇ ਇਦਾਂ ਕਰਨਾ ਕਿ ਜੇ ਉੱਥੇ ਲੰਗਰ ਲੱਗਣਾ, ਇੱਕ ਨਾ ਪ੍ਰਸ਼ਾਦਾ ਬੀਬੀ ਕਹਿੰਦੀ ਸੀ ਕਿ ਮੈਂ ਪ੍ਰਸ਼ਾਦਾ ਜ਼ਰੂਰ ਛਕਣਾ, ਆਪ ਆ ਕੇ ਪ੍ਰਸ਼ਾਦਾ ਬਾਅਦ ਛਕਣਾ, ਇੱਕ ਪ੍ਰਸ਼ਾਦਾ ਲਿਜਾ ਕੇ ਉੱਤੇ ਹਲਕੀ ਜਿਹੀ ਸਬਜ਼ੀ ਪਾ ਕੇ ਬੀਬੀ ਆ ਲੰਗਰ ਉੱਥੇ ਲੱਗਾ ਸੀ ਤੇ ਉਹ ਫਿਰ ਉਹਨਾਂ ਨੇ ਪਹਿਲਾਂ ਮੱਥੇ ਨੂੰ ਲਾਉਣਾ। ਹੁਣ ਆਪਾਂ ਤੁਹਾਨੂੰ ਫਲਾਈਟ ਫੜ ਕੇ ਕੈਨੇਡਾ ਲਿਆਈਏ। ਆ ਜਾਓ ਜੀ। ਕਿਉਂਕਿ ਦਾਦੇ ਦਾਦੀਆਂ ਇੱਥੇ ਵੀ ਨੇ। ਇੱਥੇ ਬਹੁਤੇ ਲੋਕਾਂ ਨੇ ਦਾਦੇ ਦਾਦੀਆਂ ਇਸ ਕਰਕੇ ਵੀ ਸੱਦੇ ਕਿਉਂਕਿ ਉਹਨਾਂ ਦੇ ਕੰਮਕਾਰ ਤੇ ਜਾਣਾ ਉਹਨਾਂ ਦੀ ਮਜਬੂਰੀ ਆ ਕਿ ਬੱਚਿਆਂ ਨੂੰ ਘਰ ਛੱਡਣਾ ਕਿਹਦੇ ਕੋਲ ਹੈ। ਕਈ ਲੋਕ ਤਾਂ ਇਸ ਵਕਤ ਦੇਖਦੇ ਸੀ ਜਿਹੜੇ ਦਾਦੇ ਦਾਦੀਆਂ ਤੋਂ ਬਗੈਰ ਜੇਕਰ ਆਪਣੇ ਬੱਚਿਆਂ ਨੂੰ ਡੇ ਕੇਅਰ ਛੱਡਦੇ ਆ 900 1000 ਡਾਲਰ ਇੱਕ ਬੱਚੇ ਦਾ ਡੇ ਕੇਅਰ ਦਾ ਜੀ। ਹੁਣ ਜੇ 2 ਬੱਚੇ ਛੱਡਣੇ ਪੈ ਗਏ 2000 ਡਾਲਰ ਕਈ ਵਾਰੀ ਉਹ ਕਮਾਉਂਦਾ ਨਹੀਂ ਜਾ ਕੇ। ਇਸ ਕਰਕੇ ਬਹੁਤੇ ਲੋਕਾਂ ਨੂੰ ਤਾਂ ਫੈਮਿਲੀ ਰੀਯੂਨੀਫਿਕੇਸ਼ਨ ਵਾਸਤੇ ਕਿ ਨਹੀਂ ਸਾਡੇ ਮਾਂ-ਬਾਪ ਸਾਡੇ ਕੋਲ ਚਾਹੀਦੇ ਨੇ, ਪਰ ਉਹਨਾਂ ਦੇ ਗਾਂ ਬੱਚੇ ਨੇ ਉਹਨਾਂ ਦੇ ਉਹ ਦਾਦਾ ਦਾਦੀ ਨੇ ਜੀ। ਬਹੁਤ ਸਾਰੇ ਦਾਦਾ ਦਾਦੀ ਤਾਂ ਕੈਨੇਡਾ ਦੇ ਵਿੱਚ ਆ ਕੇ ਬਹੁਤ ਵਧੀਆ ਜ਼ਿੰਦਗੀ ਬਸਰ ਕਰ ਰਹੇ ਆ, ਪਰ ਕਈਆਂ ਦੀਆਂ ਦੁਸ਼ਵਾਰੀਆਂ ਇਹ ਨੇ ਜਦੋਂ ਨਾਲ ਗੱਲ ਕਰਦੇ ਹੋ ਕਹਿੰਦੇ ਯਾਰ ਹੋਰ ਤਾਂ ਕੁਛ ਨਹੀਂ, ਸਾਰਾ ਦਿਨ ਬੱਚਿਆਂ ਨੂੰ, ਕਿਉਂਕਿ ਬੱਚਾ ਰੱਖਣਾ ਕੈਨੇਡਾ ਦੇ ਵਿੱਚ ਬਹੁਤ ਔਖਾ ਹੈ ਕਿਉਂਕਿ ਥੋੜਾ ਜਿਹਾ ਛੋਟਾ ਜਿਹਾ ਘਰ ਹੈ, ਉੱਥੇ ਬੱਚੇ ਨੇ ਤਾਂ ਠਕੇਲੀਆਂ ਕਰਨੀਆਂ ਨੇ, ਬੱਚੇ ਨੇ ਤਾਂ ਬਾਹਰ ਵੀ ਜਾਣਾ, ਵਿਹੜੇ ਤਾਂ ਹੈ ਨਹੀਂ, ਮਗਰ ਭੱਜੇ ਫਿਰਨਾ ਉਹਨਾਂ ਨੂੰ ਖਵਾਉਣਾ ਵੀ ਹੈ, ਨੂੰਹ ਦੀ ਪੁੱਤ ਦੀ ਸਵੇਰੇ ਰੋਟੀ ਤਿਆਰ ਵੀ ਕਰਕੇ ਦੇਣੀ ਆ, ਆਉਂਦਿਆਂ ਨੂੰ ਫਿਰ ਬਣਾ ਕੇ ਰੱਖਣੀ ਹੈ ਤੇ ਨਾਲ ਨਾਲ ਸਾਰਾ ਦਿਨ ਤੁਰ ਕੇ ਫਿਰ ਕੇ ਪੋਤੇ ਪੋਤੀਆਂ ਨੂੰ ਖਵਾਉਣਾ ਵੀ ਹੈ ਤੇ ਥੱਕ ਵੀ ਜਾਣਾ। ਤੇ ਜੇ ਕਿਤੇ ਨਾ ਸੋਫੇ ਦੇ ਉੱਤੇ ਚੱਪ ਮਾਰ ਕੇ ਬੈਠ ਜਾਣ, ਤੁਹਾਨੂੰ ਪਤਾ ਨਹੀਂ ਮੰਜਿਆਂ ਤੋਂ ਬੈਠਦੇ ਆ ਗਏ। ਹੁਣ ਆਪਣੇ ਘਰ ਦੇ ਵਿੱਚ ਬੰਦਾ ਬੈਠਾ, ਕਈ ਵਾਰੀ ਬਜ਼ੁਰਗ ਦਾ ਕਿਸੇ ਦਾ ਦਿਲ ਕਰਦਾ ਯਾਰ ਫਰਿੱਜ ਖੋਲੀਏ ਦੇਖੀਏ ਕਿ ਅੰਬ ਦਾ ਜੂਸ ਲਿਆਂਦਾ, ਅਮਰੂਦ ਦਾ ਲਿਆਂਦਾ, ਸੰਤਰੇ ਦਾ, ਇੱਥੇ ਹੀ ਲਿਆ ਦੇਣਾ ਸੀ ਤੁਹਾਨੂੰ ਮੈਂ, ਫਰਿੱਜ ਖੋਲੀ ਹੈ ਪਤਾ ਨਹੀਂ ਕਿੱਥੇ ਕਿੱਥੇ ਹੱਥ ਲਾਓਗੇ, ਟੁੱਟ ਕੇ ਪੈਣਾ। ਹੁਣ ਜੇ ਅਸੀਂ ਮਾਪੇ ਕੈਨੇਡਾ ਦੇ ਵਿੱਚ ਸੱਦ ਲਏ ਨੇ, ਅਸੀਂ ਉਹਨਾਂ ਨੂੰ ਇਹ ਨਾ ਕਹੀਏ ਕਿ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ, ਇਹ ਤਾਂ ਪਿੰਡ ਚੋਂ ਸਿੱਧੇ ਉੱਠ ਕੇ ਆ ਕੇ ਦੇਖੋ ਜਿਹੜਾ ਤੁਹਾਡਾ ਘਰ ਵਾਲਾ ਨਾ ਜੀ, ਜਿਹੜਾ ਇਸ ਵੇਲੇ ਕਿਸੇ ਵੱਡੇ ਥਾਂ ਦੇ ਉੱਤੇ ਕੰਮ ਕਰ ਰਿਹਾ ਉਹ ਇਹਨਾਂ ਨਹੀਂ ਪਾਲਿਆ। ਹੁਣ ਜਿਹੜੀ ਗੱਲ ਸਾਨੂੰ ਲੱਗਦੀ ਹੁੰਦੀ ਨਾ ਕਿ ਬੇਬੇ ਤੂੰ ਉੱਥੇ ਹੱਥ ਲਾਇਆ ਸੀ ਹੁਣ ਫਰਿੱਜ ਨੂੰ ਲਾਤਾ, ਉਹ ਤਾਂ ਸਵਾਹ ਨਾ ਸੁੱਕ ਮਾਂਜ ਕਰਕੇ ਉਹਨਾਂ ਨੇ ਭਾਂਡੇ ਸਾਫ਼ ਕੀਤੇ ਹੋ ਆ, ਉਹਨਾਂ ਨੂੰ ਉਸ ਹਿਸਾਬ ਦਾ ਪਤਾ। ਵੈਨੀਪਾਲ ਸਾਹਿਬ ਇਹ ਗੱਲ ਤੁਸੀਂ ਬੜੀ ਪਤੇ ਦੀ ਕੀਤੀ ਹੈ। ਮੈਂ ਪਤੇ ਦੀਆਂ ਕਰਦਾ ਜੀ। ਨਹੀਂ ਅੱਛਾ ਚਲੋ ਆ ਚੰਗਾ, ਆ ਵੀ ਤੁਸੀਂ ਪਤੇ ਦੀ ਕੀਤੀ ਆ। ਚਲੋ ਵੈਨੀਪਾਲ ਸਾਹਿਬ ਦੇਖੋ ਉੱਥੇ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਲੱਗਦਾ ਕਿ ਆਊਟਡੇਟਡ ਹੋ ਗਿਆ ਉਹ, ਪਰ ਬਜ਼ੁਰਗਾਂ ਦੇ ਲਈ ਵੀ ਇੱਕ ਗੱਲ ਇਹ ਹੈ ਕਿ ਉਹ ਤੁਹਾਡੇ ਬੱਚਿਆਂ ਦੇ ਬੱਚੇ ਨੇ। ਬਿਲਕੁਲ ਹੈ ਨਾ, ਜੇ ਆਪਾਂ ਪਿੰਡ ਵੀ ਹੁੰਦੇ ਸਾਰੇ ਜਾਣੇ ਪਿੰਡ ਵੀ ਹੁੰਦੇ ਤਾਂ ਆਪਾਂ ਫਿਰ ਵੀ ਉਹ ਸਾਂਭਣੇ ਸੀ। ਬਿਲਕੁਲ ਸਾਂਭਣੇ ਸੀ। ਹੁਣ ਉਹ ਕਈ ਵਾਰੀ ਇਹ ਆ ਜਾਂਦਾ, ਹਾਂ ਨੌਹਾਂ ਧੀਆਂ ਪੁੱਤ ਵੀ ਇਹ ਖਿਆਲ ਰੱਖਣ ਕਿ ਉਹ ਪਿੰਡਾਂ 'ਚ ਰਹੇ ਨੇ ਸਾਡੇ ਬਜ਼ੁਰਗ, ਉਹ ਇੱਕ ਘਰ ਤੋਂ ਦੂਜੇ ਘਰ 2-4 ਘਰਾਂ ਦੇ ਵਿੱਚ ਮੁਲਾਕਾਤਾਂ ਦੀ ਰੋਜ਼ ਹੁੰਦੀਆਂ ਸੀ। ਕਈ ਵਾਰੀ ਇਸ ਗੱਲੋਂ ਬਹੁਤ ਹੁੰਦਾ ਬੇਬੇ ਤੈਨੂੰ ਕਿੰਨੇ ਰਹੇਗਾ ਘਰੇ ਬੈਠਾ ਕਰ, ਤੂੰ ਅੱਜ ਮੈਨੂੰ ਪਤਾ ਲੱਗਾ ਤੂੰ ਗੁਆਂਢੀਆਂ ਤੇ ਗਈ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਬੇਬੇ ਸਾਡੇ ਆਈ ਸੀ। ਤੇ ਦੂਸਰੇ ਪਾਸੇ ਬਜ਼ੁਰਗਾਂ ਨੂੰ ਵੀ ਅਪੀਲ ਹੈ, ਹਾਂ ਜੇ ਤੁਸੀਂ ਆ ਗਏ, ਇਹ ਮੁਲਕ ਉਹ ਮੁਲਕ ਨਹੀਂ, ਇਸ ਮੁਲਕ ਦਾ ਰਹਿਣ ਸਹਿਣ, ਇਸ ਮੁਲਕ ਦੀਆਂ ਕਦਰਾਂ ਕੀਮਤਾਂ ਉੱਥੇ ਨਾਲੋਂ ਬਿਲਕੁਲ ਉਲਟੀਆਂ ਨੇ, ਵੱਖਰੀਆਂ ਨੇ, ਕਿਉਂਕਿ ਉਹ ਵੀ ਜਿਹੜੀ ਤੁਹਾਡੀ ਨੂੰਹ ਹੈ ਜਾਂ ਤੁਹਾਡਾ ਪੁੱਤ ਹੈ ਸਵੇਰ ਤੋਂ ਗਿਆ ਸ਼ਾਮ ਤੱਕ ਉਹ ਥੱਕ ਕੇ ਆਇਆ, ਟੁੱਟ ਕੇ ਆਇਆ, ਪਤਾ ਨਹੀਂ ਬੌਸ ਨੇ ਕਿੰਨੀ ਵਾਰੀ ਝਿੜਕਿਆ ਹੋਣਾ, ਹੋ ਸਕਦਾ ਉਹ ਤਪਿਆ ਆਵੇ ਤਪੀ ਆਵੇ ਜੀ। ਸੋ ਸਮਾਂ ਵਿਚਾਰੀਏ, ਪਰਿਵਾਰਾਂ ਨੂੰ ਇਕੱਠੇ ਰੱਖੀਏ। ਪੋਤੇ ਪੋਤੀਆਂ ਨੂੰ ਬੇਨਤੀ ਇਹ ਹੈ ਕਿ ਦਾਦੇ ਦਾਦੀਆਂ ਦੇ ਨਾਲ ਜਿੰਨਾ ਸਮਾਂ ਬਤੀਤ ਕਰ ਲਈਏ, ਜਿੰਨਾ ਨਿੱਘ ਉਹਨਾਂ ਦੀਆਂ ਬੁੱਕਲਾਂ ਦਾ ਮਾਣ ਲਈਏ, ਇਹ ਥੋੜਾ, ਕਿਉਂਕਿ ਇਹ ਜਾਂਦੇ ਬੱਦਲ ਦੀਆਂ ਕਣੀਆਂ ਵਰਗੇ ਨੇ। ਇਹ ਬਿਲਕੁਲ ਰੁੱਖੜਾ ਹੈ ਨਦੀ ਦੇ ਕਿਨਾਰੇ, ਪਤਾ ਨਹੀਂ ਕਦੋਂ ਛੱਲ ਆਵੇ ਤੇ ਉਹਨਾਂ ਨੇ ਅੰਦਰ ਨੂੰ ਡਿੱਗ ਪੈਣਾ। ਕਣੀ ਵੀ ਬੈਨੀਪਾਲ ਸਾਹਿਬ ਕਿਸੇ ਦੇ ਵਿਹੜੇ ਪੈਂਦੀ ਆ ਤੇ ਕਿਸੇ ਦੇ ਨਹੀਂ ਪੈਂਦੀ। ਤੇ ਇੱਥੇ ਵੀ ਗੱਲ ਖਾਸ ਤੌਰ ਤੇ ਹੈ, ਭਾਵੇਂ ਸਾਡੇ ਪੋਤੇ ਪੋਤੀਆਂ ਨੇ, ਭਾਵੇਂ ਮਾਂ-ਬਾਪ ਨੇ, ਭਾਵੇਂ ਦਾਦਾ ਦਾਦੀ, ਅਸੀਂ ਸਾਰੇ ਜਣੇ ਇੱਕ ਗੱਲ ਸਮਝੀਏ, ਡਾਲਰਾਂ ਦੇ ਢੇਰ ਲੱਗ ਸਕਦੇ ਆ, ਭਾਰਤ 'ਚ ਰੁਪਈਏ ਹੋ ਸਕਦੇ ਆ, ਗੱਡੀਆਂ ਕਾਰਾਂ ਹੋ ਸਕਦੀਆਂ, ਪਰ ਇਸ ਗੱਲ ਨੂੰ ਟੀਚਾ ਬਣਾ ਕੇ ਚੱਲਿਓ ਕਿ ਆਖਰਕਾਰ ਅਸੀਂ ਜਿਉਣੇ ਕਾਹਦੇ ਲਈ ਆ, ਅਸੀਂ ਚਾਹੁੰਦੇ ਕੀ ਆ। ਜੇ ਸਾਡੇ ਕੋਲੇ ਘਰ ਦੇ ਵਿੱਚ ਇਤਫਾਕ ਨਹੀਂ, ਜੇ ਅਸੀਂ ਨਹੁੰ ਦਾ ਤੇ ਨਹੁੰ ਸੱਸ ਦਾ ਖਿਆਲ ਨਹੀਂ ਰੱਖ ਸਕਦੇ, ਉਹਨਾਂ ਦੀਆਂ ਭਾਵਨਾਵਾਂ ਨਹੀਂ ਸਮਝ ਸਕਦੇ, ਇੱਕ ਗੱਲ ਮੰਨ ਕੇ ਚੱਲਿਓ, ਦੁਨੀਆ ਦਾ ਜਿਹੜਾ ਮਰਜ਼ੀ ਕੋਨਾ ਨੱਪ ਲਿਓ, ਜਿਹੜੇ ਮਰਜ਼ੀ ਵੱਡੇ ਤੇ ਅਹੁਦੇ ਪਹੁੰਚ ਜਾਓ, ਜਿਹਨੂੰ ਘਰ 'ਚ ਸੰਤੁਸ਼ਟੀ ਨਹੀਂ ਨਾ, ਉਹਨੂੰ ਕਿਤੇ ਨਹੀਂ ਹੋ ਸਕਦੀ। ਬਿਲਕੁਲ, ਅਸੀਂ ਰਿਸ਼ਤੇ ਬਣਾਉਣੇ ਆ ਜਾਂ ਤੋੜਦੇ ਆ, ਅਸੀਂ ਵੱਡੇ ਘਰ ਬਣਾਉਣੇ ਆ ਜਾਂ ਉਹਨਾਂ 'ਚ ਵਸਣਾ ਚਾਹੁੰਦੇ ਆ, ਜਾਂ ਉਹਨਾਂ ਨੂੰ ਖਿਲਾਰਾ ਪਾਉਣਾ ਚਾਹੁੰਦੇ ਆ, ਕਿਉਂਕਿ ਸਾਡੀਆਂ ਪ੍ਰਾਇਓਰਟੀਜ਼ ਕਿਹੜੀਆਂ ਨੇ। ਅਸੀਂ ਮਾਪਿਆਂ ਦਾ ਸਤਿਕਾਰ ਕਰਾਂਗੇ। ਇੱਕ ਉਹ ਕਹਾਵਤ ਬੜੀ ਮਸ਼ਹੂਰ ਹੈ, ਅਸੀਂ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਉਹ ਕਹਿੰਦਾ ਵੀ ਔਖਾ ਹੈ ਇੱਥੇ ਕਿ ਮੈਨੂੰ ਸੁੱਟਿਆ, ਉਹ ਕਹਿੰਦਾ ਨਾ ਇੱਥੇ ਨਾ ਸਿੱਟੀ ਜੀ, ਇੱਥੇ ਤਾਂ ਮੈਂ ਆਪਦੇ ਬਾਪ ਨੂੰ ਸੁੱਟ ਕੇ ਗਿਆ ਸੀ। ਸੋ ਲਗਭਗ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਜਿਹੋ ਜਿਹੇ ਕੰਮ ਆਪਾਂ ਕਰਾਂਗੇ ਬੱਚਿਆਂ 'ਤੇ ਪ੍ਰਭਾਵ ਪੈਣਾ। ਜੇ ਤੁਸੀਂ ਆਪਣੇ ਮਾਂ-ਬਾਪ ਦਾ ਸਤਿਕਾਰ ਕਰੋਗੇ, ਇਹ ਬੱਚਿਆਂ ਨੇ ਤੁਹਾਡਾ ਸਤਿਕਾਰ ਕਰਨਾ। ਇੱਕ ਦੂਸਰੇ ਪਿਆਰ ਸਤਿਕਾਰ ਤੇ ਇਤਫਾਕ ਨਾਲ ਚੱਲੀਏ, ਤੁਹਾਡੀ ਜ਼ਿੰਦਗੀ ਵੀ ਸੁਖਾਲੀ ਤੇ ਇਹ ਦਾਦਾ ਦਾਦੀ ਵੀ ਜ਼ਿੰਦਗੀ ਸੁਖਾਲੀ।
ਭੱਟ ਸਾਹਿਬ। ਬਹੁਤ ਸ਼ੁਕਰੀਆ ਜੀ। ਟਿੱਪਣੀਆਂ ਆਪਾਂ ਦਰਸ਼ਕਾਂ ਤੋਂ ਚਾਹਾਂਗੇ ਕਿ ਤੁਹਾਨੂੰ ਇਹ ਨਿੱਜੀ ਤੌਰ ਤੇ ਨਾ ਕੋਈ ਬੰਦਾ ਲਵੇ ਕਿ ਸਾਡੇ ਅਸੀਂ ਨਿੱਜੀ ਤੌਰ ਤੇ ਕਿਸੇ ਤੇ ਅਟੈਕ ਕੀਤਾ ਹੈ। ਆਪਾਂ ਪਰਿਵਾਰ ਪੰਜਾਬੀ ਭਾਈਚਾਰੇ ਦੀ ਸੁੱਖ ਸੰਤ ਚਾਹੁੰਦੇ ਹਾਂ। ਸ਼ੁਕਰੀਆ। ਬਿਲਕੁਲ। ਸੋ ਪਿਆਰ ਸਤਿਕਾਰ ਬਰਕਰਾਰ ਰਹੇ ਬਜ਼ੁਰਗਾਂ ਦਾ ਵੀ ਤੇ ਨੌਜਵਾਨਾਂ ਦਾ ਵੀ ਤੇ ਬੱਚਿਆਂ ਦਾ ਵੀ। ਇਸ ਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਸਾਡੇ ਤੱਕ ਜ਼ਰੂਰ ਪੁੱਜਦਾ ਕਰਿਓ, ਕਿਉਂਕਿ ਅਸੀਂ ਸਿਆਸਤ ਨੂੰ ਇੱਕ ਪਾਸੇ ਰੱਖ ਕੇ ਫਿਰ ਆਗਾਮੀ ਪ੍ਰੋਗਰਾਮ ਕਦੇ ਕਦਾਈ ਇਸ ਤਰ੍ਹਾਂ ਦੇ ਵੀ ਉਲੀਕਿਆ ਕਰਾਂਗੇ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਰੱਬ ਰਾਖਾ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।